ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਆਪਣੇ ਸਮੇਂ ਮੁਤਾਬਕ ਅਸੀਂ ਪਹੁੰਚ ਜਾਈਦਾ ਜੀ ਰੋਜ਼ ਗੱਲਾਂ ਬਾਤਾਂ ਕਰਨ ਦੇ ਲਈ। ਅੱਜ ਵੀ ਆਪ ਜੀ ਦੇ ਨਾਲ ਜਿਹੜੀਆਂ ਹੁਣ ਤੱਕ ਦੀਆਂ ਖਾਸ ਖਬਰਾਂ ਨੇ ਇਹਨਾਂ ਦੇ ਉੱਪਰ ਗੱਲਬਾਤ ਕਰਾਂਗੇ। ਕੁਝ ਪੰਜਾਬ ਸਰਕਾਰ ਆਪਣੀ ਪਿੱਠ ਥਾਪੜ ਰਹੀ ਹੈ, ਕੁਝ ਪੰਜਾਬ ਸਰਕਾਰ ਨੂੰ ਕਹਿ ਲਓ ਕਿ ਵੀ ਰਾਹਤ ਮਿਲ ਗਈ ਹੈ, ਕੁਝ ਥਾਵਾਂ ਦੇ ਵਿਰੋਧੀਆਂ ਨੇ ਘੇਰ ਲਿਆ, ਕੁਝ ਥਾਵਾਂ ਦੇ ਵਿਰੋਧੀਆਂ ਦਾ ਵੀ ਵਿਰੋਧ ਹੋ ਰਿਹਾ ਹੈ। ਸੋ ਇਹ ਸਾਰੀਆਂ ਗੱਲਾਂ ਬਾਤਾਂ ਆਪ ਜੀ ਦੇ ਨਾਲ ਆਪਾਂ ਅੱਜ ਕਰਨੀਆਂ ਨੇ, ਤੇ ਗੱਲਾਂ ਬਾਤਾਂ ਕਰ ਲਈ ਆਪਣੇ ਨਾਲ ਪਰਮਵੀਰ ਬਾਠ ਹੋਰੀ ਹੁੰਦੇ। ਹੋਰ ਬਾਠ ਸਾਹਿਬ ਕੀ ਹਾਲ ਜੀ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ ਸੰਧਾਲੀਆ ਸਾਹਿਬ, ਤੁਸੀਂ ਸੁਣਾਓ ਕਿਵੇਂ ਸਿਹਤਾਂ ਕਾਇਮ। ਮੈਂ ਨਾ ਗੇਮੋ ਗੈਮ ਅੱਜ ਵੀਰ ਯੁਵਰਾਜ ਸਿੰਘ ਦਿਓਲ ਹੋਰੀ ਆਪਣੇ ਸਾਰਾ ਕੁਝ ਜਿਹੜਾ ਦੇਖਦੇ ਨੇ ਇੱਥੇ ਟੈਕਨੀਕਲ, ਉਹਨਾਂ ਨੇ ਸਮੋਸਿਆਂ ਦੀ ਸੇਵਾ ਕਰਾਈ ਇਹ ਨਾਲ ਚਨੇ ਸਮੋਸੇ, ਤੇ ਮਹਾਰਾਜ ਉਹਨਾਂ ਨੂੰ ਮਤਲਬ ਇਸੇ ਤਰ੍ਹਾਂ ਹੀ ਅੱਗੇ ਤੋਂ ਹੀ ਖਰਚ ਕਰਨ ਦਾ ਬਲ ਬਖਸ਼ਦਾ ਰਹੇ। ਦੇਖੋ ਸੰਧਾਲੀਆ ਸਾਹਿਬ, ਮੈਂ ਤੁਹਾਨੂੰ ਦੱਸਾਂ, ਤੁਸੀਂ ਮਹਾਂ 2-2.5 ਸਾਲ 'ਚ ਠੀਕ ਹੋ ਗਏ। ਪਹਿਲਾਂ ਸਮੋਸੇ ਵਰਗੇ ਸੀਗੇ ਤੁਸੀਂ। ਨਹੀਂ ਉਹ ਠੀਕ ਹੈ ਗੱਲ ਤੁਹਾਡੀ। ਇਹ ਦੇਖੋ ਵੀ ਖਾਧਾ ਕਿਉਂ। ਉਹ ਕਹਿੰਦੇ ਵੀ ਐਕਚੁਅਲੀ ਅੱਜ ਵਾ ਇੱਥੇ ਆਪਣੇ ਕੈਨੇਡਾ ਦੇ ਹਿਸਾਬ ਨਾਲ, ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਦੇ ਹਿਸਾਬ ਨਾਲ ਬ੍ਰਿਟਿਸ਼ ਕੋਲੰਬੀਆ ਡੇ ਹੈ ਨਾ, ਲੌਂਗ ਵੀਕਐਂਡ ਇਸੇ ਕਰਕੇ ਹੀ। ਅਤੇ ਉਹ ਕਹਿੰਦੇ ਵੀ ਹਰ ਸਾਲ ਇਸ ਦਿਨ ਅਸੀਂ ਮਤਲਬ ਗਰੀਬਾਂ ਨੂੰ ਕੁਛ ਨਾ ਕੁਛ ਛਕਾਈਦਾ, ਅਤੇ ਤੁਸੀਂ ਇੱਥੇ ਹੈ ਨਹੀਂ, ਤੇ ਅੱਜ ਮੈਨੂੰ ਤੁਹਾਡੇ ਵੰਡੇ ਦਾ ਵੀ ਛਕਣਾ ਪਿਆ। ਵੈਸੇ ਤਾਂ ਮੈਂ ਕਿੱਥੇ ਖਾਣਾ ਹੈ। ਨਹੀਂ, ਆਹ ਗੱਲ ਬਿਲਕੁਲ ਠੀਕ ਹੈ। ਇਹ ਗੱਲ ਮੈਨੂੰ ਜਚੀ ਹੈ, ਕਿਉਂਕਿ ਤੁਸੀਂ ਲੀਡਰ ਬੰਦੇ ਆ। ਗਰੀਬਾਂ ਦਾ ਤੁਸੀਂ ਕੋਈ ਨਾ ਕੋਈ ਖਾਣਾ ਹੀ ਹੁੰਦਾ, ਚਾਹੇ ਖੋਹ ਕੇ ਖਾ ਲਓ ਚਾਹੇ ਲੁਕੋ ਕੇ ਖਾ ਲਓ। ਤੁਹਾਡਾ ਕੰਮ ਹੀ ਗਰੀਬਾਂ ਦੇ ਹਿੱਸੇ ਦਾ ਖਾਣਾ ਹੀ। ਚਲੋ ਜਿਵੇਂ ਮਰਜ਼ੀ ਲਾ ਲਓ। ਅਸੀਂ ਉਹਦੇ 'ਚ ਵੀ ਆਪਣਾ ਸਮਝੀਦਾ ਨਾ, ਵੀ ਹੱਕ ਸਮਝ ਕੇ ਛਕ ਲਈਦਾ। ਅੱਛਾ ਗੱਲ ਇਹ ਆ ਬਾਠ ਸਾਹਿਬ, ਇੱਕ ਮੈਂ ਕੁਦਰਤੀ ਗੱਲ ਸੋਚਦਾ ਸੀ ਵੀ ਕਿਸੇ ਵੇਲੇ ਕਈ ਗੱਲ ਨਹੀਂ ਸੰਧਾਲੀਆ ਸਾਹਿਬ ਕਰਦੀ ਨਾ। ਸਮੋਸੇ ਤੋਂ ਮੈਂ ਸਮੋਸੇ ਤੋਂ ਅੱਗੇ ਵੱਧ ਹੀ ਨਹੀਂ ਸਕਿਆ। ਇੱਦਾਂ ਕਿਉਂ? ਮੈਂ ਸੋਚਦਾ ਸੀ ਤੁਸੀਂ ਦੇਖੋ ਗੱਲ ਸਮੋਸਾ ਨਹੀਂ ਛੱਡਣਾਗੇ। ਆਮ ਤੌਰ ਤੇ ਹੁੰਦਾ ਕਿ ਸਮੋਸਾ ਜਦੋਂ ਤੁਹਾਡੀ ਪਲੇਟ ਦੇ ਵਿੱਚ ਕੌਲੀ 'ਚ ਆ ਜਾਂਦਾ, ਉਹਦੇ ਆਲੇ ਦੁਆਲੇ ਜਿਹੜੀਆਂ ਕੰਨੀਆਂ ਜਿਹੀਆਂ ਹੁੰਦੀਆਂ ਨਾ, ਸਖਤ ਜਿਹੀਆਂ ਪਾਪੜੀ ਜੀ, ਉਹ ਸਾਰੇ ਜਣੇ ਬੜੇ ਸਵਾਦ ਨਾਲ ਖਾਂਦੇ ਆ। ਤੇ ਵਿੱਚ ਜਿਹੜਾ ਆਲੂ ਭਰੇ ਹੁੰਦੇ ਜੇ, ਉਹ ਸੌਦਾ ਹੋਰ ਭਰਿਆ ਹੁੰਦਾ ਕਿ ਉਹਨੂੰ ਖਾ ਕੇ ਐਂਡ 'ਚ ਉਹ ਪਾਪੜੀ ਜੀ ਖਾਣੀ ਗਣਾ। ਮੈਂ ਬੜੇ ਸਵਾਦ ਨਾਲ ਖਾਣਾ। ਤਕਰੀਬਨ ਮੈਨੂੰ ਲੱਗਦਾ ਕਿ 90% ਪੰਜਾਬੀ ਇੱਦਾਂ ਹੀ ਕਰਦੇ ਆ। ਤਾਂ ਕਦੇ ਕਦੇ ਮਨ 'ਚ ਆਉਂਦਾ, ਯਾਰ ਜੀ ਉਹ ਪਾਪੜੀ ਜੀ ਸਵਾਦ ਲੱਗਦੀ, ਇਕੱਲੀ ਪਾਪੜੀ ਜੀ ਤਲਾ ਲੈਣੀ ਚਾਹੀਦੀ ਹੈ, ਵਿੱਚ ਫਿਰ ਆਲੂ ਜਿਹਾ ਪਾਓ ਇਹਨਾਂ, ਬੇਸ਼ੱਕ ਜੀ ਉਹ ਸਵਾਦ ਲੱਗਦੀ, ਕਿ 5-4 ਸਮੋਸਿਆਂ ਦੀਆਂ ਆਲੇ ਦੁਆਲੇ ਦੀ ਕੰਨੀਆਂ ਜੀਆਂ ਕੱਢ ਦਿਓ। ਇੱਦਾਂ ਕਿਉਂ ਨਹੀਂ ਹੋ ਸਕਦੀ? ਤੁਹਾਨੂੰ ਕੀ ਸਵਾਦ ਲੱਗਦਾ ਤੁਸੀਂ ਵੀ ਦੱਸ ਦਿਓ। ਨਹੀਂ ਆਹ ਜਿਹੜੀ ਚੀਜ਼ ਦਾ ਤੁਸੀਂ ਨਾਂ ਲਿਆ, ਐਂਡ ਜਿਸ ਹਿਸਾਬ ਨਾਲ ਤੁਸੀਂ ਇਹ ਕਿਹਾ, ਉਹਦੇ ਤੋਂ ਮੈਂ ਸਮਝ ਗਿਆ ਵੀ ਤੁਸੀਂ ਹੁਣ ਲਾ ਕੇ ਗੱਲਾਂ ਕਰਨ ਲੱਗ ਪਏ ਆ। ਠੀਕ ਹੈ, ਹੁਣ ਜੇ ਮੈਨੂੰ ਪਸੰਦ ਹੈ ਤੇ ਮੈਂ ਮੰਗ ਲੈਣਾ ਯਾਰ, ਇਹਦੇ 'ਚ ਕੋਈ ਹਰਜ ਹੈ ਦੱਸ। ਉਹ ਕੁਰਕਰਾ ਜਿਹਾ ਵਧੀਆ ਲੱਗਦਾ। ਅੱਛਾ ਹੁਣ ਮੈਂ ਆਵਾਂ ਜਿਹੜੀ ਗੱਲ ਕਰਨ ਲੱਗਿਆ ਸੀ। ਆ ਜਾਓ। ਮੈਂ ਨਾ ਕੁਦਰਤੀ ਕਹਿੰਦਾ ਸੀ ਵੀ ਕੁਛ ਪਤਾ ਨਹੀਂ ਹੁੰਦਾ ਵੀ ਕਦੋਂ ਕਹੀ ਹੋਈ ਗੱਲ ਤੁਹਾਡੀ ਕਿੱਥੇ ਜਾ ਕੇ ਤੁਹਾਨੂੰ ਤੰਗ ਕਰੇ। ਇੱਕ ਫਿਲਮ ਰਿਲੀਜ਼ ਹੋਣੀ ਹੈ ਲਾਲ ਸਿੰਘ ਚੱਡਾ, ਆਮਿਰ ਖਾਨ ਦੀ ਨਾ, ਬੜੀ ਦੇਰ ਤੋਂ ਵੇਟ ਹੈ ਉਹਦੀ। ਮੇਰੇ ਖਿਆਲ ਨਾਲ ਜਦੋਂ ਤੋਂ ਲੋਕਾਂ ਨੇ ਉਹਦੀ ਪਹਿਲੀ ਲੁੱਕ ਦੇਖੀ ਸੀ ਵੀ ਇੱਕ ਲੰਮੀ ਦਾੜੀ ਰੱਖੀ ਆ ਤੇ ਬੜੀ ਪੋਚਵੀਂ ਪੱਗ ਬੰਨੀ ਆ, ਤੇ ਲੋਕਾਂ ਨੂੰ ਐਂ ਵੀ ਯਾਰ ਆਹ ਤੇ ਸਰਦਾਰ ਦੀ ਲੁੱਕ ਹੀ ਬੜੀ ਵਧੀਆ ਆਮਿਰ ਖਾਨ ਹੋਰਾਂ ਬਣਾਈ। ਇਹ ਫਿਲਮ ਕਦੋਂ ਆਉਣੀ ਆ? ਉਹ ਕੋਵਿਡ ਤੋਂ ਕਦੇ ਪਹਿਲਾਂ ਆਉਣੀ ਸੀ। ਆਉਂਦੀ ਕੋਵਿਡ ਨੇ ਵੀ ਉਹ ਪਤਾ ਨਹੀਂ ਕਿੰਨਾ ਚਿਰ ਰੋਕ ਛੱਡੀ, ਤੇ ਹੁਣ ਜਦੋਂ ਉਹਦੀ ਤਰੀਕ ਰਿਲੀਜ਼ ਹੋਣ ਦੀ ਆਈ ਨੇੜੇ, ਤੇ ਨਾਲ ਹੀ ਹੁਣ ਰੌਲਾ ਪੈਣ ਲੱਗ ਪਿਆ ਜੀ ਵੀ ਬਾਈਕਾਟ ਲਾਲ ਸਿੰਘ ਚੱਡਾ। ਤੇ ਟਵਿੱਟਰ ਦੇ ਉੱਪਰ ਉਹ ਪੂਰਾ ਟਰੈਂਡ ਕਰ ਰਿਹਾ, ਤੇ ਹਾਰ ਕੇ ਆਮਿਰ ਖਾਨ ਸਾਹਿਬ ਨੇ ਹੁਣ ਜਾ ਕੇ ਉਹ ਕਿਹਾ ਕਿ ਨਹੀਂ ਮਹਾਰਾਜ ਇੱਦਾਂ ਨਾ ਕਰੋ, ਫਿਲਮ ਤੁਸੀਂ ਮੇਰੀ ਜ਼ਰੂਰ ਵੇਖੋ। ਇਸ ਪਿੱਚ ਬਾਰੇ ਮੈਂ ਚਾਹੁੰਦਾ ਥੋੜ੍ਹੀ ਜਿਹੀ ਗੱਲ ਕਰ ਲਈ ਵੀ ਕਿਸੇ ਵੇਲੇ ਦੀ ਕਹੀ ਹੋਈ ਗੱਲ ਕਿੱਥੇ ਜਾ ਕੇ ਤੰਗ ਕਰੇ, ਕੁਛ ਪਤਾ ਨਹੀਂ ਲੱਗਦਾ। ਨਹੀਂ ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਬੰਦੇ ਨੂੰ ਹਮੇਸ਼ਾ ਸੋਚ ਵਿਚਾਰ ਕੇ ਬੋਲਣਾ ਚਾਹੀਦਾ, ਜਦੋਂ ਵੀ ਬੋਲਣਾ ਚਾਹੀਦਾ। ਦੇਖੋ ਫਿਲਮ 'ਚ ਕੀ ਆ ਕੀ ਨਹੀਂ ਹੈ ਉਹ ਤਾਂ ਬਾਅਦ ਵਿੱਚ ਪਤਾ ਲੱਗੂਗਾ, ਪਰ ਆਮ ਹੀ ਆਮਿਰ ਖਾਨ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਬੰਦਾ ਕੰਮ ਥੋੜ੍ਹਾ ਕਰਦਾ, ਪਾਏਦਾਰ ਕਰਦਾ ਹੈ। ਕੰਮ ਥੋੜ੍ਹਾ ਕਰਦਾ ਪਰ ਖੁੱਭ ਕੇ ਕਰਦਾ। ਇਹ ਆਮ ਹੀ ਮੰਨਿਆ ਜਾਂਦਾ ਕਿ ਇੱਦਾਂ ਨਹੀਂ ਕਿ ਉਹਨੇ ਵੀ ਸਾਲ ਦੇ ਵਿੱਚ 3 ਫਿਲਮਾਂ 2 ਫਿਲਮਾਂ ਬਣਾਉਣੀਆਂ ਤੇ ਆਹ ਕੁਛ ਕਰ ਲੈਣਾ। ਵੀ ਜਿਹੜੀ ਚੀਜ਼ ਉਹਨੇ ਕਰਨੀ ਆ, ਹੁਣ ਆਪਾਂ ਕਿੰਨੀਆਂ ਫਿਲਮਾਂ ਦੇਖੀਆਂ, ਆਪਾਂ ਦੰਗਲ ਫਿਲਮ ਦੇਖੀ ਆ, ਕਿਆ ਬਾਤਾਂ ਸੀ ਕਿ ਉਹਦੇ ਵਿੱਚ ਜੇ ਉਹਨੇ ਕਿਰਦਾਰ ਨਿਭਾਉਣਾ ਸੀ ਤਾਂ ਫਿਰ ਕਿਸੇ ਚੱਜ ਦੇ ਤਰੀਕੇ ਨਾਲ ਨਿਭਾਉਣਾ ਸੀ। ਜੇ ਭਾਰ ਵਧਾਉਣਾ ਪੈਣਾ ਤਾਂ ਵਧਾ ਲੈਣਾ, ਘਟਾਉਣਾ ਪੈਣਾ ਤਾਂ ਘਟਾ ਲੈਣਾ। ਇਹਦੇ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਧਾਰਮਿਕ ਕਰਮਕਾਂਡਾਂ ਦੇ ਉੱਤੇ ਕਟਾਕਸ਼ ਕਰਦੀ ਫਿਲਮ ਬਣਾਉਣ ਦਾ ਹੀਆ ਉਹਨੇ ਕੀਤਾ ਸੀ, ਤੇ ਲਪੇਟੇ ਸਾਰੇ ਹੀ ਸੀ, ਤੇ ਇਹ ਕਿਹਾ ਸੀ ਕਿ ਭਾਈ ਇਨਸਾਨੀਅਤ ਤੋਂ ਅੱਗੇ ਪਿੱਛੇ ਕੁਛ ਨਹੀਂ, ਤੇ ਹੁਣ ਸਾਰੇ ਧਰਮਾਂ ਦਾ ਸਤਿਕਾਰ ਵੀ ਕਰਨਾ ਚਾਹੀਦਾ। ਹੌਸਲਾ ਕਰਦਾ ਹੁੰਦਾ ਬੰਦਾ, ਪਰ ਐਤਕੀ ਹੁਣ ਜਿਸ ਤਰੀਕੇ ਬਾਈਕਾਟ ਲਾਲ ਸਿੰਘ ਚੱਡਾ ਦਾ ਚਰਚਾ ਚੱਲਿਆ,
ਉਹਦੇ ਪਿੱਛੇ ਕਹਾਣੀ ਕੀ ਹੈ, ਕੀ ਕੁਝ ਗੱਲਾਂ ਨੇ, ਕਿੰਨਾ ਕੁ ਉਹਦਾ ਇਫੈਕਟ ਪਏਗਾ। ਪਰ ਆਮਿਰ ਖਾਨ ਆਮ ਤੌਰ ਤੇ ਬੋਲਦੇ ਨਹੀਂ ਹੁੰਦੇ ਸੋਸ਼ਲ ਮੀਡੀਆ ਤੇ, ਪਰ ਜੇ ਐਤਕੀ ਉਹ ਬੋਲੇ ਆ, ਉਹਨਾਂ ਨੇ ਬੇਨਤੀ ਕੀਤੀ ਹੈ, ਤਾਂ ਮਤਲਬ ਗੱਲ ਖਾਸ ਹੈ। ਹਾਂਜੀ, ਇਹ ਤਾਂ ਹੈ। ਦੇਖੋ ਆਪਾਂ ਉਹ ਵੀ ਚਲੋ ਜ਼ਿਕਰ ਕਰ ਰਹੇ ਨੇ ਜਿੱਥੋਂ ਇਹ ਗੱਲ ਚੱਲੀ ਹੈ ਤਾਂ ਵੈਸੇ ਫੋਰੈਸਟ ਗੰਪ ਇੱਕ ਮੂਵੀ ਦੀ ਰੀਮੇਕ ਹੈ। ਇਹ ਉਹ ਗੱਲ ਮੈਨੂੰ ਮੈਂ ਵੀ ਮਾਫੀ ਚਾਹੁੰਦਾ, ਮੈਨੂੰ ਲੱਗਦਾ ਮੈਂ ਗੱਲ ਉਹ ਦੱਸਣੀ ਭੁੱਲ ਗਿਆ ਸੀ ਜਿੱਥੋਂ ਗੱਲ ਸ਼ੁਰੂ ਹੋਈ। 2015 'ਚ ਕਿਤੇ ਇੰਟਰਵਿਊ ਦਿੱਤੀ ਸੀ ਬਾਠ ਸਾਹਿਬ ਇਹਨਾਂ ਨੇ ਕੋਈ, ਤੇ ਉਸ ਇੰਟਰਵਿਊ ਦੇ ਵਿੱਚ ਐਵੇਂ ਗੱਲ ਕਰਦਿਆਂ ਕਹਿ ਬੈਠਾ ਬੰਦਾ, ਹੁਣ ਤਾਂ ਸ਼ਾਇਦ ਉਸ ਵਾਈਫ ਨਾਲੋਂ ਵੀ ਵੱਖ ਹੋ ਗਿਆ, ਕਿਰਨ ਰਾਓ, ਪਰ ਇਸ ਫਿਲਮ ਦੀ ਪ੍ਰੋਡਿਊਸਰ ਉਹ ਹੈਗੀ ਆ। ਇਹ ਮੇਰੀ ਵਾਈਫ ਮੈਨੂੰ ਕਹਿੰਦੀ ਹੁੰਦੀ ਹੈ ਵੀ ਆਪਾਂ ਕਿਸੇ ਹੋਰ ਕੰਟਰੀ ਚਲੇ ਜਾਂਦੇ, ਇੱਥੇ ਹੁਣ ਉਹ ਗੱਲਬਾਤ ਰਹੀ ਨਹੀਂ ਰਹਿਣ ਵਾਲੀ ਇੰਡੀਆ 'ਚ। ਉਸ ਚੀਜ਼ ਨੂੰ ਲੋਕਾਂ ਨੇ ਚੱਕ ਲਿਆ ਉਸ ਇੰਟਰਵਿਊ ਦੀ ਉਸ ਲਾਈਨ ਤੋਂ ਵੀ ਭਲਿਆ ਮਾਨਸਾ, ਲੋਕ ਤੇਰੇ ਇੱਥੇ ਫੈਨ ਨੇ, ਫਿਲਮ ਤੁਸੀਂ ਇੱਥੇ ਬਣਾਉਂਦੇ ਹੋ, ਕੰਮ ਤੁਸੀਂ ਇੱਥੋਂ ਕਰਦੇ ਹੋ, ਕਮਾਈ ਤੁਸੀਂ ਇੱਥੇ ਕਰਦੇ ਹੋ, ਤੁਸੀਂ ਕਹਿੰਦੇ ਆ ਕਿ ਵੀ ਹਾਂਜੀ ਆਪਾਂ ਕਿਸੇ ਹੋਰ ਕੰਟਰੀ ਚਲੇ ਜਾਈਏ, ਤਾਂ ਮਤਲਬ ਤੁਸੀਂ ਇੰਡੀਆ ਦੇ ਲਈ ਲਾਇਲ ਹੈ ਹੀ ਨਹੀਂ। ਉੱਥੇ ਉਹਨਾਂ ਨੇ ਆਣ ਕੇ ਇਸ ਚੀਜ਼ ਦੀ ਮਾਫੀ ਮੰਗੀ। ਉਹ ਕਹਿੰਦੇ ਵੀ ਨਹੀਂ, ਇੱਦਾਂ ਦੀ ਗੱਲ ਕੋਈ ਨਹੀਂ ਆ, ਤੁਸੀਂ ਮੇਰੀ ਉਸ ਸਟੇਟਮੈਂਟ ਨੂੰ ਐਵੇਂ ਇੱਧਰ ਉੱਧਰ ਨਾ ਜੋੜੋ, ਫਿਲਮ ਜ਼ਰੂਰ ਤੁਸੀਂ ਦੇਖੋ। ਹੁਣ ਮੈਂ ਤਾਂ ਗੱਲ ਕਰਦਾ ਸੀ ਵੀ ਦੇਖੋ ਕਿਹੜੇ ਵੇਲੇ ਦੀ ਕਹੀ ਗੱਲ 2015 ਦੀ, ਹੁਣ 7 ਸਾਲ ਬਾਅਦ ਆ ਕੇ ਤੈਨੂੰ ਦੁਬਾਰਾ ਤੰਗ ਕਰ ਰਹੀ। ਬਿਲਕੁਲ ਸੰਧਾਲੀਆ ਸਾਹਿਬ, ਬੋਲਣਾ ਤਾਂ ਸੋਚ ਵਿਚਾਰ ਕੇ ਚਾਹੀਦਾ, ਜਿੰਨਾ ਸੋਚ ਵਿਚਾਰ ਕੇ ਬੋਲਿਆ ਜਾ ਸਕੇ। ਬਾਕੀ ਹਾਂ, ਉਹਨਾਂ ਨੇ ਕਿਹਾ ਕਿ ਮੈਂ ਭਾਈ ਭਾਰਤ ਨੂੰ ਬਹੁਤ ਪਿਆਰ ਕਰਦਾ, ਮੈਨੂੰ ਇੱਦਾਂ ਨਾ ਪੇਸ਼ ਕੀਤਾ ਜਾਵੇ ਕਿ ਮੈਂ ਭਾਰਤ ਵਿਰੋਧੀ ਹਾਂ, ਇੱਦਾਂ ਦੀ ਗੱਲ ਕੋਈ ਨਹੀਂ ਹੈ। ਅਤੇ ਮੈਨੂੰ ਸੰਧਾਲੀਆ ਸਾਹਿਬ ਇਹ ਵੀ ਲੱਗਦਾ ਹੈ ਕਿ ਠੀਕ ਹੈ, ਜਦੋਂ ਬੰਦਾ ਕਿਸੇ ਕੀਤੇ ਹੋਏ ਕੰਮ ਨੂੰ ਸਪਸ਼ਟ ਰੂਪ ਦੇ ਵਿੱਚ ਮੰਨ ਲੈਂਦਾ ਕਿ ਭਾਈ ਆ ਮੈਂ ਗੱਲ ਕਹੀ ਸੀ ਪਰ ਇੱਦਾਂ ਨਹੀਂ, ਉਹਦੇ ਤੋਂ ਬਾਅਦ ਕਿਉਂਕਿ ਕਲਾ ਦਾ ਖੇਤਰ ਹੈ ਨਾ, ਆਰਟ ਹੈ, ਆਰਟ ਦੇ ਵਿੱਚ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਰੱਖਣੇ ਹੁੰਦੇ ਆ, ਅਤੇ ਕਲਾ ਦੇ ਉੱਤੇ ਲੋੜੋਂ ਵੱਧ ਪਾਬੰਦੀਆਂ ਜਾਂ ਇਸ ਤਰੀਕੇ ਦਾ ਵਿਰੋਧ ਜਿਹੜਾ ਉਹ ਲੋੜੋਂ ਵੱਧ ਜਾਇਜ਼ ਨਹੀਂ ਹੁੰਦਾ। ਹਾਂ, ਕਿੰਤੂ ਪਰੰਤੂ ਕਰਨਾ ਉਹ ਵਾਜਬ ਹੈ, ਲੇਖ ਲਿਖੇ ਜਾ ਸਕਦੇ, ਬਹੁਤ ਕੁਝ ਕੀਤਾ ਜਾ ਸਕਦਾ। ਬਾਕੀ ਫਿਲਮ, ਕਿਉਂਕਿ ਲਾਲ ਸਿੰਘ ਚੱਡਾ ਉਹਨਾਂ ਦੀ ਇੱਕ ਵੱਖਰੀ ਦਿੱਖ ਹੈ, ਵੱਖਰੀ ਵੇਸ਼ਭੂਸ਼ਾ ਹੈ, ਉਹਨਾਂ ਦਾ ਇੱਕ ਵੱਖਰੇ ਤਰ੍ਹਾਂ ਦਾ ਅੰਦਾਜ਼ ਹੈ। ਬਹੁਤ ਸਾਰੇ ਲੋਕਾਂ 'ਚ ਜਿਗਿਆਸਾ ਵੀ ਹੈਗੀ ਆ, ਕਿਉਰਿਓਸਿਟੀ ਵੀ ਹੈ, ਭਾਈ ਫਿਲਮ ਕਦੋਂ ਆਵੇ ਦੇਖੀਏ ਆਪਾਂ। ਬਿਲਕੁਲ ਸਹੀ। ਅੱਛਾ, ਹੁਣ ਆਪਾਂ ਮੋੜਾ ਕੱਟੀਏ ਪੰਜਾਬ ਵਾਲੇ ਪਾਸੇ ਨੂੰ, ਤੇ ਪੰਜਾਬ ਦੇ ਵਿੱਚ ਹੁਣ ਪੰਜਾਬ ਸਰਕਾਰ ਨੇ ਵੀ ਕਹਿਤਾ, ਕੇਂਦਰ ਸਰਕਾਰ ਨੇ ਵੀ ਕਹਿਤਾ, ਸਾਰੀਆਂ ਸਰਕਾਰਾਂ ਨੇ ਕਹਿਤਾ। ਉਹ ਕਹਿੰਦੇ ਵੀ ਦੇਖੋ ਪਲਾਸਟਿਕ ਤੇ ਪਾਬੰਦੀ ਹੈ ਵੀਰ, ਪਲਾਸਟਿਕ ਬੈਨ ਹੈ, ਖਾਸ ਕਰਕੇ ਸਿੰਗਲ ਯੂਜ਼ ਪਲਾਸਟਿਕ ਜਿਹੜੀ ਉਹ ਤੁਸੀਂ ਵਰਤ ਨਹੀਂ ਸਕਦੇ। ਹੁਣ ਮੈਂ ਸੋਚਦਾ ਸੀ ਵੀ ਇਹ ਲਾਈਨ ਪਤਾ ਨਹੀਂ ਕਿੰਨੀ ਕੁ ਆਪਾਂ ਸੁਣ ਲਈ ਆ, ਉਹ ਜੀ ਹੁਣ ਚਲਾਨ ਹੋਣਗੇ, ਹੁਣ ਨਹੀਂ ਕੋਈ ਵਰਤ ਸਕਦਾ, ਦੇਖਿਓ ਫਿਰ ਹੁਣ ਸਿੰਗਲ ਯੂਜ਼ ਪਲਾਸਟਿਕ ਕਿਸੇ ਨੇ ਯੂਜ਼ ਕੀਤੀ ਤੇ ਇਹ ਚਰਚਾਵਾਂ ਚੱਲਦੀਆਂ, ਪਰ ਇਹ ਚਰਚਾ ਦਾ ਵਿਸ਼ੇ ਰਹਿ ਜਾਂਦਾ। ਜਾਂ ਤਾਂ ਹੁਣ ਸਮਝ ਨਹੀਂ ਆਉਂਦੀ ਵੀ ਉਹ ਸਿਰਫ ਉੱਪਰ ਕਿਤੇ ਕਾਗਜ਼ਾਂ ਦਾ ਕੋਈ ਢਿੱਡ ਭਰਨ ਲਈ, ਜਾਂ ਫਿਰ ਕਿਤੇ ਕੋਈ ਪ੍ਰੈਸ਼ਰ ਹੈ ਇਸ ਕਰਕੇ ਸਰਕਾਰਾਂ ਕਰ ਦਿੰਦੀਆਂ। ਜ਼ਮੀਨੀ ਪੱਧਰ 'ਤੇ ਤਾਂ ਸਾਰਾ ਕੁਝ ਉੱਦਾਂ ਚੱਲੀ ਜਾਂਦਾ। ਹਾਂ, ਚਲਾਨ ਜ਼ਰੂਰ ਸੁਣਨ ਨੂੰ ਆਉਂਦਾ, ਕਿਹਦਾ ਕੱਟਿਆ, ਰੇਹੜੀ ਵਾਲੇ ਦਾ, ਦੁਕਾਨ ਵਾਲੇ ਦਾ। ਬੰਦਾ ਪੁੱਛੇ ਵੀ ਉਹ ਰੇਹੜੀ ਵਾਲਾ ਵਿਚਾਰਾ ਜਿਹੜਾ ਕੋਈ ਉੱਥੇ ਕੋਈ ਹੋਰ ਕੁਛ ਨਹੀਂ, ਕੋਈ ਸੰਤਰੇ ਕੇਲੇ ਵੇਚ ਕੇ ਰੋਟੀ ਪਾਣੀ ਲਈ ਢਿੱਡ ਭਰਦਾ, ਉਹ ਲਿਫਾਫੇ ਆਪ ਬਣਾ ਲੈਂਦਾ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਸਾਨੂੰ ਮੰਨਣੀ ਪਊ ਕਿ ਉਹ ਪਲਾਸਟਿਕ ਹੈਗਾ ਤਾਂ ਖਤਰਨਾਕ, ਉਹ ਸਾਡੀ ਜ਼ਮੀਨ ਲਈ ਵੀ, ਪੰਛੀਆਂ ਲਈ, ਜਾਨਵਰਾਂ ਲਈ, ਮਨੁੱਖਾਂ ਲਈ, ਹਰ ਤਰ੍ਹਾਂ ਹੀ ਖਤਰਨਾਕ ਹੈ। ਜਾਣੀ ਇੱਕ ਵੀ ਬੰਦਾ ਉਹਦੇ ਹੱਕ 'ਚ, ਜਾਣੀ ਪਲਾਸਟਿਕ ਦੀ ਵਰਤੋਂ ਦੇ ਹੱਕ ਦੇ ਵਿੱਚ ਕੋਈ ਤਰਕ ਨਹੀਂ ਦੇ ਸਕਦਾ ਕਿ ਭਾਈ ਇਹ ਤਾਂ ਵਧੀਆ, ਇਹਦਾ ਤਾਂ ਪ੍ਰਭਾਵ ਵੀ ਬੜਾ ਚੰਗਾ ਪੈਂਦਾ ਹੈ। ਬੈਨ ਤਾਂ ਹੋਣਾ ਚਾਹੀਦਾ, ਪਹਿਲੀ ਗੱਲ ਇਹ। ਦੂਸਰਾ, ਬੈਨ ਹੋਣਾ ਕਿੱਦਾਂ, ਕਿਉਂਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਭਗਵੰਤ ਮਾਨ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਇਹ ਕੋਈ ਪਹਿਲੀ ਵਾਰੀ ਨਹੀਂ ਫੈਸਲਾ ਕਰ ਰਹੀ ਕਿ ਆਪਾਂ ਪਲਾਸਟਿਕ ਦੇ ਉੱਤੇ ਪਾਬੰਦੀ ਲਾਉਣੀ ਆ। ਜੇ ਪਿਛਲੇ 15 ਸਾਲਾਂ ਦੀਆਂ ਅਖਬਾਰਾਂ ਚੱਕ ਕੇ ਦੇਖ ਲਈਏ, ਕਿਉਂਕਿ ਰਿਕਾਰਡ ਅਖਬਾਰ 'ਚ ਹੈ, ਰੇਡੀਓ 'ਚ ਰਿਕਾਰਡ ਨਹੀਂ ਹੈ, ਟੀਵੀ 'ਤੇ ਰਿਕਾਰਡ ਨਹੀਂ ਹੈ, ਉਹ ਜੇ ਅਖਬਾਰ ਚੱਕ ਕੇ ਦੇਖ ਲਈਏ ਤਾਂ ਬੜੀ ਵਾਰੀ ਪਾਬੰਦੀਆਂ ਲੱਗੀਆਂ, ਕਦੇ ਰਾਸ਼ਟਰੀ ਪੱਧਰ 'ਤੇ, ਕਦੇ ਸੂਬਾ ਪੱਧਰ 'ਤੇ, ਕਦੇ ਜ਼ਿਲ੍ਹਾ ਪੱਧਰ 'ਤੇ। ਬਹੁਤ ਵਾਰ ਸਰਕਾਰੀ ਅਧਿਕਾਰੀ ਤੇ ਸਿਆਸੀ ਲੀਡਰਾਂ ਦੇ ਬਿਆਨ ਆਉਂਦੇ ਰਿਹਾ, ਕਰੜਾਈ ਨਾਲ, ਸਖਤੀ ਨਾਲ ਲਾਗੂ ਕਰਾਂਗੇ, ਹੁਣ ਨਹੀਂ ਪਲਾਸਟਿਕ ਚੱਲਣ ਦੇਵਾਂਗੇ। ਖਾਸ ਤੌਰ ਦੇ ਉੱਤੇ ਜਦੋਂ ਵਾਤਾਵਰਣ ਦਿਵਸ ਆਉਂਦਾ ਹੈ, ਉਦੋਂ ਤੇ ਇਦਾਂ ਦੇ ਭਾਸ਼ਣ ਬਹੁਤ ਹੁੰਦੇ ਆ। ਚਲੋ, ਪਹਿਲੀਆਂ ਸਰਕਾਰਾਂ ਨੇ ਕੋਸ਼ਿਸ਼ ਕੀਤੀ, ਗੱਲ ਨਹੀਂ ਜੇ ਬਣੀ। ਮੌਜੂਦਾ ਸਰਕਾਰ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥੇਰ ਹੋਰੀ ਕਹਿੰਦੇ ਕਿ ਭਾਈ ਪਾਬੰਦੀ ਹੁਣ ਨਹੀਂ, ਸਾਨੂੰ ਮਜਬੂਰ ਨਾ ਕਰਿਓ ਕਿ ਅਸੀਂ ਕਿਸੇ ਦੇ ਉੱਤੇ ਸਖਤੀ ਕਰੀਏ। ਮੀਥੇਰ ਸਾਹਿਬ, ਬੜੀ ਵਧੀਆ ਗੱਲ ਹੈ, ਬਾਕੀਆਂ ਤੋਂ ਨਹੀਂ ਪਾਬੰਦੀ ਲੱਗੀ, ਜੇ ਤੁਸੀਂ ਲਵਾ ਦਿਓਗੇ ਚੰਗਾ। ਪਰ ਜਿਹੜੀ ਗੱਲ ਗੁਰਪ੍ਰੀਤ ਸੰਧਾਲੀਆ ਸਾਹਿਬ ਤੁਸੀਂ ਰੱਖੀ ਹੈ ਕਿ ਭਾਈ ਰੇਹੜੀ ਵਾਲਾ ਫੜ ਲੈਣਾ, ਆਮ ਬੰਦਾ ਫੜ ਲੈਣਾ, ਚਲਾਨ ਕੱਟ ਲੈਣੇ, ਕਿ ਰੇਹੜੀ ਵਾਲਾ ਕਿਹੜਾ ਲਿਫਾਫੇ ਘਰ ਬਣਾਉਂਦਾ ਹੈ, ਉਹਨੂੰ ਕਿਤਿਓਂ ਆਉਂਦੇ ਆ, ਸਪਲਾਈ ਹੁੰਦੇ ਆ, ਕਿਸੇ ਫੈਕਟਰੀ 'ਚ ਬਣਦੇ ਆ, ਇੰਡਸਟਰੀ ਕਿਤੇ ਲੱਗੀ ਹੋ ਆ, ਕਿ ਤੁਸੀਂ ਸਪਲਾਈ ਬੰਦ ਕਰ ਦਿਓ, ਰੇਹੜੀ ਵਾਲਾ ਸੰਕਟ 'ਚ ਹੀ ਨਾ ਪਵੇ। ਰੇਹੜੀ ਵਾਲੇ ਨੂੰ ਪੁੱਛ ਲਈਏ, ਕਿਉਂਕਿ ਫੈਕਟਰੀ ਵਾਲਾ ਕੀ ਕਹਿੰਦਾ ਸੰਧਾਲੀਆ ਸਾਹਿਬ, ਫੈਕਟਰੀ ਵਾਲਾ ਕਹਿੰਦਾ
ਅਸੀਂ ਜੀ ਕੱਚਾ ਮਾਲ ਲਿਆ ਕੇ ਰੱਖਿਆ, ਅਸੀਂ ਰਾ ਮਟੀਰੀਅਲ ਲਿਆ ਕੇ ਰੱਖਿਆ, ਅਸੀਂ ਤਾਂ ਲੱਖਾਂ ਲਿਫਾਫੇ ਬਣਾ ਕੇ ਰੱਖੇ ਆ। ਤੁਸੀਂ ਪਾਬੰਦੀ ਲਾਤੀ, ਅਸੀਂ ਜਾਵਾਂਗੇ ਕਿੱਧਰ? ਸਾਡਾ ਖਰਚ ਹੋਇਆ। ਰੇਹੜੀ ਵਾਲੇ ਨੂੰ ਪੁੱਛ ਲਓ, ਦੁਕਾਨ ਵਾਲੇ ਨੂੰ ਪੁੱਛ ਲਓ, ਕਹਿੰਦੇ ਜੀ ਮਸਾਂ ਮਸਾਂ ਗਾਹਕ ਆਉਂਦਾ ਹੈ, ਗਾਹਕ ਆ ਕੇ ਲਿਫਾਫਾ ਮੰਗਦਾ ਹੈ, ਅਸੀਂ ਨਹੀਂ ਦੇਵਾਂਗੇ, ਗੁਆਂਢੀ ਦੁਕਾਨਦਾਰ ਦੇ ਦੂਗਾ ਤੇ ਸਾਡੇ ਪੱਲੇ ਗਾਹਕ ਕੋਈ ਨਹੀਂ ਰਹਿਣਾ, ਅਸੀਂ ਕੀ ਕਰੀਏ? ਆਮ ਲੋਕ ਕਹਿੰਦੇ ਜੀ ਕਿਹੜਾ ਝੋਲਾ ਚੱਕੀ ਜਾਵੇ ਉੱਥੇ। ਪਰ ਇੱਕ ਗੱਲ ਸੰਧਾਲੀਆ ਸਾਹਿਬ ਹੈਗੀ ਆ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹੁੰਦਾ ਹੋਇਆ ਵੀ ਇਹ ਜ਼ਰੂਰ ਪੱਖ ਕਲੀਅਰ ਕਰਨਾ ਚਾਹੁੰਦਾ ਕਿ ਭਾਈ ਠੀਕ ਹੈ, ਆਪਾਂ ਕਹਿੰਦੇ ਆ ਕਿ ਭਾਈ ਫੈਕਟਰੀ ਵਾਲੇ ਬੰਦ ਨਹੀਂ ਕਰਦੇ, ਰੇਹੜੀ ਵਾਲੇ। ਮੈਨੂੰ ਲੱਗਦਾ ਕਿ ਇੱਥੇ ਪੰਜਾਬ ਦੇ ਆਮ ਲੋਕਾਂ ਦੀ ਡਿਊਟੀ ਹੈ, ਜ਼ਿੰਮੇਵਾਰੀ ਉਹਨਾਂ ਦੀ ਹੈ। ਸਾਡੇ ਛੱਪੜਾਂ ਦੇ ਵਿੱਚ ਹੇਠਲੇ ਪਾਸੇ ਲਿਫਾਫਿਆਂ ਦੀ ਪਲਾਸਟਿਕ ਦੀ ਲੇਅਰ ਹੈ, ਪਾਣੀ ਥੱਲੇ ਜਾਂਦਾ ਹੀ ਨਹੀਂ, ਜੀਰਦਾ ਹੀ ਨਹੀਂ। ਸਾਡੇ ਪਿੰਡਾਂ ਸ਼ਹਿਰਾਂ ਦੇ ਨੇੜੇ ਨੇੜੇ ਜਿਹੜੇ ਖੇਤ ਲੱਗਦੇ ਆ, ਬਿਲਕੁਲ ਗੁਆਂਢ 'ਚ ਲਿਫਾਫੇ ਹੀ ਲਿਫਾਫੇ, ਧਰਤੀ ਖਰਾਬ ਹੋਈ ਜਾ ਰਹੀ ਹੈ। ਦੂਜੇ ਪਾਸੇ ਆਪਾਂ ਮਾੜਾ ਮੋਟਾ ਕੁਛ ਲਿਆਉਂਦੇ ਆ, ਲਿਫਾਫਾ ਪਾੜ ਕੇ ਢੇਰ ਦੇ ਉੱਤੇ ਸੁੱਟਦੇ ਆ, ਪਸ਼ੂ ਉਹਦੇ ਨਾਲ ਲੱਗੀ ਹੋਈ ਲਿਬੜਿਆ ਲਿਫਾਫਾ ਜਿਹੜਾ ਉਹ ਚੀਜ਼ ਖਾਣ ਦੀ ਕੋਸ਼ਿਸ਼ ਕਰਦਾ, ਲਿਫਾਫਾ ਉਹਦੇ ਢਿੱਡ 'ਚ ਜਾਂਦਾ, 20 ਤਰ੍ਹਾਂ ਦੀਆਂ ਬਿਮਾਰੀਆਂ ਤੜਫ ਤੜਫ ਕੇ ਸਾਡੇ ਪਸ਼ੂ ਮਰਦੇ ਆ। ਹੋਰ 20 ਚੀਜ਼ਾਂ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਸਕਦਾ। ਸਵਾਲ ਸੰਧਾਲੀਆ ਸਾਹਿਬ ਇਹ ਪੈਦਾ ਹੁੰਦਾ ਹੈ ਕਿ ਜੇ ਸਾਡੀਆਂ ਨਾਨੀਆਂ, ਦਾਦੀਆਂ, ਬਜ਼ੁਰਗ ਬੀਬੀਆਂ, ਬਜ਼ੁਰਗ ਬੰਦੇ ਉਹ ਕੱਪੜੇ ਦੇ ਫੁੱਲਾਂ ਵਾਲੇ ਝੋਲੇ, ਇੱਕ ਵਿਸ਼ੇਸ਼ ਤਰ੍ਹਾਂ ਦੀਆਂ ਟੋਕਰੀਆਂ ਹੁੰਦੀਆਂ ਸੀ ਬੀਬੀਆਂ ਦੇ ਕੋਲੇ, ਉੱਪਰੋਂ ਫੜ ਲੈਣੀਆਂ, ਜੂਟ ਦੇ ਹੁੰਦੇ ਸੀ ਬਸਤੇ। ਜੇ ਅਸੀਂ ਉਹ ਸਾਰਾ ਕੁਝ ਸਾਈਕਲ ਤੇ ਰੱਖ ਕੇ, ਸਕੂਟਰ ਤੇ ਰੱਖ ਕੇ ਪਹਿਲਾਂ ਲਿਜਾ ਸਕਦੇ ਸੀ, ਅੱਜ ਸਾਡੀ ਫੀਤੀ ਲਿੱਥਦੀ ਹੈ। ਜੇ ਅਸੀਂ ਡਿਮਾਂਡ ਹੀ ਨਹੀਂ ਕਰਾਂਗੇ, ਰੇਹੜੀ ਵਾਲਾ ਮਜਬੂਰ ਨਹੀਂ ਹੋਊਗਾ। ਜੇ ਰੇਹੜੀ ਵਾਲਾ ਖਰੀਦੂਗਾ ਨਹੀਂ ਤਾਂ ਫੈਕਟਰੀ ਵਾਲੇ ਨੇ ਕੀ ਕਰਨੇ ਆ ਬਣਾ ਕੇ। ਸੋ ਕਿਤੇ ਨਾ ਕਿਤੇ ਡਿਮਾਂਡ ਆਮ ਲੋਕਾਂ ਤੋਂ ਪੈਦਾ ਹੋ ਰਹੀ ਹੈ ਤੇ ਉੱਪਰਲੇ ਪਾਸੇ ਤੱਕ ਜਾ ਰਹੀ ਹੈ। ਸਰਕਾਰਾਂ ਕਸੂਰਵਾਰ ਨੇ, ਮੌਜੂਦਾ ਵੀ ਤੇ ਪਿਛਲੀਆਂ ਵੀ, ਜਿਹੜੀਆਂ ਕਿ ਲਿਫਾਫੇ ਬਣਾਉਣ ਤੋਂ ਬੰਦ ਕਰਨ 'ਚ ਕਾਮਯਾਬ ਨਹੀਂ ਹੋਈਆਂ। ਪਰ ਆਪਾਂ ਸਰਕਾਰਾਂ ਦੇ ਉੱਤੇ ਸਿੱਟ ਕੇ ਚੁੱਪ ਨਹੀਂ ਨਾ ਬਹਿ ਸਕਦੇ, ਕਿਉਂਕਿ ਨੁਕਸਾਨ ਤਾਂ ਸਾਡਾ ਹੈ। ਤੇ ਜਦੋਂ ਸਾਡਾ ਨੁਕਸਾਨ ਹੁੰਦਾ, ਕੋਈ ਪੈਸੇ ਨਹੀਂ ਲੱਗਦੇ, ਕੋਈ ਪਾਕਿਸਤਾਨ ਨਹੀਂ ਡਰੋਨ ਦੇ ਰਾਹੀਂ ਲਿਫਾਫੇ ਸਿੱਟਦਾ, ਕੋਈ ਸਾਨੂੰ ਸਿਆਸਤਦਾਨ ਵੋਟਾਂ ਵੇਲੇ ਲਿਫਾਫੇ ਵੰਡ ਕੇ ਨਹੀਂ ਜਾਂਦਾ, ਜ਼ਰੂਰ ਵਰਤੋ। ਇਹ ਤਾਂ ਸਾਡੀ ਆਪਣੀ ਇੱਛਾ ਸ਼ਕਤੀ ਆ ਨਾ। ਜੇ ਪੰਜਾਬ ਬਚਾਉਣ ਲਈ ਇੰਨਾ ਵੀ ਨਹੀਂ ਕਰਨਾ, ਫਿਰ ਬਹੁਤ ਵੱਡੀ ਕ੍ਰਾਂਤੀ ਦੀ ਆਸ ਉਸ ਤਾਂ ਭਾਵੇਂ ਨਾ ਹੀ ਰੱਖੀਏ। ਨਹੀਂ, ਗੱਲ ਠੀਕ ਹੈ। ਜ਼ਿੰਮੇਵਾਰੀ ਤੇ ਦੇਖੋ ਹਰੇਕ ਨੂੰ ਨਿਭਾਉਣੀ ਪੈਣੀ ਆ। ਵੈਸੇ ਵਾਰ ਸਾਹਿਬ ਤੁਸੀਂ ਤੇ ਚਲੋ ਪੁਰਾਣੇ ਆਏ ਹੋ, ਉਦੋਂ ਤੇ ਗੋਰੇ ਵੀ ਨਹੀਂ ਸੀ ਆਏ ਇੱਥੇ, ਪਰ ਮੇਰੇ ਆਇਆਂ ਤੋਂ ਮੈਂ ਇੱਕ ਤਬਦੀਲੀ ਜ਼ਰੂਰ ਇੱਥੇ ਦੇਖੀ ਕਿ ਵੀ ਪਹਿਲਾਂ ਲਿਫਾਫੇ ਮਿਲਦੇ ਸੀ ਇੱਥੇ ਆਮ। ਜਦੋਂ ਆਪਾਂ ਕਿਸੇ ਦੁਕਾਨ ਤੇ ਜਾਂਦੇ ਸੀ, ਪਲਾਸਟਿਕ ਵਾਲੇ ਵੀ ਹੁੰਦੇ ਸੀ, ਸਾਰੀ ਤਰ੍ਹਾਂ ਦੇ ਹੁੰਦੇ ਸੀ। ਫਿਰ ਇੱਕ ਦਿਨ ਇੱਕ ਮੈਸੇਜ ਆਉਂਦਾ ਸੀ ਵੀ ਇਸ ਤਰੀਕ ਤੋਂ ਬਾਅਦ ਕਿਸੇ ਦੁਕਾਨ ਤੇ ਲਿਫਾਫਾ ਨਹੀਂ ਮਿਲਣਾ। ਕਿਸੇ ਤੁਸੀਂ ਮਾਲ 'ਚ ਜਾਂਦੇ ਹੋ, ਕਿਸੇ ਗਰੋਸਰੀ ਸ਼ਾਪ ਤੇ ਜਾਂਦੇ ਹੋ, ਫਿਰ ਅਗਲਾ ਨੇ ਲਿਖ ਕੇ ਚਿੱਟ ਵੀ ਲਾਤੀ ਵੀ ਵੀਰ ਮੇਰੇ ਉਹ ਇੰਨੀ ਤਰੀਕ ਤੱਕ ਮਿਲਣਾ, ਉਹਦੇ ਤੋਂ ਬਾਅਦ ਨਹੀਂ ਜੀ ਮਿਲਣਾ, ਪ੍ਰਬੰਧ ਕਰ ਲਿਓ ਆਪਣਾ। ਹਾਂ, ਜੇ ਮਿਲੇਗਾ ਤੇ ਹੋ ਸਕਦਾ ਵੀ ਉਹ ਕਾਗਜ਼ ਦਾ ਹੋਵੇ ਜਾਂ ਇੱਕ ਡਿਫਰੈਂਟ ਰੀਯੂਜ਼ੇਬਲ ਝੋਲਾ ਜਿਹਾ ਟਾਈਪ ਹੋਵੇ, ਉਹਦੇ ਲਈ ਤੁਸੀਂ ਪੇ ਕਰਨਾ। ਆਪਾਂ ਇੱਥੇ ਦੇਖ ਲਿਆ ਵੀ ਜਿਹੜੀ ਤਰੀਕ ਲਿਖੀ ਸੀ ਉਸ ਤਰੀਕ ਤੋਂ ਚੇਂਜ ਹੋਈ, ਐਂਡ ਉਹਦੇ ਤੋਂ ਬਾਅਦ ਉਹ ਗੱਲ ਜਿਵੇਂ ਕਹੀ ਗਈ ਸੀ ਉੱਦਾਂ ਹੀ ਹੋਈ। ਇਹ ਵੀ ਪਲਾਸਟਿਕ ਵਾਲਾ ਲਿਫਾਫਾ ਹੈ ਨਹੀਂ, ਹਾਂ ਕਾਗਜ਼ ਦੇ ਲਿਫਾਫੇ ਹੈਗੇ ਆ, ਤੁਸੀਂ ਵੱਡਾ ਲੈਣਾ ਛੋਟਾ ਲੈਣਾ, ਉਹਦੇ ਲਈ ਵੀ ਅਗਲਾ ਨੇ ਰੇਟ ਰੱਖਿਆ ਵੀ ਵੀਰ ਇੰਨੇ ਦਾ ਮਿਲਣਾ, ਜੇ ਤੂੰ ਲੈਣਾ ਜੀ ਸਦਕੇ ਲੈ, ਨਹੀਂ ਲੈਣਾ ਤੇ ਭਾਈ ਤੂੰ ਨਾ ਲੈ। ਹਾਂ, ਝੋਲਾ ਜਿਹਾ ਉਹ ਵੀ ਤੁਸੀਂ ਇੱਕ ਵਾਰ ਕੁਛ ਪੈਸੇ ਦੇ ਕੇ ਖਰੀਦ ਲਓ। ਉਸ ਤੋਂ ਬਾਅਦ ਆਪਾਂ ਇੱਥੇ ਆਮ ਦੇਖਦੇ ਹਾਂ ਵੀ ਜੇ ਆਪਣੇ ਪਰਿਵਾਰ, ਆਪਣਾ ਇੱਥੇ ਪੰਜਾਬੀ ਭਾਈਚਾਰਾ ਜਿਹੜਾ ਉਹ ਹੋ ਗਿਆ, ਹੋਰ ਛੱਡੋ ਜਿਹੜੇ ਤੁਹਾਡੇ ਤੋਂ ਬਾਅਦ ਆਏ ਨੇ ਗੋਰਿਆਂ ਦੀ ਮੈਂ ਗੱਲ ਕਰਨ ਲੱਗਾ, ਉਹ ਵੀ ਅਗਲਾ ਬੰਦਾ ਆਪਣੀ ਮਹਿੰਗੀ ਗੱਡੀ 'ਚ ਉਤਰਦਾ, 2 ਝੋਲੇ ਉਹਨੇ ਵੀ ਕੱਚ 'ਚ ਦਿੱਤੇ ਹੁੰਦੇ ਆ ਵੀ ਮੈਂ ਸੌਦਾ ਲੈਣ ਚੱਲਿਆ, ਗਰੋਸਰੀ ਲੈਣ ਚੱਲਿਆ ਤੇ ਮੈਂ ਭਾਈ ਸਾਹਿਬ ਨਾਲ ਲੈ ਕੇ ਜਾਣਾ। ਹੁਣ ਗੱਲ ਇਹ ਹੈ ਵੀ ਜੇ ਇਹ ਆਪਾਂ ਇਹਨਾਂ ਮੁਲਕਾਂ ਵਾਲਿਆਂ ਨੂੰ ਐਡਵਾਂਸ ਮੁਲਕ ਦੇ ਵਸਨੀਕ ਕਹਿ ਲੈਂਦੇ ਆ, ਜੇ ਇਹਨਾਂ ਨੂੰ ਸਮਝ ਸੋਝੀ ਆ ਜਾਂਦੀ ਆ ਤੇ ਫਿਰ ਮੈਨੂੰ ਲੱਗਦਾ ਵੀ ਜੇ ਆਪਾਂ ਰੀਸ ਹੀ ਕਰਨੀ ਆ ਵੀ ਯਾਰ ਥੋੜ੍ਹੇ ਐਡਵਾਂਸ ਲੋਕਾਂ ਦੀ ਕਰਨੀ ਆ, ਤੇ ਫਿਰ ਥੋੜ੍ਹੀ ਆਪਾਂ ਨੂੰ ਵੀ ਕਰ ਲੈਣੀ ਚਾਹੀਦੀ। ਆਪਾਂ ਤੇ ਨਿਕਲ ਹੀ ਉੱਥੋਂ ਸੀਗੇ, ਜਿਹੜੀ ਤੁਸੀਂ ਉਹ ਫੁੱਲਾਂ ਵਾਲੇ ਝੋਲਿਆਂ ਦੀ ਗੱਲ ਕੀਤੀ ਤੇ ਤੁਸੀਂ ਟੋਕਰੀਆਂ ਦੀ ਗੱਲ ਕੀਤੀ, ਮੇਰਾ ਖਿਆਲ ਫਿਰ ਆਪਣਾ ਤੇ ਆਲਰੇਡੀ ਕਲਚਰ ਰਿਹਾ ਸੀਗਾ, ਆਪਾਂ ਨੂੰ ਤੇ ਫਿਰ ਮੇਰੇ ਖਿਆਲ ਨਾਲ ਸੰਗ ਸ਼ਰਮ ਹੋਣੀ ਨਹੀਂ ਚਾਹੀਦੀ ਇਹਦੇ 'ਚ ਕੋਈ। ਸੰਧਾਲੀਆ ਸਾਹਿਬ ਉਹ ਚੀਜ਼ ਹੀ ਬੜੀ ਵਧੀਆ ਸੀ, ਟੋਕਰੀ ਉਹਦੇ ਵਿੱਚ ਕਲੀਆਂ ਹੁੰਦੀਆਂ ਸੀ, ਦੂਰੋਂ ਹੀ ਪਤਾ ਲੱਗ ਜਾਂਦਾ ਸੀ ਭੂਆ ਹੁਣ ਕੀ ਸੇਬ ਲੈ ਕੇ ਆਈ ਹੈ, ਕੇਲੇ ਲੈ ਕੇ ਆਈ ਹੈ ਕਿ ਆਲੂ ਬੁਖਾਰੇ ਆ। ਦੂਰੋਂ ਹੀ ਪਤਾ ਲੱਗ ਜਾਂਦਾ ਸੀ ਕਿ ਮਾਮਾ ਤਾਂ ਮਾਮੀ ਆਏ ਆ, ਮਾਮੀ ਨੇ ਟੋਕਰੀ ਫੜੀ ਆ ਉਹ, ਤੇ ਉਹਦੇ ਵਿੱਚ ਦੀ ਕੀ ਹੈ, ਕਿਉਂਕਿ ਫਿਰ ਬੰਦਾ ਉਸ ਹਿਸਾਬ ਨਾਲ ਮੂਡ ਜਿਹਾ ਬਣਾ ਲੈਂਦਾ ਹੈ ਕਿ 5-7 ਮਿੰਟਾਂ ਤੱਕ ਕੁਛ ਨਾ ਕੁਛ ਤਾਂ ਭਾਈ ਹੱਥ 'ਚ ਆ ਹੀ ਜਾਣਾ। ਹਾਂ, ਇੱਕ ਗੱਲ ਜ਼ਰੂਰ ਹੈ ਸੰਧਾਲੀਆ ਸਾਹਿਬ, ਅਸੀਂ ਕਈ ਚੀਜ਼ਾਂ ਦਾ ਵਿਰੋਧ ਕਰਦੇ ਹਾਂ, ਕਈ ਚੀਜ਼ਾਂ ਦਾ ਨਹੀਂ ਕਰਦੇ। ਅਸੀਂ ਕਹਿੰਦੇ ਹਾਂ ਕਿ ਲਿਫਾਫਾ 2 ਨੰਬਰ 'ਚ ਸਪਲਾਈ ਹੁੰਦਾ ਹੈ। ਪੰਜਾਬ ਦੇ ਆਮ ਲੋਕਾਂ ਦੀ ਗੱਲ ਹੈ ਨਾ, ਜਦੋਂ ਆਪਣੇ ਤੇ ਆਉਂਦੀ ਹੈ ਗੱਲਾਂ ਸੁਣਨੀਆਂ ਔਖੀਆਂ ਹੁੰਦੀਆਂ। ਲਿਫਾਫਾ ਜੀ 2 ਨੰਬਰ 'ਚ ਸਪਲਾਈ ਹੁੰਦਾ, ਫਿਰ ਕੀ ਕਰੀਏ? ਜੇ ਸਪਲਾਈ ਹੁੰਦਾ ਤਾਂ ਫਿਰ ਵਰਤਣਾ ਹੀ ਹੈ। ਨਸ਼ਾ ਵੀ ਤਾਂ 2 ਨੰਬਰ 'ਚ ਹੀ ਸਪਲਾਈ ਹੁੰਦਾ, ਅਸੀਂ ਚੀਕਾਂ ਮਾਰਦੇ ਹਾਂ।
ਲਿਫਾਫਾ ਹੀ ਸਾਰੇ ਵਰਤ ਲੈਂਦੇ ਆ ਪਲਾਸਟਿਕ, ਤਾਂ ਨਸ਼ਾ ਕਿਤੇ ਸਾਰੇ ਵਰਤਦੇ ਆ। ਉਦੋਂ ਅਸੀਂ ਕਹਿੰਦੇ ਹੁੰਦੇ ਕਿ ਨਸ਼ਾ ਕੋਈ ਕਿਤੇ ਮੂੰਹ 'ਚ ਤਾਂ ਨਹੀਂ ਪਾ ਚੱਲਾ, ਨਸ਼ਾ ਬੰਦਾ ਕਰਦਾ ਤਾਂ ਆਪ ਹੀ ਆ, ਜੇ ਉੱਪਰੋਂ ਸਪਲਾਈ ਹੁੰਦਾ ਨਾ ਕਰੋ ਨਸ਼ਾ, ਬੰਦੇ ਬਣੋ। ਤਾਂ ਲਿਫਾਫਾ ਵੀ ਕਿਹੜਾ ਕੋਈ ਧੱਕੇ ਨਾਲ ਹੱਥ 'ਚ ਫੜਾਉਂਦਾ ਕਿ ਤੁਸੀਂ ਜੇ ਗੋਭੀ ਦਾ ਫੁੱਲ ਚਿੱਟੇ ਰੰਗ ਦਾ ਆਹ ਲਿਫਾਫੇ 'ਚ ਪਾ ਕੇ ਨਗਾਰਾ, ਦੁਕਾਨਦਾਰ ਨੇ ਤੁਹਾਨੂੰ ਮਨਾ ਕਰ ਦੇਣਾ ਹੀ। ਜਾਣੀ ਦੋ ਚੀਜ਼ਾਂ 2 ਨੰਬਰ 'ਚ ਸਪਲਾਈ ਹੁੰਦੀਆਂ। ਇੱਕ ਦਾ 95, 98, 99% ਪੰਜਾਬੀ ਵਿਰੋਧ ਕਰਦੇ ਆ ਕਿ ਭਾਈ ਇਹਦੇ ਕੋਲ ਦੀ ਨਹੀਂ ਲੰਘਣਾ। ਜਿਹੜਾ ਬੰਦਾ ਨਸ਼ਾ ਵੇਚਦਾ, ਨਸ਼ਾ ਕਰਦਾ, ਉਹਦੇ ਕੋਲ ਦੀ ਥੋੜ੍ਹੀ ਲੰਘਦੇ ਆ। ਤੇ ਦੂਸਰੇ ਪਾਸੇ ਤਾਂ ਲਿਫਾਫੇ ਲਿਫਾਫੇ ਤਾਂ ਫਿਰ ਵਰਤਣੇ ਹੋਏ, ਲਿਫਾਫਿਆਂ ਤੋਂ ਬਿਨਾਂ ਕਿੱਦਾਂ। ਸੰਧਾਲੀਆ ਸਾਹਿਬ ਤੁਸੀਂ ਆਪਦੀ ਟਿੱਪਣੀ ਦੇ ਦਿਓ। ਮੈਂ ਇੱਕ ਤੁਹਾਡੇ ਰਾਹੀਂ ਬੇਨਤੀ ਕਰਨੀ ਆ ਸਾਰਿਆਂ ਨੂੰ ਕਿ ਸਾਨੂੰ ਲੱਗਦਾ ਯਾਰ ਮੈਂ ਕੱਪੜੇ ਦਾ ਝੋਲਾ ਫੜ ਕੇ ਬਾਜ਼ਾਰ ਜਾਊਂਗਾ, ਮੈਂ ਤੁਰਿਆ ਫਿਰੂੰਗਾ ਉੱਥੇ ਕਿ ਮੈਂ ਉੱਥੋਂ ਉਹਨੂੰ ਕਹੂੰਗਾ ਕਿ ਆਹ ਗੋਭੀ, ਆਹ ਮਟਰ, ਆਹ ਚੀਜ਼ਾਂ ਮੇਰੇ ਝੋਲੇ 'ਚ ਪਾ ਦੇ। ਮੈਂ ਹੁਣ ਸਕੂਟਰ ਸਾਈਕਲ ਤੇ ਗੱਡੀ ਦੇ ਵਿੱਚੋਂ ਨਿਕਲ ਕੇ ਮੇਰੇ ਝੋਲਾ ਹੱਥ 'ਚ ਫੜਿਆ ਹੋਊ, ਮੇਰੀ ਇੱਜ਼ਤ ਨਹੀਂ ਰਹਿੰਦੀ। ਸੰਧਾਲੀਆ ਸਾਹਿਬ ਮੈਂ ਕਹਿੰਦਾ ਕਿ ਜਦੋਂ ਕੋਈ ਮਜ਼ਦੂਰ, ਕੋਈ ਕਿਸਾਨ ਫਾਹ ਲੈ ਕੇ ਮਰਦਾ ਉਦੋਂ ਸਾਡੀ ਬੜੀ ਇੱਜ਼ਤ ਰਹਿੰਦੀ ਹੈ। ਜਦੋਂ ਕੈਂਸਰ ਐਕਸਪ੍ਰੈਸ ਭਰ ਕੇ ਤੁੰਨ ਕੇ ਨੱਕੋ ਨੱਕ ਰੋਣ ਹੱਕੇ ਚਿਹਰੇ ਹੁੰਦੇ ਆ ਪੰਜਾਬ ਦੇ ਮਰੀਜ਼ਾਂ ਦੇ, ਬੀਕਾਨੇਰ ਨੂੰ ਜਾਂਦੀ ਹੈ, ਉਦੋਂ ਸਾਡੇ ਬੜੀਆਂ ਫੀਤੀਆਂ ਲੱਗਦੀਆਂ ਇੱਥੇ। ਜਦੋਂ ਸਾਨੂੰ ਪਤਾ ਲੱਗਦਾ ਕਿ ਪਾਣੀ ਗਿਆ, ਹੋਰ ਗਿਆ ਥੱਲੇ ਨੂੰ 400 ਫੁੱਟ 500 ਫੁੱਟ, ਉਦੋਂ ਸਾਡੀ ਕੋਈ ਬੇਇੱਜ਼ਤੀ ਨਹੀਂ ਹੁੰਦੀ ਭਾਈ। ਜਦੋਂ ਸਾਨੂੰ ਪਤਾ ਲੱਗਦਾ ਸਕੂਲ 'ਚ ਮਾਸਟਰ ਨਹੀਂ, ਹਸਪਤਾਲ 'ਚ ਡਾਕਟਰ ਨਹੀਂ, ਸਾਡੇ ਕੋਲ ਟ੍ਰੇਨਰ ਨਹੀਂ, ਸਾਡੇ ਕੋਲ ਮੈਦਾਨ ਨਹੀਂ, ਸਾਡੇ ਕੋਲ ਐਸਟ੍ਰੋਟਰਫ ਨਹੀਂ, ਉਦੋਂ ਸਾਡੀ ਬੜੀ ਇੱਜ਼ਤ ਵੱਧਦੀ ਹੈ। ਜਦੋਂ ਸਾਡੇ ਤੇ ਕੁੜੀ ਮਾਰਾਂ ਦਾ ਕਲੰਕ ਲੱਗਦਾ ਸੀ, ਜਦੋਂ ਕੋਈ ਵੀ ਲੀਡਰ ਦਿੱਲੀੋਂ ਉੱਠ ਕੇ ਆ ਕੇ ਕਹਿੰਦਾ ਇੰਨੇ % ਪੰਜਾਬੀ ਨਸ਼ਾ ਕਰਦੇ ਆ, ਉਦੋਂ ਸਾਡੀ ਇੱਜ਼ਤ ਬੜੀ ਤਾਂ ਨੂੰ ਜਾਂਦੀ ਹੈ। ਤੇ ਜਦੋਂ ਸਾਨੂੰ ਝੋਲਾ ਚੱਕ ਕੇ ਜਾਣਾ ਪੈਂਦਾ ਉਦੋਂ ਲੈ ਮੈਂ ਝੋਲਾ ਚੱਕ, ਮੈਂ ਸਰਦਾਰ ਬੰਦਾ, ਮੈਂ ਇੱਦਾਂ, ਮੈਂ ਥੋੜ੍ਹੀ ਝੋਲਾ ਚੱਕ ਲਿਫਾਫਾ ਉਹ ਤੋਂ ਲਵਾਂਗੇ, ਡਬਲ ਕਰਾਵਾਂਗੇ ਅਸੀਂ ਲਿਫਾਫਾ। ਉਹ ਭਾਈ ਕਿਤੇ ਨਾ ਕਿਤੇ ਉਹ ਫੋਕੀਆਂ ਚੀਜ਼ਾਂ ਦੇ ਵਿੱਚੋਂ ਬਾਹਰ ਤਾਂ ਨਿਕਲਣਾ ਪਊਗਾ। ਜੇ ਬਾਰ-ਬਾਰ ਸਰਕਾਰਾਂ ਨੂੰ ਫੈਸਲੇ ਕਰਨੇ ਪੈਂਦੇ, ਮੁੜ ਕੇ ਇੰਪਲੀਮੈਂਟ ਨਹੀਂ ਹੁੰਦੇ, ਆਪਾਂ ਉਹਨਾਂ ਨੂੰ ਤਾਂ ਦੋਸ਼ੀ ਕਰਾਰ ਦੇਣਾ ਹੀ ਆ, ਉਹਨਾਂ ਦੀ ਡਿਊਟੀ ਤਾਂ ਹੈਗੀ ਆ। ਪਰ ਕਿਤੇ ਨਾ ਕਿਤੇ ਸਾਡੀ ਵੀ ਤਾਂ ਡਿਊਟੀ ਹੈ ਨਾ। ਆਪਾਂ ਸਰਕਾਰਾਂ ਦੇ ਹੱਥਾਂ ਵੱਲ ਹੀ ਸੰਧਾਲੀਆ ਸਾਹਿਬ ਅੱਜ ਤੱਕ ਦੇਖਿਆ। ਪਾਣੀ ਗਿਆ, ਪੰਜਾਬੀ ਇਲਾਕੇ ਗਏ, ਸਾਡੀ ਪੰਜਾਬੀ ਭਾਸ਼ਾ ਪੰਜਾਬ 'ਚ ਉੱਡ ਚੱਲੀ ਜੇ, ਸਾਡੇ ਨਿਆਣੇ ਮਜਬੂਰੀ ਬਸ ਬਾਹਰ ਚੱਲੇ ਆ, ਸਾਰਾ ਕੁਛ ਇਹਦੇ ਚਲੇ ਗਿਆ। ਹੁਣ ਕਿੰਨੀ ਕੁ ਦੇਰ ਇਹ ਨਾਲ ਦੇਖਦੇ ਆ ਨਾ, ਕੁਛ ਨਾ ਕੁਛ ਆਪ ਵੀ ਕਰ ਲਈਏ। ਕੀ ਆਂਦੇ? ਨਹੀਂ, ਬਿਲਕੁਲ ਠੀਕ ਆ। ਵੈਸੇ ਤਾਂ ਤੁਸੀਂ 2 ਚੀਜ਼ਾਂ ਦਾ ਚੇਤਾ ਕਰਾਇਆ ਸੀ, ਇੱਕ ਕੱਪੜੇ ਵਾਲੇ ਝੋਲੇ ਤੇ ਇੱਕ ਟੋਕਰੀ। ਇੱਕ ਨਾ ਉਹਦੇ 'ਚ ਇੱਕ ਤੀਜੀ ਫਾਰਮ ਆ, ਉਹ ਆਮ ਪਿੰਡਾਂ ਵਾਲਿਆਂ ਨੇ ਹੁਣ ਵੀ ਵਰਤਦੇ ਨੇ, ਵਿਰਲੇ ਟਾਵੇਂ, ਪਰ ਪਹਿਲਾਂ ਇਸ ਤੋਂ ਪਹਿਲਾਂ ਬਹੁਤ ਸੀ। ਉਹ ਸੀ ਖਾਦ ਵਾਲੀ ਜਿਹੜੀ ਬੋਰੀ ਹੁੰਦੀ ਉਹਦਾ ਝੋਲਾ। ਉਹਦਾ ਵੀ ਝੋਲਾ 2 ਤਰ੍ਹਾਂ ਦਾ ਹੁੰਦਾ। ਇੱਕ ਤਾਂ ਆਮ ਸਿੰਪਲ ਝੋਲਾ ਵੀ ਖਾਦ ਵਾਲੀ ਬੋਰੀ ਕੱਟੀ ਤੇ ਮਾਤਾ ਨੇ ਬਣਾਤਾ, ਉਹ ਝੋਲਾ 2 ਤਣੀਆਂ ਲਾਤੀਆਂ ਤੇ ਕਲੋ ਕੰਮ ਸੈੱਟ ਆ। ਇੱਕ ਉਹਦੇ 'ਤੇ ਮੈਂ ਵੇਖਿਆ, ਜੇ ਕਿਸੇ ਕੋਲੇ ਹੋਵੇ ਜਾਂ ਬਣਾਇਆ ਹੋਵੇ ਜਾਂ ਵਰਤਿਆ ਹੋਵੇ, ਟਿੱਪਣੀ ਜ਼ਰੂਰ ਕਰਿਓ। ਸੀ ਉੱਤੇ WhatsApp ਉੱਨ ਦੇ ਨਾਲ ਕਢਾਈ ਕਰ ਲੈਣੀ ਜੀ, ਖਾਦ ਵਾਲੇ ਬੋਰੇ ਦਾ ਝੋਲਾ, ਉਹਦੇ 'ਤੇ ਉੱਨ ਦੀ ਕਢਾਈ। ਉਹ ਵਾਲਾ ਬੈਗ, ਉਹ ਵਾਲਾ ਝੋਲਾ ਜੇ ਕਿਸੇ ਨੇ ਵਰਤਿਆ ਜਾਂ ਹੁਣ ਵੀ ਹੈਗਾ ਤਾਂ ਜ਼ਰੂਰ ਤੁਸੀਂ ਟਿੱਪਣੀ ਕਰਿਓ। ਹੁਣ ਜੇ ਗੱਲ ਇਹ ਆ ਵੀ ਉਦੋਂ ਆਪਾਂ ਵਰਤ ਲੈਂਦੇ ਸੀ ਤੇ ਹੁਣ ਜਦੋਂ ਆਪਾਂ ਨੂੰ ਜਾਪਦਾ ਵੀ ਯਾਰ ਉਹਨਾਂ ਚੀਜ਼ਾਂ ਦਾ ਨੁਕਸਾਨ ਆ ਜਿਹੜੇ ਆਪਾਂ ਲਿਫਾਫਿਆਂ ਤੋਂ ਬਚੀਏ, ਤੇ ਫਿਰ ਆਪਾਂ ਨੂੰ ਦੁਬਾਰਾ ਉਹ ਤਾਂ ਖਾਦ ਵਾਲੀ ਬੋਰੀ ਤਾਂ ਘਰੇ ਹੀ ਹੁੰਦੀ ਹੈ, ਆਪਾਂ ਉਹਦਾ ਵੀ ਤਾਂ ਝੋਲਾ ਬਣਾ ਕੇ ਵਰਤੀ ਸਕਦੇ ਹਾਂ। ਉਹ ਇਹੋ ਜਿਹਾ ਝੋਲਾ ਵੀ ਜਿਹਨੇ ਤੁਹਾਡੇ 2-4 ਮਹੀਨੇ ਕੱਢ ਵੀ ਦੇਣੇ, ਭਾਵੇਂ ਰੋਜ਼ ਸਬਜ਼ੀ ਲਿਆਇਆ ਕਰੀਏ ਜਾਂ ਸ਼ਹਿਰੋਂ ਸੌਦਾ ਲਿਆਇਆ ਕਰੀਏ ਪਾ ਕੇ। ਨਹੀਂ, ਬੜਾ ਜ਼ਰੂਰੀ ਹੈ ਸੰਧਾਲੀਆ ਸਾਹਿਬ। ਮੈਨੂੰ ਤਾਂ ਐਂ ਵੀ ਲੱਗਦਾ, ਦੇਖੋ ਕਈ ਚੀਜ਼ਾਂ ਮੁਸ਼ਕਲ ਹੁੰਦੀਆਂ। ਕੋਈ ਵੀ ਬੰਦਾ ਕਹਿ ਸਕਦਾ ਡਿਊਟੀਆਂ ਸਰਕਾਰਾਂ ਦੀਆਂ ਹੋਣੀਆਂ, ਸਰਕਾਰਾਂ ਦੀਆਂ। ਜਦੋਂ ਆਪਾਂ ਹਸਪਤਾਲ ਦੇ ਮੰਜੇ ਤੇ ਪਏ ਹੁੰਦੇ ਹਾਂ, ਦਵਾਈ ਲੱਭਦੀ ਨਹੀਂ ਹੁੰਦੀ, ਉਦੋਂ ਸਰਕਾਰ ਆਉਂਦੀ ਨਹੀਂ। ਉਦੋਂ ਸਾਡੀ ਆਪਣੀ ਜੇਬ ਜਿਹੜੀ ਹੈ ਉਹਦੇ ਤੋਂ ਪਤਾ ਲੱਗਦਾ ਕਿ ਕਹਾਣੀ ਕੀ ਹੈ। ਹੁਣ ਇਹ ਵੀ ਨਾਲ ਦੀ ਨਾਲ ਗੱਲ ਹੈ ਸੰਧਾਲੀਆ ਸਾਹਿਬ, ਪੈਂਟ ਦੇ ਝੋਲੇ ਬਣਦੇ ਹੁੰਦੇ, ਪੈਂਟਾਂ ਦੇ, ਪੁਰਾਣੀਆਂ ਪੈਂਟਾਂ ਦੇ ਵੀ ਝੋਲੇ ਬਣਦੇ ਰਹੇ, ਕਿਉਂਕਿ ਪੈਂਟ ਦਾ ਕੱਪੜਾ ਥੋੜ੍ਹਾ ਜਿਹਾ ਵੱਧ ਮਜ਼ਬੂਤ ਹੁੰਦਾ। ਬੜੇ ਲੋਕ ਵਰਤੋਂ ਕਰਦੇ ਰਹੇ ਉਹਦੀ। ਜੇ ਕੋਈ ਕਰਦਾ ਰਿਹਾ ਪੈਂਟ ਦੇ ਝੋਲੇ ਦੀ ਤਾਂ ਭਾਈ ਟਿੱਪਣੀ ਤੁਸੀਂ ਵੀ ਕਰਦੇ ਹੋ। ਬਾਕੀ ਆਪਾਂ ਨੂੰ ਇੱਕ ਦੂਜੇ ਦਾ ਸਾਰਿਆਂ ਦਾ ਹੀ ਪਤਾ ਹੈ, ਕਿਹਦੇ ਸਿਰ ਕਿੰਨਾ ਕਰਜ਼ਾ, ਕਿਹਨੇ ਕਿੰਨੇ ਪੈਸੇ ਏਜੰਟਾਂ ਨੂੰ ਦਿੱਤੇ ਆ, ਕਿਹਦੇ ਘਰ ਕੌਣ ਬਿਮਾਰ ਹੈ, ਕਿਹਦੇ ਫਰਦ ਦੇ ਪਿੱਛੇ ਲਾਲ ਅੱਖਰਾਂ ਦੇ ਵਿੱਚ ਲਿਖਿਆ ਹੈ ਕਿ ਇਹਨੂੰ ਘਰ ਰੋਟੀ 2 ਟਾਈਮ ਪੱਕਦੀ ਹੈ, ਕਿ ਕਿਹਦੇ ਨਿਆਣਿਆਂ ਨੂੰ 1 ਟਾਈਮ ਭੁੱਖੇ ਸੌਣਾ ਪੈਂਦਾ ਹੈ। ਇਸ ਕਰਕੇ ਜੇ ਅਜੇ ਵੀ ਸਾਨੂੰ ਐਂ ਲੱਗਦਾ ਕਿ ਸਾਡੀ ਇੱਜ਼ਤ ਬਹੁਤ ਹੈ ਤੇ ਅਸੀਂ ਜੇ ਕੱਪੜੇ ਦਾ ਝੋਲਾ ਫੜ ਕੇ ਬਾਜ਼ਾਰ ਦੇ ਵਿੱਚ ਤੁਰੇ ਫਿਰਾਂਗੇ ਸਾਡੀ ਇੱਜ਼ਤ ਘੱਟ ਜੂ, ਠੀਕ ਹੈ ਭਾਈ, ਫਿਰ ਤਾਂ ਕੋਈ ਗੱਲ ਹੀ ਨਹੀਂ, ਕਹਾਣੀ ਫਿਰ ਤਾਂ ਦੂਜੇ ਪਾਸੇ ਨੂੰ ਚਲੇਗੀ। ਮੈਨੂੰ ਇਹ ਵੀ ਲੱਗਦਾ ਹੈ ਸੰਧਾਲੀਆ ਸਾਹਿਬ, ਜੇ ਕੋਈ ਜਿਹੜੇ ਦਾਨੀ ਪੁਰਸ਼ ਹੁੰਦੇ ਆ, ਅੱਜ ਕੱਲ੍ਹ ਛਬੀਲਾਂ ਲੱਗਦੀਆਂ, ਬਹੁਤ ਕੁਛ ਜਾਣੀ ਲੋਕ ਪੱਖੀ ਹੋ ਰਿਹਾ, ਉੱਥੇ ਵਧੀਆ ਝੋਲੇ ਜਿਹੜੇ ਨੇ, ਜਿਹੜੇ ਖਰੀਦੋ ਫਰੋਖਤ ਦੇ ਲਈ ਵਰਤੇ ਜਾ ਸਕਦੇ ਆ,
ਉਹ ਵੀ ਵੰਡਣੇ ਸ਼ੁਰੂ ਕਰ ਦੇਣੇ ਚਾਹੀਦੇ। 10 ਵੰਡ ਦਿਓ, 20 ਵੰਡ ਦਿਓ, 25 ਵੰਡ ਦਿਓ, ਟ੍ਰੈਂਡ ਹੋ ਜਾਵੇ। ਟ੍ਰੈਂਡ ਸੈੱਟ ਹੁੰਦਾ। ਤੁਸੀਂ ਦੇਖੋ ਪੈਂਟ ਪੂਰੀ ਪਾਉਂਦੇ ਸੀ ਆਪਾਂ ਐਨ ਚੰਗੇ ਤਰੀਕੇ ਨਾਲ, ਹੁਣ ਉਹ ਪੈਂਟਾਂ ਉਧੜੀਆਂ ਜੀਆਂ ਵੀ ਹੁੰਦੀਆਂ, ਪੈਂਟਾਂ 'ਚ ਛੇਕ ਜਿਹਾ ਵੀ ਹੁੰਦੇ ਆ। ਜੇ ਪਹਿਲਾਂ ਕੋਈ ਇਦਾਂ ਦੀ ਹੋਵੇ ਕਹਿਣਾ ਯਾਰ ਕਿੱਦਾਂ ਲਗਾਰ ਲੱਥੇ ਇਹਦੇ ਕੱਪੜਿਆਂ ਦੇ, ਉਹ ਵੀ ਤਾਂ ਇੱਕ ਟ੍ਰੈਂਡ ਆ ਨਾ। बड़ा कुछ पुराना आई जा रहा। हुण असीं किते कहने वो ना हम तो ऑर्गेनिक खाते हैं, हम तो अब उबला हुआ खाते हैं, हम तो अब ना वो जो कनक होती है, जो गेहूँ होता है, उसका जो छोटा सा पौधा होता है उसको घर पे लगाते हैं, फिर काटते हैं, फिर उसका जूस निकाल के पीते हैं। किन्नियां ही पुरानियां चीज़ां आपां वरतण लग पे हैं। बहुत सारियां जदों पता लगदा कि भाई फायदा ही इन्हां दा, नवीआं दा नुकसान है। झोला की कहंदा वड्डदा है, दंदी वड्डदा है, झोले नाल गोड्यां दी ग्रीस मुक्कदी किते। ਨਹੀਂ ਆਹ ਪੈਂਟ ਵਾਲੀ ਗੱਲ ਤੇ ਪੈਂਟਾਂ ਦੇ ਆਪਾਂ ਕਈ ਵਾਰ ਇਦਾਂ ਦੇਖੀਦਾ ਵੀ ਇਹਦਾ ਗੱਡੀ ਮਗਰ ਪਾ ਕੇ ਬੰਦਾ ਧੋਇਆ ਹੁੰਦਾ ਨਾ ਤੇ 2-2.5 ਕਿਲੋਮੀਟਰ ਬਾਅਦ ਜਦੋਂ ਆ ਜਮਾ ਹੀ ਛਿੱਲਿਆ ਜਾਵੇ ਸਾਰਾ ਤੇ ਫੇਰਾਂ ਤੇ ਲੈ ਹੁਣ ਵੇਖ ਭਲਾ ਡਿਜ਼ਾਈਨ ਬਣਿਆ ਕਿ ਨਹੀਂ ਬਣਿਆ ਪੈਂਟ ਤੇ, ਉਹ ਵੀ ਤੇ ਆਪਾਂ ਪਾ ਹੀ ਲੈਨੇ। ਇਸ ਕਰਕੇ ਚਲੋ ਹੌਲੀ ਹੌਲੀ ਆਪਾਂ ਚੇਂਜ ਕਰਦੇ ਹਾਂ, ਆਸ ਕਰਦੇ ਹਾਂ ਵੀ ਚਲੋ ਜੇ ਸਰਕਾਰ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਤੇ ਆਪਾਂ ਵੀ ਸਾਥ ਦਈਏ। ਦੂਜੀ ਗੱਲ ਐ ਆ WhatsApp ਕਿ ਵੀ ਇੱਕ ਬੜੀ ਮਾੜੀ ਘਟਨਾ ਤਕਾਲੀ ਵਾਪਰੀ ਆ ਗੋਬਿੰਦ ਸਾਗਰ ਝੀਲ ਦੇ ਵਿੱਚ। 10-11 ਮੁੰਡੇ ਹੌਲੀ ਉਮਰ ਦੇ, ਇੱਕ ਥੋੜ੍ਹਾ ਜਿਹਾ ਵਡੇਰੀ ਉਮਰ ਦਾ ਨਾਲ ਗਏ ਤਾਂ ਸੀਗੇ ਵੀ ਚਲੋ ਦਰਸ਼ਨ ਦਿਦਾਰੇ ਕਰਦੇ ਧਾਰਮਿਕ ਸਥਾਨ ਦੇ, ਤੇ ਵਿੱਚ ਗਰਮੀ 'ਚ ਕਿਤੇ ਮਨ ਕੀਤਾ ਹੋਊਗਾ ਵੀ ਚਲੋ ਚੁੱਭੀ ਮਾਰ ਲੈਂਦੇ ਹਾਂ ਵੀ ਯਾਰ ਕਿੱਡੀ ਵਧੀਆ ਝੀਲ ਆ। ਹੁਣ ਬੋਰਡ ਵੀ ਲੱਗਾ ਉੱਥੇ ਵੀ ਭਾਈ ਡੂੰਘੀ ਹੈ ਇੱਥੇ ਨਾ ਵੜੋ, ਪਰ ਉਹਦੇ ਬਾਵਜੂਦ ਆਪਾਂ ਕਿੰਨਾ ਕਿਤੇ ਕਾਨੂੰਨ ਨੂੰ ਫੋਲੋ ਕਰਦੇ ਹਾਂ। ਹੁਣ ਉਹਦੇ 'ਚ ਇੱਕ ਵੜਿਆ, ਜਦੋਂ ਡੁੱਬਣ ਲੱਗਾ ਦੂਜਾ ਉਹਨੂੰ ਖਿੱਚ, ਤੀਜਾ ਖਿੱਚ, ਚੌਥਾ ਖਿੱਚ, ਉਹ ਕਹਿੰਦੇ ਵੀ ਹਿਊਮਨ ਚੇਨ ਬਣਾ ਕੇ ਉਹ ਪਹਿਲੇ ਨੂੰ ਖਿੱਚਦੇ ਬਾਅਦ ਦੇ ਵਿੱਚ 7 ਜਣੇ ਵਿਚਾਰੇ ਆਪਣੀ ਜਾਨ ਗਵਾ ਗਏ, ਜਿਹਦੇ ਵਿੱਚ 4 ਨੂੰ ਤੇ ਬਚਾ ਲਿਆ, 11 ਚੋਂ 7 ਉਹਦੇ ਵਿੱਚ ਡੁੱਬ ਗਏ ਤੇ ਉਹਦੇ ਵਿੱਚੋਂ ਵੀ ਇੱਕੋ ਪਰਿਵਾਰ ਦੇ 3-4 ਮੁੰਡੇ ਨੇ ਕਹਿੰਦੇ ਦੱਸਦੇ। ਹੁਣ ਤੁਸੀਂ ਆਪ ਸੋਚੋ ਵੀ ਗਏ ਕਿਸੇ ਕੰਮ ਸੀ ਪਰ ਰਸਤੇ 'ਚ ਆ ਜੋ ਭਾਣਾ ਵਾਪਰ ਗਿਆ, ਹੁਣ ਉਹਦਾ ਕੀ ਹੱਲ ਹੋਊਗਾ ਐਂਡ ਕੀ ਬਣੂਗਾ ਉਹਨਾਂ ਮਾਪਿਆਂ ਦਾ ਜਿਨ੍ਹਾਂ ਨੇ ਜਦੋਂ ਘਰੋਂ ਤੋਰਿਆ ਹੋਊਗਾ ਤੇ ਹੋ ਸਕਦਾ ਕੋਈ 10-20 ਰੁਪਏ ਵੱਖਰੇ ਜੇਬ 'ਚ ਪਾਏ ਹੋਣ ਵੀ ਪੁੱਤ ਸਾਡੇ ਵੱਲੋਂ ਵੀ ਮੱਥਾ ਟੇਕਦੀ, ਤੇ ਉਹਨਾਂ ਦੇ ਨਾਲ ਵਾਪਰਿਆ ਕੀ ਹੈ ਵੀ ਘਰ ਹੀ ਸਾਰਾ ਉਜੜ ਗਿਆ। ਸੰਧਾਲੀਆ ਸਾਹਿਬ ਇੱਕ ਚੀਜ਼ ਸਾਨੂੰ ਮੰਨਣੀ ਪਊਗੀ। ਮੈਂ ਇੱਕ ਦਿਨ ਪਹਿਲਾਂ ਵੀ ਤੁਹਾਡੇ ਨਾਲ ਬੈਠੇ ਜ਼ਿਕਰ ਕੀਤਾ ਸੀ, ਇੱਕ ਵਾਰੀ ਫਿਰ ਜ਼ਿਕਰ ਕਰਨ ਲੱਗਿਆ। ਮੈਨੂੰ ਲੱਗਦਾ ਕਮੀ ਹੈ ਉੱਥੇ, ਘਾਟ ਹੈ, ਕਿਤੇ ਨਾ ਕਿਤੇ ਕਮਜ਼ੋਰੀ ਹੈ। ਉਹ ਬੈਠ ਕੇ ਪਰਿਵਾਰ ਦੇ ਵਿੱਚ ਗੱਲ ਕਰਨ ਦੀ ਜਿਹੜੀ ਆਮ ਤੌਰ ਦੇ ਉੱਤੇ ਸਾਡਾ ਰਿਸ਼ਤਾ ਜਿਹੜਾ ਛੋਟੇ ਬੱਚਿਆਂ ਦੇ ਨਾਲ ਵੀ ਇੰਨਾ ਕੁ ਰਹਿ ਗਿਆ ਕਿ ਬੱਚੇ ਨੇ ਕੋਈ ਚੀਜ਼ ਖਾਣੀ ਹੈ, ਉਹਦੇ ਕੱਪੜੇ ਬਦਲਣੇ ਆ, ਉਹਨੂੰ ਨਹਾਉਣਾ ਹੈ, ਉਹਨੂੰ ਸਲਾਉਣਾ ਹੈ, ਉਹਨੂੰ ਪੜ੍ਹਾਉਣਾ ਹੈ। ਸਾਡੀ ਗੱਲਬਾਤ ਉੱਥੇ ਤੱਕ ਸੀਮਤ ਹੁੰਦੀ ਹੈ। ਉਹਨੂੰ ਵੀ ਕੁਛ ਚਾਹੀਦਾ ਤੇ ਉਹ ਬਣਾਉਂਦਾ। 10-15-20 ਮਿੰਟ ਬੈਠ ਕੇ ਰੋਜ਼ ਨੋਰਮਲ ਗੱਲ ਕਰਨੀ ਉਹਦੇ ਨਾਲ, ਜਦੋਂ ਕੋਈ ਪਰਪਸ ਨਾ ਹੋਵੇ, ਜਦੋਂ ਕੋਈ ਉਦੇਸ਼ ਨਾ ਹੋਵੇ, ਜਦੋਂ ਕੋਈ ਗਰਜ ਲੋੜ ਨਾ ਹੋਵੇ, ਉਹ ਖਤਮ ਹੋ ਗਈ। ਇਹ ਬੱਚੇ ਸਾਡੇ ਦੇਖੋ ਨਾ, ਪਰਿਵਾਰਾਂ ਦੇ ਦੁੱਖ ਸਾਰੀ ਉਮਰ ਨਹੀਂ ਮੁੱਕਣੇ, ਚਾਹੇ ਕਿਸੇ ਦਾ 1 ਗਿਆ ਤੇ ਚਾਹੇ ਕਿਸੇ ਪਰਿਵਾਰ ਦੇ 3 ਗਏ। ਜਾਣੀ ਗੰਭੀਰਤਾ ਦੀ ਬੜੀ ਘਾਟ ਹੈ। ਪੰਜਾਬੀ ਬੱਚੇ ਇੱਥੇ ਵੀ ਆਉਂਦੇ ਆ ਵਿਦੇਸ਼ਾਂ ਦੇ ਵਿੱਚ, ਤੇ ਉੱਥੇ ਵੀ ਆਪਾਂ ਦੇਖਦੇ ਹਾਂ ਕਿ 2-3 ਮਹੀਨੇ ਕੋਈ ਨਾ ਕੋਈ ਖਬਰ ਆਉਂਦੀ ਹੈ। ਖਬਰ ਕੀ ਆਉਂਦੀ ਹੈ ਕਿ ਦੇਖੋ ਜੀ ਬੱਚਾ ਉਹ ਨਹਾਉਣ ਗਿਆ ਸੀ, ਸਮੁੰਦਰ 'ਚ ਗਿਆ ਸੀ, ਕਿਸੇ ਝੀਲ ਦੇ ਕਿਨਾਰੇ 'ਤੇ ਗਿਆ ਸੀ ਤੇ ਉੱਥੇ ਸਾਡੇ ਬੱਚੇ ਡੁੱਬ ਗਏ, ਉਹਨਾਂ ਦੀ ਮੌਤ ਹੋ ਗਈ। ਲਾਸ਼ ਭੇਜਣੀ ਹੁੰਦੀ ਆ, ਡੈੱਡ ਬੋਡੀ ਭੇਜਣੀ ਹੁੰਦੀ ਆ, ਫਿਰ ਇੱਥੇ ਪੈਸੇ ਇਕੱਠੇ ਕਰਕੇ ਕਿ ਭਾਈ ਕਿਉਂਕਿ ਖਰਚ ਵਾਲਾ ਹੁੰਦਾ ਹੈ, ਆਪਾਂ ਉਹ ਵੀ ਕੰਮ ਕਰਨਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਲਿਖਿਆ ਵੀ ਹੈ, ਜਦੋਂ ਮੈਨੂੰ ਪਤਾ ਹੈ ਕਿ ਇੱਥੇ ਪਾਣੀ ਡੂੰਘਾ ਹੈ, ਮੈਨੂੰ ਪਤਾ ਹੈ ਕਿ ਲਿਖ ਕੇ ਲਾਇਆ, ਇਹਦੇ ਬਾਵਜੂਦ ਵੀ ਮੈਂ ਲਿਖੇ ਹੋਏ ਨੂੰ ਇਗਨੋਰ ਕਰਦਾ, ਮੈਂ ਡੂੰਘੇ ਪਾਣੀ ਨੂੰ ਇਗਨੋਰ ਕਰਦਾ, ਮੈਂ ਅੰਦਰ ਵੜਨ ਦੀ ਕੋਸ਼ਿਸ਼ ਕਰਦਾ, ਫੋਟੋ ਫਾਟੋ ਖਿਚਾਉਣੀਆਂ, ਤਾਂ ਫਿਰ ਇਹਦਾ ਮਤਲਬ ਹੈ ਕਿ ਮੈਂ ਨੁਕਸਾਨ ਨੂੰ ਸੱਦਾ ਦੇ ਰਿਹਾ। ਹੁਣ ਪੰਜਾਬ ਦੇ ਵਿੱਚ ਆਉਨੇ ਵਾਲੇ ਪਾਸੇ ਸੀ ਮੁੰਡੇ, ਗੋਬਿੰਦ ਸਾਗਰ ਝੀਲ ਦੇ ਵਿੱਚ ਗਏ, ਹੁਣ ਨਹਾਉਣ ਲੱਗ ਪਏ, ਉੱਥੇ ਲਿਖਿਆ ਵੀ ਹੋਊਗਾ ਜੇ ਨਹੀਂ ਤੈਰਨਾ ਆਉਂਦਾ ਤੇ ਅੰਦਰ ਕਿਉਂ ਬੜੇ, ਕਿਉਂਕਿ ਕਿਤੇ ਨਾ ਕਿਤੇ ਗੰਭੀਰਤਾ ਦੀ ਘਾਟ ਲੈ ਕੀ ਹੋ ਚੱਲਾ, ਮੈਨੂੰ ਕਿਉਂ ਨਹੀਂ ਹੋ ਚੱਲਾ, 7 ਨੂੰ ਹੋ ਗਿਆ। ਉਹ ਪਿੱਛੇ ਪਰਿਵਾਰ ਨਾਲ ਕੀ ਘਟਦਾ, ਕੀ ਵਾਪਰਦਾ, ਹਰ ਚੀਜ਼ ਨੂੰ ਕਿੰਨੀ ਕੁ ਗੰਭੀਰਤਾ ਨਾਲ ਲੈਣਾ, ਇਹ ਬੱਚੇ ਦਾ ਮਾਈਂਡ ਸੈੱਟ ਤਿਆਰ ਕਰਨਾ ਪਊਗਾ, ਦਿਮਾਗੀ ਤੌਰ ਦੇ ਉੱਤੇ ਉਹਨੂੰ ਪ੍ਰਪੇਅਰ ਕਰਨਾ ਪਊਗਾ ਕਿ ਨਹੀਂ ਭਾਈ ਜੇ ਕੁਛ ਲਿਖਿਆ ਤੇ ਉਹ ਲਿਖਿਆ ਕਿਸੇ ਗੱਲ ਨੂੰ, ਕਈ ਵਾਰ ਲਿਖਿਆ ਅੱਗੇ ਕੂਣੀ ਮੋੜ ਹੈ ਹੌਲੀ ਚੱਲੋ, ਪੰਜਾਬੀ 'ਚ ਲਿਖਿਆ ਹੁੰਦਾ ਨਾ ਕਿ ਭਾਈ ਅੱਗੇ ਕੂਣੀ ਮੋੜ ਹੈ ਹੌਲੀ ਚੱਲੋ। ਹੁਣ ਸੜਕਾਂ ਕਈ ਵਾਰੀ 80 ਦੀ ਸਪੀਡ ਆ, ਮੋੜੇ ਮਾੜੀ ਜਿਹੀ ਮੋੜ ਆਉਣਾ ਹੈ, ਉੱਥੇ ਲਿਖਿਆ ਹੁੰਦਾ 60 ਤੇ ਕਰ ਦਿਓ, ਉਹਦਾ ਕਾਰਨ ਕਿ 80 ਤੇ ਨਹੀਂ ਮੁੜ ਸਕਦੀ, ਤੁਹਾਡੀ ਗੱਡੀ ਪਲਟੂ। ਉਹ ਜਿਹਨੇ ਲਿਖਿਆ, ਜਿਹਨੇ ਰੰਗ ਲਾਇਆ, ਉੱਥੇ ਆਣ ਕੇ 2 ਮਿੰਟ ਲਾਏ ਨੇ, ਜਿਹਨੇ ਉਹ ਨਿਯਮ ਬਣਾਇਆ ਉਹ ਕਿਸੇ ਗੱਲ ਨੂੰ ਬਣਾਇਆ, ਪਰ ਅਸੀਂ ਇਗਨੋਰ ਕਿਉਂ ਕਰਦੇ ਹਾਂ, ਅਸੀਂ ਆਪਣੇ ਆਪ ਨੂੰ ਵੱਡੇ ਕਿਉਂ ਸਮਝਦੇ ਹਾਂ। ਉਹ ਮਾਪਿਆਂ ਦੇ ਦੁੱਖ 'ਚ ਆਪਾਂ ਸ਼ਰੀਕ ਹਾਂ, ਦੁੱਖ ਕਦੇ ਨਹੀਂ ਮੁੱਕਣਾ ਜੀ ਉਹ, ਪਰ ਕਿਤੇ ਨਾ ਕਿਤੇ ਆਏ ਸਾਲ ਘਟਨਾਵਾਂ ਵਾਪਰਦੀਆਂ, ਆਪਾਂ 1-2 ਦਿਨ ਉਹਦੇ ਤੇ ਪ੍ਰਤੀਕਿਰਿਆ ਦੇਣੀ ਹੈ, ਮੁੜ ਕੇ ਤੂੰ ਕੌਣ ਤੇ ਮੈਂ ਕੌਣ, ਸੰਧਾਲੀਆ ਸਭ ਕਿਸੇ ਨੂੰ ਫਿਕਰ ਫਾਕਾ ਹੀ ਨਹੀਂ, ਅਸੀਂ ਫਿਰ ਉਹੀ ਕੰਮ ਕਰੀ ਜਾਣੇ। ਬਸ ਆਪਾਂ ਬਾਰ-ਬਾਰ ਕਹਿੰਦੇ ਹੋ ਐਕਸਪਲੋਰ ਕਰਨਾ ਚਾਹੀਦਾ,
ਘਰ ਤੋਂ ਬਾਹਰ ਨਿਕਲਣਾ ਚਾਹੀਦਾ, ਇਲਾਕੇ ਦੇਖਣੇ ਚਾਹੀਦੇ ਆ। ਜਿਹੜੇ ਅੰਗਰੇਜ਼ਾਂ ਦੀ ਗੱਲ ਕਰਦੇ ਕਈ ਕਹਿੰਦੇ ਯਾਰ ਉਹ ਘੁੰਮਣ ਤੁਰ ਪੈਂਦੇ ਆ, ਸਟੂਡੈਂਟ ਹੀ ਹੁੰਦੇ ਆ ਜੇ ਅੰਗਰੇਜ਼, ਉਹ ਤੁਰ ਪੈਂਦੇ ਆ ਘੁੰਮਣ, ਅਸੀਂ ਇੱਥੇ ਜਾਣਾ। ਸੰਧਾਲੀਆ ਸਾਹਿਬ ਉਹਨਾਂ ਦੇ ਘੁੰਮਣ ਤੇ ਸਾਡੇ ਘੁੰਮਣ 'ਚ ਫਰਕ ਹੈ। ਮੈਂ ਮਾੜਾ ਨਹੀਂ ਕਹਿੰਦਾ ਆਪਣੇ ਬੰਦਿਆਂ ਨੂੰ, ਕਈ ਬੰਦੇ ਬੜਾ ਚੰਗਾ ਘੁੰਮਦੇ ਆ। ਉਹ ਪਹਿਲਾਂ ਸਾਰਾ ਰੂਟ ਬਣਾਉਂਦੇ ਆ, ਜੇ ਇੱਥੋਂ ਇੱਥੇ ਜਾਣਾ, ਸੜਕ ਇੱਦਾਂ ਦੀ ਆ, ਰਸਤੇ ਦੇ ਵਿੱਚ ਮੌਸਮ ਇੱਦਾਂ ਦਾ ਹੋਣਾ, ਇੱਥੇ ਇੱਕ ਸੜਕ ਟੁੱਟੀ ਆ, ਆਪਾਂ ਟੈਂਟ ਲਾ ਕੇ ਇੱਥੇ ਰਹਿ ਲਾਂਗੇ, ਇੱਥੇ ਕ ਆਪਾਂ ਚੱਲ ਜਾਂਗੇ, ਆਹ ਕੁਛ ਹੋ ਜਾਊਗਾ। ਅਲਟਰਨੇਟਿਵ ਬੈਕਅਪ ਪਲਾਨ ਵੀ ਸੋਚ ਕੇ ਚੱਲਦੇ ਆ। ਆਪਾਂ ਮਾਸੀ ਕਿੱਥੇ ਆ, ਭੂਆ ਕਿੱਥੇ ਆ, ਸਾਈਕਲਾਂ ਤੇ ਜਾਂਦੇ ਨੇ ਪੰਜਾਬੀ ਮੁੰਡੇ, ਮੋਟਰਸਾਈਕਲਾਂ ਤੇ ਜਾਂਦੇ ਆ, ਸਕੂਟਰਾਂ ਤੇ ਜਾਂਦੇ ਆ, ਟਰਾਲੀਆਂ 'ਚ ਜਾਂਦੇ ਆ, ਪਰ ਆਪਾਂ ਨੁਕਸਾਨ ਕਰਾਉਂਦੇ ਆ ਬਹੁਤ ਵਾਰ। ਉਹ ਨੁਕਸਾਨ ਬੰਦ ਚਾਹੀਦਾ। ਨਹੀਂ, ਗੱਲ ਤੁਹਾਡੀ ਠੀਕ ਆ ਕਿ ਵੀ ਆਪਾਂ ਜਾਂਦੇ ਐਕਸਾਈਟਮੈਂਟ ਦੇ ਵਿੱਚ, ਆਪਾਂ ਨੂੰ ਲੱਗਦਾ ਵੀ ਉਹ ਆਹ ਕੰਮ ਤੇ ਯਾਰ ਕਰਨਾ ਹੈ, ਕਰੀਏ ਓਏ, ਚੱਲ ਫਿਰ ਕਰੀਏ ਓਏ। ਉਹ ਮੈਨੂੰ ਲੱਗਦਾ ਵੀ ਇਸ ਕੇਸ ਦੇ ਵਿੱਚ ਵੀ ਨਹਾਈਏ ਓਏ, ਆਹੋ ਹੀ ਆਪਾਂ ਨਹਾਈਏ ਓਏ। ਇਸੇ ਚੱਕਰ 'ਚ ਹੀ ਹੋ ਸਕਦਾ ਵੀ ਉਹ ਨੁਕਸਾਨ ਹੋ ਗਿਆ ਹੋਵੇ। ਜਿੰਨੀ ਕੁ ਹੁਣ ਤੱਕ ਦੀ ਜਾਣਕਾਰੀ ਉਹ ਤੇ ਇਹ ਆਂਦੇ ਵੀ 15 ਤੋਂ ਲੈ ਕੇ 19-20 ਸਾਲਾਂ ਤੱਕ ਦੀ ਉਮਰ ਹੈ ਉਹਨਾਂ ਸਾਰਿਆਂ ਦੀ ਬਣਦੀ। ਹੁਣ ਤੁਸੀਂ ਦੇਖੋ ਵੀ ਭਰ ਅੱਲੜ ਉਮਰ ਆ ਉਹ, ਜਿਹਦੇ ਵਿੱਚ ਵੈਸੇ ਵੀ ਜੇ ਕੋਈ ਆਖੇ ਵੀ ਤੇਰੇ ਇਦਾਂ ਨਹੀਂ ਇਦਾਂ ਦਾ ਲੈ ਤੈਨੂੰ ਬਹੁਤ ਪਤਾ, ਉਹ ਜਿਹੜੀ ਚੀਜ਼ ਹੈ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਘਰੇ ਵੀ ਆਪਾਂ ਨੂੰ ਥੋੜ੍ਹੀ ਡਿਸਕਸ ਕਰਨ ਦੀ ਲੋੜ ਹੁੰਦੀ ਹੈ। ਹੁਣ ਜੇ ਆਪਾਂ ਝੀਲ ਦੀ ਗੱਲ ਕਰੀਏ, ਵੈਸੇ ਤਾਂ ਜੇ ਕਿਸੇ ਨੇ ਉਹ ਦੇਖੀ ਹੋਵੇ ਤਾਂ ਆਪਣੇ ਆਪ ਹੀ ਆਈਡੀਆ ਲੱਗ ਜਾਂਦਾ ਵੀ ਯਾਰ ਇਹ ਜਿੰਨੇ ਥਾਂ 'ਚ ਪਾਣੀ ਆ ਇਹ ਕਿੰਨਾ ਡੂੰਘਾ ਹੋਊਗਾ। ਇੱਕ ਉੱਥੋਂ ਹੀ ਬੰਦੇ ਨੂੰ ਸੈਂਸ ਹੋ ਜਾਣੀ ਚਾਹੀਦੀ ਵੀ ਇਹਦੇ ਵਿੱਚ ਮੈਂ ਨਾ ਵੜਾਂ ਜੀ। ਆਪਾਂ ਨੂੰ ਹੋ ਸਕਦਾ ਜਾਂ ਕਿਸੇ ਨੇ ਇਨਫੋਰਮੇਸ਼ਨ ਜਾਂ ਜਾਣਕਾਰੀ ਨਾ ਦਿੱਤੀ ਹੋਵੇ ਵੀ ਵੀਰ ਮੇਰਾ ਜੇ ਪਹਾੜਾਂ ਦੇ ਵਿੱਚ ਕਿਤੇ ਪਾਣੀ ਰੋਕਿਆ ਤੇ ਉਹ ਵੱਡੇ ਵੱਡੇ ਪਹਾੜਾਂ ਦੇ ਵਿੱਚ ਪਾਣੀ ਰੋਕਿਆ, ਉਹ ਕਿਸੇ ਨੇ ਟੋਆ ਪੁੱਟ ਕੇ ਪਾਣੀ ਨਹੀਂ ਰੋਕਿਆ। ਹਾਂ, ਹੋ ਸਕਦਾ ਵੀ ਕਿਤੇ, ਹਾਂ ਜੇ ਕਿਤੇ ਕੋਈ ਵਹਿਣ ਵਹਿੰਦਾ ਹੋਵੇ, ਮਾੜਾ ਮੋਟ ਕੋਈ ਦਰਿਆ ਹੋਵੇ, ਨਦੀ ਹੋਵੇ, ਉੱਥੇ ਹੁੰਦਾ ਵੀ ਥੋੜ੍ਹੀ ਦੇਰ ਤੱਕ ਆਪਾਂ ਜਾਂਦੇ 2 ਫੁੱਟ ਪਾਣੀ, 3 ਫੁੱਟ 4 ਫੁੱਟ ਗਾਂਹ ਅੱਗੇ ਡੂੰਘਾ ਹੋਊਗਾ। ਪਰ ਜਿਹੜੇ ਹੈ ਹੀ ਪਹਾੜ ਤੇ ਉਹਨਾਂ ਪਹਾੜਾਂ ਨੇ ਪਾਣੀ ਰੋਕਿਆ ਤਾਂ ਮਤਲਬ ਉਹ ਤੇ ਸਟੀਵ ਡੂੰਘਾ ਉਸੇ ਤਰ੍ਹਾਂ ਹੀ। ਹੁਣ ਜਾਣਕਾਰੀ ਜਿਹੜੀ ਆ ਉਹ ਨਾ ਤੇ ਆਪਾਂ ਨੂੰ ਪਰਿਵਾਰਾਂ 'ਚੋਂ ਮਿਲਦੀ ਹੈ, ਨਾ ਆਪਣੇ ਸੱਜਣ ਮਿੱਤਰ ਹੀ ਇਹੋ ਜਿਹਾ, ਤੇ ਨਾ ਸਕੂਲਾਂ ਕਾਲਜਾਂ 'ਚ ਇਹੋ ਜਿਹਾ ਕੋਈ ਵਿਸ਼ਾ ਮੈਂ ਹੁਣ ਤੱਕ ਕੋਈ ਪੜ੍ਹਿਆ ਦੇਖਿਆ ਜਿੱਥੇ ਇਹ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਹੋਣ। ਸੋ ਮੈਨੂੰ ਲੱਗਦਾ ਹੁੰਦਾ ਵੀ ਜਦੋਂ ਕਿਤੇ ਕਿਸੇ ਨੇ ਵੀ, ਹੁਣ ਵੀ ਜੇ ਆਪਾਂ ਨੂੰ ਕੋਈ ਸੁਣਦਾ ਹੋਵੇ ਪਰਿਵਾਰ ਦਾ ਮੈਂਬਰ ਜਾਂ ਇਸ ਉਮਰ ਦਾ, ਤੇ ਜ਼ਰੂਰ ਆਪਣੇ ਕੋਲ ਜਿਹੜਾ ਫੋਨ ਆ ਉੱਤੇ ਆਪਾਂ ਗਾਣੇ ਸੁਣ ਤੇ ਜਾਂ ਹੋਰ ਇੱਧਰ ਉੱਧਰ ਉਰਲਮ ਪੁਰਲਮ ਦੇਖਣ ਨਾਲੋਂ ਜੇ ਕੋਈ ਕੰਮ ਕਰਨਾ ਤਾਂ ਉਹਦੀ ਜਾਣਕਾਰੀ ਇਹ ਤੋਂ ਵੀ ਮਿਲ ਜਾਂਦੀ। ਜੇ ਆਪਾਂ ਉਹੀ ਜਾਣਕਾਰੀ ਲੈ ਕੇ ਰੱਖੀਏ ਕੋਲ ਤੇ ਸ਼ਾਇਦ ਉਹਦੇ ਨਾਲ ਹੀ ਬਚਾਅ ਹੋ ਜਾਵੇ। ਹਾਂ ਨਹੀਂ, ਜ਼ਰੂਰੀ ਹੈ ਜੀ, ਬਚਾਅ ਤਾਂ ਸੰਧਾਲੀਆ ਸਾਹਿਬ ਕਰਨਾ ਚਾਹੀਦਾ। ਦੇਖੋ ਇਹ ਸਾਰਿਆਂ ਦੀ ਸਾਂਝੀ ਡਿਊਟੀ ਹੈ ਜੀ, ਸਾਂਝੀ ਜ਼ਿੰਮੇਵਾਰੀ ਹੈ, ਕਿਉਂਕਿ ਹਰ ਜਗ੍ਹਾ ਦੇ ਉੱਤੇ ਪਹਿਰੇਦਾਰ ਨਹੀਂ ਖੜਾ ਹੋ ਸਕਦਾ ਕਿ ਕਾਕਾ ਇੱਥੋਂ ਨਾ ਵੜੋ, ਇੱਥੇ ਨਹੀਂ ਵੜਨਾ, ਆਪਾਂ ਇੱਥੇ ਜਾ ਨਹੀਂ ਸਕਦੇ। ਲਿਖ ਕੇ ਲਾਇਆ ਉਹਨੂੰ ਬੰਦਾ ਹੀ ਸਮਝੋ ਕਿ ਪਾਈ ਆ, ਜਿਹੜਾ ਲਿਖ ਕੇ ਲਾਇਆ ਕਿਸੇ ਬੰਦੇ ਨੇ ਲਿਖਿਆ ਤੇ ਉਹ ਬੰਦਿਆਂ ਨੂੰ ਦੱਸਣ ਦੇ ਲਈ ਲਿਖਿਆ, ਤੇ ਜਦੋਂ ਅਸੀਂ ਉਹਨੂੰ ਇਗਨੋਰ ਕਰਦੇ ਹਾਂ ਤਾਂ ਫਿਰ ਔਖਾ। ਹੁਣ ਸੰਧਾਲੀਆ ਸਾਹਿਬ ਅੱਗੇ ਤੁਰਦੇ ਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ ਗਏ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਮੀਂਹ ਦੇ ਪਾਣੀ ਦੇ ਕਰਕੇ ਜਿੱਥੇ ਫਸਲਾਂ ਨੁਕਸਾਨੀਆਂ ਗਈਆਂ, ਇਹਦੇ ਤੋਂ ਇਲਾਵਾ ਜਿੱਥੇ ਦਰਿਆਵਾਂ ਦੇ ਵਿੱਚ ਵੱਧ ਪਾਣੀ ਆ ਗਿਆ ਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਖਤਰਾ ਖੜਾ ਹੋ ਗਿਆ, ਉਧਰਲੇ ਪਾਸੇ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਗਏ। ਉਹਨਾਂ ਨੇ ਫਿਰ ਖੜ ਕੇ ਸਾਰਾ ਕੁਝ ਦਿਖਾਇਆ। ਦੇਖੋ ਜੀ, ਫਸਲ ਤਬਾਹ ਆ, ਪਾਣੀ ਵਿੱਚ ਖੜਾ ਰਿਹਾ, ਕਿਸਾਨ ਦੇ ਪੱਲੇ ਹੈ ਕੱਖ ਨਹੀਂ। ਇੱਧਰਲੇ ਪਾਸੇ ਘਰਾਂ ਦਾ ਵੀ ਨੁਕਸਾਨ ਹੋ ਗਿਆ ਤੇ ਮੰਗ ਵੀ ਸਰਕਾਰ ਤੋਂ ਕਰਨੀ ਹੁੰਦੀ ਆ। ਵਿਰੋਧੀ ਧਿਰ ਦੇ ਵਿੱਚ ਨੇ ਤੇ ਉਹਨਾਂ ਨੇ ਮੰਗ ਕੀਤੀ, ਕਹਿੰਦੇ ਜੀ ਦੇਖੋ ਜਿੰਨਾ ਕੁ ਲੋਕਾਂ ਦਾ ਨੁਕਸਾਨ ਹੋਇਆ, ਲੋਕਤੰਤਰੀ ਦੇਸ਼ ਹੈ, ਲੋਕਤੰਤਰੀ ਸੂਬਾ, ਤੇ ਇਹਨਾਂ ਲੋਕਾਂ ਦਾ ਨੁਕਸਾਨ ਜਿਹੜਾ ਪੂਰਾ ਕਰਨਾ ਚਾਹੀਦਾ। ਦੇਖੋ ਗੱਲ ਤੁਹਾਡੀ ਠੀਕ ਹੈ ਵਾਟ ਸਾਹਿਬ ਕਿ ਵੀ ਉਹਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਕਿਉਂਕਿ ਵਿਰੋਧੀ ਧਿਰ ਦੇ ਵਿੱਚ ਹੁੰਦਿਆਂ ਇਹ ਗੱਲਾਂ ਹੋਣੀਆਂ ਚਾਹੀਦੀਆਂ। ਪਰ ਇੱਕ ਗੱਲ ਇਹ ਵੀ ਸੋਚਣ ਵਾਲੀ ਹੈ ਵਾਟ ਸਾਹਿਬ ਕਿ ਵੀ ਇਹ ਜਿਹੜਾ ਹੜ੍ਹ ਆਉਣਾ ਜਾਂ ਪਾਣੀ ਆਉਣਾ ਇਹ ਹਰ ਸਾਲ ਤੇ ਆਇਆ ਨਹੀਂ। ਜੇ ਹੁਣ ਆਪਾਂ ਆਮ ਆਦਮੀ ਪਾਰਟੀ ਵਾਲਿਆਂ ਦੀ ਗੱਲ ਕਰੀਏ, ਉਹ ਆਖਣ ਉਹ ਇਹ ਤੇ ਸਾਡੀ ਰਾਹੀਂ ਆਇਆ, ਪਹਿਲਾਂ ਤੇ ਆਉਂਦਾ ਨਹੀਂ ਸੀ, ਅਸੀਂ ਯਾਰ ਇੱਥੇ ਕੋਈ ਸਕੀਮ ਬਣਾਉਣੀ, ਇੱਦਾਂ ਹੈ ਨਹੀਂ। ਤੇ ਜੇ ਆਪਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਗੱਲ ਕਰੀਏ, 10 ਸਾਲ ਉਹਨਾਂ ਨੇ ਵੀ ਰਾਜ ਕੀਤਾ। ਜੇ ਆਪਾਂ ਆਖੀਏ ਵੀ ਉਦੋਂ ਕਦੀ ਪਾਣੀ ਨੇ ਆਏ ਵੀ ਹੈ ਨਹੀਂ, ਉਹਦੇ ਵਿਚਾਲੇ 5 ਸਾਲ ਕਾਂਗਰਸ ਦੀ ਸਰਕਾਰ ਸੀ, ਉਦੋਂ ਵੀ ਆਇਆ, ਉਦੋਂ ਵੀ ਲੋਕਾਂ ਨੇ ਵੇਖਿਆ। ਇਹ ਬੜੀ ਦੇਰ ਤੋਂ ਆਪਾਂ ਸੁਣਦੇ ਆ ਰਹੇ ਹਾਂ ਕਿ ਵੀ ਕੁਛ ਨਾ ਕੁਛ ਇਹੋ ਜਿਹਾ ਕੀਤਾ ਜਾਵੇ ਕਿ ਜਦੋਂ ਆਪਾਂ ਨੂੰ ਪਤਾ ਕਿ ਵੀ ਆਹ 1.5-2 ਮਹੀਨੇ ਦਾ ਟਾਈਮ ਹੁੰਦਾ ਜਿਹਦੇ 'ਚ ਬਰਸਾਤਾਂ ਹੁੰਦੀਆਂ ਨੇ, ਤੇ ਬਰਸਾਤ ਜ਼ਰੂਰੀ ਨਹੀਂ ਪੰਜਾਬ ਦੇ ਵਿੱਚ ਹੋਵੇ, ਜੇ ਪਹਾੜਾਂ 'ਚ ਜੰਮੂ ਕਸ਼ਮੀਰ ਹਿਮਾਚਲ ਇੱਧਰ ਕਿਤੇ ਵੀ ਮੀਂਹ ਪੈਂਦਾ ਤੇ ਉਹਦਾ ਪਾਣੀ ਪੰਜਾਬ 'ਚ ਆਉਣਾ, ਉਹਦਾ ਪ੍ਰਬੰਧਨ ਕੀਤਾ ਜਾਊਗਾ। ਲੈ ਵੀ ਆਹ ਮੈਂ ਗੱਲ ਸੁਣਦੇ ਨੂੰ ਪਤਾ ਨਹੀਂ ਕਿੰਨੇ ਦਹਾਕੇ ਲਾਂਗੇ, ਮੈਂ ਤਾਂ ਅਜੇ ਤੱਕ ਕਦੀ ਕੋਈ ਪ੍ਰਬੰਧਨ ਸੁਣਿਆ ਨਹੀਂ। ਉਹ ਕਰਨਾ ਪਤਾ ਨਹੀਂ ਕਦੋਂ। ਨਹੀਂ, ਔਖਾ ਹੈ ਜੀ, ਉਹ ਕਰਨਾ ਤਾਂ ਉਦੋਂ ਆ ਨਾ ਜਦੋਂ ਕਰਨ ਦੀ ਜਾਣੀ ਕਿ ਕੋਸ਼ਿਸ਼ ਕੀਤੀ ਜਾਊਗੀ। ਨਹੀਂ ਤਾਂ ਹਰ ਵਾਰੀ ਪਹਿਲਾਂ ਪਾਣੀ ਆ ਜਾਵੇ, ਫਸਲਾਂ ਖਰਾਬ ਹੋ ਜਾਣ, ਉਸ ਤੋਂ ਬਾਅਦ ਮਾੜੇ ਮੋਟੇ ਪੈਸੇ ਦੇ ਦਿਓ, ਵਿਰੋਧੀ ਧਿਰਾਂ ਨੇ ਮੰਗ ਕਰ ਲੈਣੀ, ਖਬਰ ਬਣ ਜਾਣੀ, ਸਰਕਾਰ ਨੇ ਪੈਸੇ ਦੇ ਦੇਣੇ, ਖਬਰ ਬਣ ਜਾਣੀ, ਤੇ ਹੌਲੀ ਹੌਲੀ ਕਈ ਵਾਰੀ ਇੰਨਾ ਕੁ ਨੁਕਸਾਨ ਹੋ ਜਾਂਦਾ ਕਿ ਬਹੁਤ ਸਾਰੇ ਲੋਕ ਆਪ ਖਬਰ ਬਣ ਜਾਂਦੇ ਆ, ਉਹਨਾਂ ਦਾ ਵਜੂਦ ਹੀ ਕਾਇਮ ਨਹੀਂ ਰਹਿੰਦਾ। ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਪਿੱਛੋਂ ਪਾਣੀ ਆਇਆ ਵਾਹਵਾ,
ਰਾਵੀ ਸਮੇਤ ਸਾਰੇ ਹੀ ਪੰਜਾਬ ਦੇ ਦਰਿਆ ਜਿਹੜੇ ਆ ਨੱਕੋ ਨੱਕ ਭਰੇ ਆ। ਖਾਸ ਤੌਰ ਤੇ ਰਾਵੀ ਜਿਹੜਾ ਉਸ ਦਰਿਆ ਨੇ ਵਾਹਵਾ ਨੁਕਸਾਨ ਕੀਤਾ, ਇੱਥੋਂ ਤੱਕ ਕਿ ਜਿੱਥੇ ਆਪਾਂ ਕੰਡਿਆਲੀ ਤਾਰ ਵੀ ਲਾਈ ਆ ਕਿ ਭਾਰਤ ਪਾਕਿਸਤਾਨ ਦੀ ਇਹ ਹੱਦ ਹੈ, ਸਾਡੇ ਵਾਲੇ ਪਾਸੇ ਕੋਈ ਸਮਗਲਿੰਗ ਨਾ ਕਰ ਜਾਏ, ਕੋਈ ਮਨੁੱਖੀ ਤਸਕਰੀ ਨਾ ਹੋ ਜਾਏ, ਕੋਈ ਨਸ਼ਾ ਪੱਤਾ ਹਥਿਆਰ ਨਾ ਇੱਧਰਲੇ ਪਾਸੇ ਛੱਡ ਜਾ, ਸੁਰੱਖਿਆ ਕਰਕੇ ਆ ਨਾ। ਉਹ ਕੰਡਿਆਲੀ ਤਾਰ ਪਾਣੀ 'ਚ ਡੁੱਬੀ ਪਈ ਆ, ਉੱਥੇ BSF ਦੀਆਂ ਪੋਸਟਾਂ ਵੀ ਜਿਹੜੀਆਂ ਪਾਣੀ 'ਚ ਘਿਰ ਗਈਆਂ। ਹੁਣ ਤੁਸੀਂ ਦੇਖੋ ਕਿ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚੋਂ ਜਿਹੜੇ ਰਾਵੀ ਦੇ ਨੇੜਲੇ ਪਿੰਡ ਨੇ, ਉਹਨਾਂ ਪਿੰਡਾਂ ਜਿਹੜੇ ਗੁਰੂ ਘਰ ਆ ਉੱਥੋਂ ਅਨਾਉਂਸਮੈਂਟਾਂ ਲਗਾਤਾਰ ਹੋ ਰਹੀਆਂ, ਭਾਈ ਉੱਚੇ ਥਾਵਾਂ ਤੇ ਚਲੇ ਜਾਓ, ਕਿਸੇ ਵੇਲੇ ਪਾਣੀ ਆ ਸਕਦਾ, ਜਿਨ੍ਹਾਂ ਦਾ ਮਾਲ ਡੰਗਰ ਵੀ ਨੀਵੀਆਂ ਥਾਵਾਂ ਤੇ ਆ ਤੁਸੀਂ ਉੱਪਰਲੇ ਥਾਵਾਂ ਤੇ ਲੈ ਜਾਓ। ਠੀਕ ਹੈ, ਪਾਣੀ ਪਾਕਿਸਤਾਨ ਵਾਲੇ ਪਾਸੇ ਵੀ ਜਾਂਦਾ ਹੈ। ਬੜੀਆਂ ਵੀਡੀਓ ਆ ਰਹੀਆਂ ਕਿ ਆ ਭਾਰਤ ਤੋਂ ਪਾਣੀ ਪਾਕਿਸਤਾਨ ਵਾਲੇ ਪਾਸੇ ਗਿਆ ਤੇ ਉਧਰਲੇ ਪਾਸੇ ਵੀ ਰੁੱਖ ਡੁੱਬੇ ਹੋ ਆ, ਫਸਲਾਂ ਡੁੱਬੀਆਂ ਪਈਆਂ, ਘਰ ਡੁੱਬੇ ਪਏ ਆ। ਕਿਉਂਕਿ ਪਾਣੀ ਨੇ ਨਹੀਂ ਨਾ ਦੇਖਣਾ ਕਿ ਇੱਥੇ 47 'ਚ ਵੰਡ ਹੋਈ ਸੀ, ਪਾਣੀ ਨੇ ਹੜ੍ਹ ਨੇ ਨਹੀਂ ਦੇਖਣਾ ਕਿ ਭਾਈ ਇੱਥੇ ਕੰਡਿਆਲੀ ਤਾਰ ਲੱਗੀ ਹੈ ਤੇ ਮੈਂ ਕੰਡਿਆਲੀ ਤਾਰ ਦੇ ਨਾਲ ਦੀ ਨਿਕਲ ਕੇ ਚਲੇ ਜਾ। ਪਾਕਿਸਤਾਨ ਦਾ ਨੁਕਸਾਨ ਵੱਧ ਹੋਇਆ, ਭਾਰਤ ਵਾਲੇ ਪਾਸੇ ਵੀ ਬਹੁਤ ਸਾਰੇ ਜਿਹੜੇ ਪਿੰਡ ਨੇ ਜਿਹੜੇ ਰਾਵੀ ਤੇ ਪਾਕਿਸਤਾਨ ਦੇ ਵਿਚਾਲੇ ਆ ਜਾਂਦੇ ਪਰ ਹੈਗੇ ਭਾਰਤ ਦੇ ਨੇ, ਉਹਨਾਂ ਦਾ ਕਨੈਕਸ਼ਨ ਟੁੱਟਾ ਪਿਆ। ਬਾਕੀ ਦੇਖਦੇ ਆ ਸੰਧਾਲੀਆ ਸਾਹਿਬ ਕਿ ਪਾਣੀ ਕਦੋਂ ਹੇਠਾਂ ਜਾਂਦਾ, ਕਦੋਂ ਲੋਕ ਸੁਰੱਖਿਅਤ ਹੁੰਦੇ ਆ, ਪਰ ਨੁਕਸਾਨ ਵਾਹਵਾ ਹੈ। ਇਹ ਨੁਕਸਾਨ ਪੂਰਾ ਦੇਖੋ, ਕੁਦਰਤ ਅੱਗੇ ਤੇ ਕੋਈ ਜ਼ੋਰ ਨਹੀਂ ਨਾ। ਹੁਣ ਜੇ ਆਪਾਂ ਪੁਰਾਣੇ ਵਕਤਾਂ ਦੀ ਗੱਲ ਕਰ ਲਈਏ, ਤੁਸੀਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਵਕਤ ਕਰ ਲਓ ਜਾਂ ਉਸ ਤੋਂ ਵੀ ਪਹਿਲਾਂ ਦੀ ਆਪਾਂ ਗੱਲ ਕਰ ਲਈਏ, ਇਹ ਪਹਾੜ ਇਹ ਦਰਿਆ ਇਹ ਤੇ ਉਦੋਂ ਵੀ ਹੈਗੇ ਸੀ। ਉਹ ਗੱਲ ਵੱਖਰੀ ਆ ਵੀ ਆਪਾਂ ਝਰੀਟਾਂ ਬਾਅਦ 'ਚ ਮਾਰ ਲੀਆਂ, ਆ ਫਲਾਨਾ ਮੁਲਕ, ਆ ਫਲਾਨਾ ਸੂਬਾ, ਆ ਇਸ ਸੂਬੇ ਦੇ ਵਿੱਚੋਂ ਫਲਾਨਾ ਸੂਬਾ, ਤੇ ਆਪਾਂ ਨੂੰ ਲੱਗਦਾ ਵੀ ਲੈ ਵੀ ਅਸੀਂ ਝਰੀਟ ਮਾਰਤੀ ਤੇ ਹੁਣ ਪਾਣੀ ਵੀ ਸਮਝ ਵੇ ਵੀ ਨੋ ਵਿਦਆਊਟ ਵੀਜ਼ਾ ਨਹੀਂ ਜਾ ਸਕਦੇ ਤੁਸੀਂ ਉੱਥੇ, ਇੱਦਾਂ ਥੋੜ੍ਹਾ ਹੋਣਾ। ਤੇ ਚਲੋ ਇਹਦੇ 'ਚ ਹੋ ਸਕਦਾ ਆਪਾਂ ਨੂੰ ਇੱਥੇ ਬਹਿ ਕੇ ਬੰਦਾ ਗੱਲ ਆਖੇ ਵੀ ਯਾਰ ਤੁਸੀਂ ਤਾਂ ਟੈਲੀਵਿਜ਼ਨ 'ਤੇ ਬਹਿ ਕੇ ਗੱਲਾਂ ਕਰ ਲੈਂਦੇ ਹੋ, ਐਡੀ ਛੇਤੀ ਥੋੜ੍ਹਾ ਉੱਥੇ ਕਿਤੇ ਦਰਿਆਵਾਂ ਨੂੰ ਬੰਨ੍ਹ ਲੱਗਦੇ ਹੁੰਦੇ ਆ। ਆਪਾਂ ਕਦੋਂ ਆਨੇ ਵੀ ਦਰਿਆਵਾਂ ਨੂੰ ਬੰਨ੍ਹ ਲਾ ਦਈਏ, ਪਰ ਹਾਂ ਦਰਿਆਵਾਂ ਦੇ ਜਿਹੜੇ ਕੁਦਰਤੀ ਰਾਹ ਨੇ ਉਹਨਾਂ ਬਾਰੇ ਤਾਂ ਆਪਾਂ ਨੂੰ ਪਤਾ ਹੁੰਦਾ ਹੀ ਆ। ਉਹ ਰਾਹ ਕਦੋਂ ਕਿਵੇਂ ਬੰਦ ਕਰ ਦਿੱਤੇ ਜਾਂਦੇ, ਮੇਰੇ ਖਿਆਲ ਨਾਲ ਉਹਦਾ ਪ੍ਰਬੰਧ ਤਾਂ ਕੀਤਾ ਹੀ ਜਾ ਸਕਦਾ, ਕਿ ਜਾਂ ਫਿਰ ਉਹ ਵੀ ਪਤਾ ਨਹੀਂ ਲਿਫਾਫਿਆਂ ਨੂੰ ਕਿੱਥੇ ਬਣਦੇ ਆ। ਨਹੀਂ ਜੀ, ਉਹ ਕੀਤਾ ਜਾ ਸਕਦਾ, ਕਰਨਾ ਚਾਹੀਦਾ ਹੈ। ਬਾਕੀ ਸਿਆਸਤਦਾਨ ਨੇ ਭਾਈ ਉਹਨਾਂ ਦਾ ਆਪਣਾ ਸੋਚਣ ਦਾ ਢੰਗ ਤਰੀਕਾ। ਤੁਸੀਂ ਦੇਖੋ ਸੰਧਾਲੀਆ ਸਾਹਿਬ, ਸਿਆਸਤ ਕਿੰਨੀ ਅਜੀਬ ਸ਼ੈ ਆ ਨਾ, ਤੁਹਾਨੂੰ ਨਹੀਂ ਲੱਗਦੀ ਹੁੰਦੀ ਕਿਉਂਕਿ ਤੁਸੀਂ ਕਰਦੇ ਹੋ, ਸਾਨੂੰ ਲੱਗਦੀ। ਬੜੇ ਚਿਰ ਦਾ ਮੈਂ ਤੇ ਵੀਰ ਜੀ ਸੰਨਿਆਸ ਲਿਆ ਹੋਇਆ, ਬੜੇ ਦਿਨ ਹੋ ਗਏ ਮੈਂ ਕਹਿ ਰਿਹਾ ਵਾਰ-ਵਾਰ, ਮੈਨੂੰ ਪਤਾ ਨਹੀਂ ਕਿੰਨੇ ਦਹਾਕੇ ਪਰ। ਹਾਂਜੀ, ਤੁਸੀਂ ਇਹ ਦੇਖੋ ਵੀ ਹੁਣ ਤੇ ਸਮੋਸੇ ਚਨੇ ਖਾਣ ਲੱਗ ਪਿਆ ਮੈਂ ਯਾਰ, ਅਜੇ ਵੀ ਤੁਸੀਂ ਯਕੀਨ ਨਹੀਂ ਕਰਦੇ। ਸੰਧਾਲੀਆ ਸਾਹਿਬ, ਲੀਡਰਾਂ ਨੂੰ ਵੀ ਤਾਂ ਡਾਕਟਰ ਕਹਿ ਹੀ ਦਿੰਦੇ ਆ ਹੁਣ ਤੁਸੀਂ ਬਾਕੀ ਚੀਜ਼ਾਂ ਖਾਣੀਆਂ ਛੱਡ ਦਿਓ, ਸਮੋਸੇ ਚਨੇ ਤੇ ਆ ਜਾਓ। ਸੰਧਾਲੀਆ ਸਾਹਿਬ, ਇਹ ਮੈਂ ਪਹਿਲੀ ਵਾਰ ਸੁਣੀ ਗੱਲ, ਸਮੋਸੇ ਚਨੇ ਛਡਾਉਣ ਵਾਲੇ ਡਾਕਟਰ ਤੇ ਥਾਂ ਮਿਲ ਜਾਣਗੇ, ਲਾਉਣ ਵਾਲਾ ਤਾਂ ਕੋਈ ਨਹੀਂ ਮਿਲਦਾ ਯਾਰ। ਤੁਸੀਂ ਮਾੜਾ ਆਮ ਬੰਦੇ ਨੂੰ ਛਡਾਉਂਦੇ ਆ, ਤੁਹਾਨੂੰ ਨਹੀਂ ਛਡਾ ਸਕਦੇ, ਉਹ ਤੁਹਾਨੂੰ ਨਹੀਂ ਛਡਾ ਸਕਦੇ। ਅੱਛਾ, ਇੱਕ ਮੈਂ ਗੱਲ ਸੁਣੀ ਸੀ ਸੰਧਾਲੀਆ ਸਾਹਿਬ ਟੀਵੀ ਦੇ, ਪਤਾ ਨਹੀਂ ਤੁਸੀਂ ਜਿੱਦਾਂ ਕਿਹਾ ਨਾ ਕਿ ਅਸੀਂ ਨਹੀਂ ਖਾਦੇ, ਅਸੀਂ ਨਹੀਂ ਖਾਦੇ, ਉਹ ਨਹੀਂ ਸੀ ਕਹਿੰਦਾ ਜੀ ਇਹ ਚੋਰੀ ਮੈਂ ਨਹੀਂ ਕੀਤੀ, ਮੇਰਾ ਨਾਂ ਲੱਗਦਾ। ਉਹ ਮੋਰੇ ਕਹਿੰਦਾ ਸੀ ਤੁਸੀਂ ਪਹਿਲਾਂ ਬਹੁਤ ਕੀਤੀਆਂ, ਤੁਹਾਡਾ ਤਾਂ ਲੱਗਦਾ, ਇਸ ਕਰਕੇ ਤੁਸੀਂ ਜਿੰਨਾ ਮਰਜ਼ੀ ਕਹੀ ਜਾਓ ਜੀ ਮੇਰਾ ਕੋਈ ਕਸੂਰ ਨਹੀਂ, ਕਸੂਰ ਲੋਕਾਂ ਕੱਢ ਜਾਣਾ। ਵੈਸੇ ਵੀ ਸੁਣੋ, ਇਲਾਕੇ 'ਚ ਕੋਈ ਗੱਲਬਾਤ ਹੋਵੇ, ਪੁਲਿਸ ਵਾਲਿਆਂ ਦਾ ਕੰਮ ਕੀ ਹੁੰਦਾ ਕਿ ਇਲਾਕੇ ਦੇ ਸਾਰੇ, ਮੈਂ ਨਹੀਂ ਕਹਿੰਦਾ ਕਿੱਦਾਂ ਦੇ ਬੰਦੇ ਉਹਨਾਂ ਨੇ ਇਕੱਠੇ ਕਰ ਲੈਣੇ ਹੁੰਦੇ ਆ, ਜ਼ਰੂਰੀ ਤਾਂ ਨਹੀਂ ਹੁੰਦੀ ਕਿ ਉਹਨਾਂ ਨੇ ਕੰਮ ਕੀਤਾ। ਮੈਂ ਉੱਧਰਲੇ ਪਾਸੇ ਨਹੀਂ ਜਾਂਦਾ। ਚਲੋ ਸੰਧਾਲੀਆ ਸਾਹਿਬ, ਹੁਣ ਹੋਇਆ ਕੀ, ਲੀਡਰਾਂ ਦੀ ਗੱਲ ਕਰਨ ਲੱਗੇ ਸੀ ਕਿ ਤੁਸੀਂ ਸਮਝਾ ਦਿਓ ਸਾਨੂੰ, ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ, ਸਾਰਿਆਂ ਨੂੰ, ਕਿ ਸੱਚ ਕਿਹਦਾ ਮੰਨੀਏ, ਕਿਉਂਕਿ ਪੰਜਾਬ ਦੇ ਸਿਰ ਕਰਜ਼ਾ ਹੈ, ਆਪਾਂ ਨੂੰ ਪਤਾ ਹੈ, ਬਹੁਤੇ ਰੁਪਈਏ ਸਾਡੇ ਬਜਟ ਦੇ ਉਧਰਲੇ ਪਾਸੇ ਨੂੰ ਜਾਂਦੇ ਆ, ਸਾਨੂੰ ਪਤਾ ਸਾਰਿਆਂ ਨੂੰ। ਸਾਡੇ ਸਰਕਾਰੀ ਕਰਮਚਾਰੀਆਂ ਨੂੰ ਤਨਖਾਹਾਂ ਪੈਨਸ਼ਨਾਂ ਵੇਲੇ ਸਿਰ ਮਿਲ ਸਕਦੀਆਂ ਜੇ ਉਹ ਕਰਜ਼ ਨਾ ਹੋਵੇ। ਸਾਡੀਆਂ ਸੜਕਾਂ, ਸਾਡੇ ਸਟੇਡੀਅਮ, ਸਾਰਾ ਕੁਝ ਦਰੁਸਤ ਹੋ ਸਕਦਾ ਜੇ ਉਹ ਪੈਸੇ ਸਾਡੇ ਆਮਦਨ ਦੇ ਸਾਡੇ ਉੱਤੇ ਖਰਚ ਹੋਣ ਤਾਂ ਵਿਆਜ 'ਚ ਚਲੇ ਗਏ। ਹੁਣ ਇੱਕ ਧਿਰ ਜਿਹੜੀ ਕਿ ਵਿਰੋਧੀ ਧਿਰ ਹੈ, ਉਹਨਾਂ ਨੇ ਪਿਛਲੇ ਦਿਨੀ ਠੋਕ ਵਜਾ ਕੇ ਆਖਿਆ ਸੀ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਆਮਦਨ ਕਮਾ ਲਵਾਂਗੇ। ਇੰਨੇ ਹਜ਼ਾਰ ਕਰੋੜ ਰੁਪਈਆ ਤੇ ਇਹਨਾਂ ਨੇ ਕਰਜ਼ਾ ਹੀ ਚੱਕ ਲਿਆ ਜਦੋਂ ਦੀ ਸਰਕਾਰ ਬਣੀ ਆ। ਲੋਕਾਂ ਦੀਆਂ ਅੱਖਾਂ ਖੁੱਲੀਆਂ, ਯਾਰ ਜੇ ਕਰਜ਼ਾ ਚੱਕ ਕੇ ਕੰਮ ਕਰਨਾ ਤਾਂ ਪਹਿਲੇ ਵੀ ਕਰੀ ਜਾਂਦੇ ਸੀ। ਤੁਸੀਂ ਤਾਂ ਆਂਦੇ ਸੀ ਪੰਜਾਬ ਨੂੰ ਪੈਰਾਂ ਸਿਰ ਕਰਨਾ, ਪੰਜਾਬ ਨੂੰ ਕਰਜ਼ਾ ਮੁਕਤ ਕਰਨਾ, ਹੌਲੀ ਹੌਲੀ ਕਰਜ਼ ਲਾਉਣਾ। ਸਮਝ ਆ ਗਈ ਗੱਲ ਦੀ ਵਿਰੋਧੀ ਧਿਰਾਂ ਦੀ ਕਿ ਭਾਈ ਉਹ ਕਹਿੰਦੇ ਇਹਨਾਂ ਨੇ ਕਰਜ਼ਾ ਬਹੁਤ ਚੱਕਿਆ, ਐਵੇਂ ਨਹੀਂ ਆ ਸਾਰਾ ਕੁਝ ਮੁਫਤ ਦੇਣ ਦੇ ਐਲਾਨ ਕਰਦੇ ਫਿਰਦੇ। ਹੁਣ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਸਾਹਿਬ, ਉਹ ਕਹਿੰਦੇ ਜੀ ਗੱਲਾਂ ਹੀ ਝੂਠ ਨੇ। ਉਹਨਾਂ ਨੇ ਹੋਰ ਅੰਕੜਾ ਪੇਸ਼ ਕੀਤਾ, ਉਹ ਕਹਿੰਦੇ 8100 ਕਰੋੜ ਦਾ ਕਰਜ਼ਾ ਲਿਆ। ਮੰਨ ਗਈ ਸਰਕਾਰ ਕਿ ਅਸੀਂ 8100 ਕਰੋੜ ਰੁਪਈਏ ਦਾ ਕਰਜ਼ਾ ਚੱਕਿਆ।
366 ਕਰੋੜ ਰੁਪਏ ਕਮਾਏ ਵੀ ਆ, ਜਾਨੀ ਕਿ ਅਸੀਂ ਵੱਧ ਇਨਕਮ ਜਨਰੇਟ ਕੀਤੀ ਹੈ, ਕਰਜ਼ਾ ਘਟ ਲਿਆ ਤੇ ਕੁੱਲ ਮਿਲਾ ਕੇ ਕਹਿੰਦੇ ਜੀ ਅਸੀਂ ਕਰਜ਼ਾ ਘਟਾ ਦਿੱਤਾ ਪੰਜਾਬ ਦੇ ਸਿਰ। ਹੁਣ ਜੇ ਤਾਂ ਹਰਪਾਲ ਸਿੰਘ ਚੀਮਾ ਸਾਹਿਬ ਮੰਤਰੀ ਨੇ ਮਾਨਯੋਗ, ਮਹਿਕਮਾ ਉਹਨਾਂ ਦੇ ਕੋਲ ਹੈ, ਵਿੱਤ ਵਿਭਾਗ ਹੈ, ਜੇ ਉਹ ਸੱਚ ਬੋਲਦੇ ਨੇ ਤੇ ਇਹਦਾ ਮਤਲਬ ਹੈ ਕਿ ਵਿਰੋਧੀ ਧਿਰਾਂ ਝੂਠ ਬੋਲਦੀਆਂ ਕਿ ਕਰਜ਼ਾ ਹੋਰ ਚਾੜ ਦਿੱਤਾ, ਤੇ ਜੇ ਵਿਰੋਧੀ ਧਿਰਾਂ ਸੱਚ ਬੋਲਦੀਆਂ ਤੇ ਇਹਦਾ ਮਤਲਬ ਹੈ ਕਿ ਮੰਤਰੀ ਸਾਹਿਬ ਤੇ ਤੱਥ ਜਿਹੜੇ ਸੱਚਾਈ ਤੋਂ ਕੋਹਾਂ ਦੂਰ ਨੇ। ਪਰ ਆਮ ਬੰਦਾ ਤਾਂ ਪਜ਼ਲ ਹੋ ਗਿਆ ਨਾ, ਪਹਿਲੇ ਵਿਰੋਧੀ ਵੀ ਚੁਣੇ ਹੋਏ ਲੋਕਾਂ ਦੇ ਨੁਮਾਇੰਦੇ ਨੇ, ਮੰਤਰੀ ਸਾਹਿਬ ਵੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ, ਜਾਨੀ ਇੰਨਾ ਹੀ ਹੋ ਗਿਆ। ਹਾਂਜੀ ਜੀ, ਆਓ ਜੀ ਆਓ। ਮੈਂ ਬਾਰ ਸਾਹਿਬ ਇੱਥੇ ਜਿੱਦਾਂ ਤੁਸੀਂ ਕਿਹਾ ਵੀ ਤੁਸੀਂ ਸਮਝਾ ਦਿਓ, ਮੈਂ ਸਮਝਾ ਦਿਆਂ ਤੁਹਾਨੂੰ ਗੱਲ ਵੀ ਕਿਸੇ ਵੀ ਪਾਰਟੀ ਦੇ ਲੀਡਰ ਹੁਣ ਉਹਨਾਂ ਦਾ ਕੰਮ ਹੁੰਦਾ, ਹਰੇਕ ਨੇ ਕਹਿਣਾ ਵੀ ਮੈਂ ਜੋ ਕਰਤਾ ਉਹ ਠੀਕ ਹੀ, ਦੂਜੇ ਦਾ ਗਲਤੀ। ਤੇ ਜੇ ਇਹ ਕੰਮ ਨਾ ਹੋਊਗਾ ਤੇ ਫਿਰ ਲੋਕ ਕਨਫਿਊਜ਼ ਕਿੱਦਾਂ ਹੋਣਗੇ? ਜੇ ਲੋਕ ਕਨਫਿਊਜ਼ ਨਹੀਂ ਹੋਣਗੇ ਫਿਰ ਉਹ ਵੋਟਾਂ ਕਿੱਦਾਂ ਪਾਉਣਗੇ? ਇਸ ਕਰਕੇ ਲੋਕਾਂ ਨੂੰ ਕਨਫਿਊਜ਼ ਕਰਨਾ ਜ਼ਰੂਰੀ। ਜੋ ਵਿਰੋਧੀ ਕਹਿੰਦੇ ਉਹ ਵੀ ਸੱਚ ਮੰਨ ਲੈਂਦੇ, ਜੋ ਸਰਕਾਰ ਕਹਿੰਦੀ ਆਪਾਂ ਉਹ ਵੀ ਸੱਚ ਮੰਨ ਲੈਂਦੇ ਆ। ਹਾਂ, ਗਰਾਊਂਡ ਲੈਵਲ ਦੇ ਉੱਪਰ ਕੀ ਫਰਕ ਪੈਂਦਾ ਉਹਦੇ ਤੇ ਆਪਾਂ ਨੂੰ ਯਕੀਨ ਕਰਨ 'ਚ ਜੇ ਟਾਈਮ ਲੱਗਣਾ। ਇਹਦੇ 'ਚ ਇੱਕ ਆਪਾਂ ਹੋਰ ਜ਼ਿਕਰ ਕਰਦੇ ਹਾਂ, ਉਹ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਨੈਸ਼ਨਲ ਕਨਵੀਨਰ ਨੇ ਕੇਜਰੀਵਾਲ ਸਾਹਿਬ, ਉਹਨਾਂ ਬਕਾਇਦਾ ਟਵੀਟ ਕੀਤਾ, ਬੇਸਿਕਲੀ ਇੱਕ ਰੀਟਵੀਟ ਕੀਤਾ, ਇੱਕ ਟਵੀਟ ਨੂੰ ਰੀਟਵੀਟ ਕੀਤਾ। ਐਂਡ ਉਹ ਪਹਿਲਾ ਟਵੀਟ ਉਹ ਵੀ ਆਮ ਆਦਮੀ ਪਾਰਟੀ ਵਾਲੇ ਪਾਸੇ ਸੀ। ਉਹ ਇਹ ਕਹਿੰਦਾ ਕਿ ਪਹਿਲੀ ਤਿਮਾਹੀ ਜਿਹੜੀ ਹੈ ਜੀ ਤੇ 3 ਮਹੀਨੇ ਵਾਲਾ, ਉਹਦੇ 'ਚ 15,000 ਕਰੋੜ ਪਿਛਲੇ ਸਾਲ ਦਾ ਸੀਗਾ ਕਮਾਈ, ਪਿਛਲੇ ਸਾਲ ਆਮਦਨ ਸੀਗੀ, ਪਰ ਐਤਕੀ ਪਿਛਲੇ ਸਾਲ ਨਾਲੋਂ 21,000 ਕਰੋੜ ਹੋ ਗਈ, ਯਾਨੀ ਕਿ 6,000 ਕਰੋੜ ਅਸੀਂ ਵੱਧ ਕਮਾ ਲਿਆ। ਉਹ ਕਹਿੰਦੇ ਵੀ ਆਹ ਦੇਖੋ ਜੀ ਇਹ ਕਮਾਈ ਹੋ ਗਈ। ਐਂਡ ਇਸੇ ਚੀਜ਼ ਦੇ ਉੱਪਰ ਟਿੱਪਣੀ ਕਰਦੇ ਨੇ ਕੇਜਰੀਵਾਲ ਸਾਹਿਬ। ਉਹ ਕਹਿੰਦੇ ਵੀ ਵਿਰੋਧੀ ਪਾਰਟੀਆਂ ਤੇ ਵਿਰੋਧੀ ਲੀਡਰ ਸਾਨੂੰ ਕਹਿੰਦੇ ਸੀ ਵੀ ਪੈਸਾ ਕਿੱਥੋਂ ਆਊਗਾ, ਆਹ ਲਓ ਸਾਲ ਦੀ ਬਿਜਲੀ ਦਾ ਪੈਸਾ ਤਾਂ ਇੱਥੋਂ ਹੀ ਆ ਗਿਆ, ਹੋਰ ਦੱਸੋ ਕੀ ਚਾਹੀਦਾ ਤੁਹਾਨੂੰ, 6,000 ਕਰੋੜ ਆਹ ਲਓ ਜੀ, 21 ਤਿਮਾਹੀ ਦੇ ਵਿੱਚ ਅਸੀਂ ਵੱਧ ਕਮਾ ਕੇ ਦੇ ਦਿੱਤਾ। ਤੇ ਇਹਨੂੰ ਉਹ ਜੋੜਦੇ ਨੇ ਇਮਾਨਦਾਰੀ ਦੇ ਨਾਲ ਕਿ ਜੇ ਇਮਾਨਦਾਰੀ ਦੇ ਨਾਲ ਸਰਕਾਰ ਚੱਲੇ, ਇਮਾਨਦਾਰੀ ਦੇ ਨਾਲ ਸਾਰਾ ਕੁਝ ਹੋਵੇ ਤੇ ਪੈਸਾ ਕਮਾਇਆ ਜਾ ਸਕਦਾ, ਉਹ ਚੋਰ ਮੋਰੀਆਂ ਬੰਦ ਕਰਕੇ। ਹੁਣ ਇਸ ਟਵੀਟ ਤੋਂ ਬਾਅਦ ਤੇ ਹਰੇਕ ਨੂੰ ਐਂ ਜਾਪਦਾ ਵੀ ਯਾਰ ਜੇ ਇਦਾਂ ਹੀ ਲੱਗੇ ਰਹੇ, ਅਪਰੋਕਸੀਮੇਟਲੀ 2,000 ਕਰੋੜ ਮਹੀਨੇ ਦਾ ਵਾਧਾ, ਤੇ ਜੇ ਆਪਾਂ 12 ਮਹੀਨਿਆਂ ਦੀ ਗੱਲ ਕਰ ਲਈਏ ਤੇ ਫਿਰ 24,000 ਕਰੋੜ ਤਾਂ ਸਾਲ ਦੀ ਆਮਦਨ ਵੱਧ ਗਈ। ਨਹੀਂ ਸੰਧਾਲੀਆ ਸਾਹਿਬ, ਜੇ ਤਾਂ ਕਿਤੇ ਇਦਾਂ ਹੋ ਜਾਵੇ ਤਾਂ ਬੱਲੇ ਬੱਲੇ। ਅਸੀਂ ਵਿਰੋਧੀ ਧਿਰਾਂ ਨੂੰ ਵੀ ਸੱਦਾ ਦਿੰਦੇ ਹਾਂ ਕਿ ਭਾਈ ਜੇ ਪਲਾਸਟਿਕ ਦੇ ਉੱਤੇ ਪਾਬੰਦੀ ਤੁਸੀਂ ਵੀ ਲਾਉਂਦੇ ਸੀ, ਹੁਣ ਇਹਨਾਂ ਨੇ ਵੀ ਲਾਈ ਆ, ਤੁਸੀਂ ਸਾਥ ਦਿਓ। ਅਸੀਂ ਵਿਰੋਧੀ ਧਿਰਾਂ ਨੂੰ ਵੀ ਸੱਦਾ ਦਿੰਦੇ ਹਾਂ, ਬੇਨਤੀ ਕਰਦੇ ਹਾਂ ਕਿ ਜੇ ਵਿੱਤ ਮੰਤਰੀ ਪੰਜਾਬ ਸਰਕਾਰ ਹਰਪਾਲ ਸਿੰਘ ਚੀਮਾ ਸਾਹਿਬ ਦੇ ਅੰਕੜੇ ਸਹੀ ਨਹੀਂ, ਤੱਥਾਂ ਤੋਂ ਦੂਰ ਨੇ, ਜੇ ਇਹਨਾਂ ਨੇ ਕਰਜ਼ ਵੱਧ ਚੁੱਕਿਆ ਜਾਂ ਆਮਦਨ ਉਨੀ ਨਹੀਂ ਵਧੀ ਜਿੰਨੀ ਇਹ ਦੱਸਦੇ ਆ, ਤੁਸੀਂ ਤੱਥ ਪੇਸ਼ ਕਰੋ, ਤੁਸੀਂ ਬਰਾਬਰ ਤੇ ਪ੍ਰੈਸ ਕਾਨਫਰੰਸ ਕਰੋ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਕਿਤੇ ਉਹਨਾਂ ਦੇ ਅੱਖਾਂ ਦੇ ਵਿੱਚ ਘੱਟਾ ਤਾਂ ਨਹੀਂ ਪਾਇਆ ਜਾ ਰਿਹਾ। ਪਰ ਜੇ ਤੁਸੀਂ ਹੁਣ ਚੁੱਪ ਰਹੋਗੇ ਫਿਰ ਸਟੈਂਪ ਲੱਗੂਗੀ, ਫਿਰ ਮੋਹਰ ਲੱਗੂਗੀ ਕਿ ਭਾਈ ਸਰਕਾਰ ਜੋ ਕਹਿੰਦੀ ਹੈ ਉਹ ਠੀਕ ਕਹਿੰਦੀ ਹੈ। ਨਵੇੜਾ ਤਾਂ ਸੰਧਾਲੀਆ ਸਾਹਿਬ ਤਾਂ ਇਹੋ ਜੇ ਪੰਜਾਬ ਸਰਕਾਰ ਨੇ ਕਰਜ਼ ਵੱਧ ਚੁੱਕਿਆ, ਪਤਾ ਲੱਗ ਜਾਣਾ। ਕਾਗਜ਼ੀ ਪੱਤਰੀਆਂ, RTI ਬੜਾ ਵਧੀਆ ਕਾਨੂੰਨ ਹੈ, ਉਹਦੇ ਰਾਹੀਂ ਪਤਾ ਲੱਗ ਜਾਣਾ। ਤੇ ਕਾਂਗਰਸ ਨੂੰ ਤਾਂ ਵੈਸੇ ਵੀ RTI ਦਾ ਫਾਇਦਾ ਲੈਣਾ ਚਾਹੀਦਾ, ਕਿਉਂਕਿ ਇਹਦਾ ਸਿਰਾ ਵੀ ਉਹ ਆਪਣੇ ਸਿਰ ਬੰਨ੍ਹਦੇ ਹੁੰਦੇ ਆ ਕਿ ਭਾਈ ਸਾਡੇ ਵਾਲੀ ਉੱਪਰਲੇ ਪਾਸੇ ਸਰਕਾਰ ਸੀ ਤਾਂ ਇਹ ਪਾਸ ਉਹਨਾਂ ਨੇ ਕੀਤਾ। ਹਾਂ, ਇਹ ਸਾਰੇ ਪੰਜਾਬੀਆਂ ਦੇ ਲਈ ਬਹੁਤ ਸੁੱਖ ਦੇ ਸਾਹ ਵਾਲੀ, ਠੰਡੀ ਹਵਾ ਦੇ ਬੁੱਲੇ ਵਾਲੀ ਗੱਲ ਹੋਏਗੀ ਜੇ ਸੱਚੀ ਮੁੱਚੀ ਕਰਜ਼ਾ ਲਿੱਥਣ ਲੱਗ ਜਾਵੇ, ਕਰਜ਼ੇ ਦੀ ਪੰਡ ਜਿਹੜੀ ਭਾਰੀ ਹੋਈ ਹੈ ਉਹ ਹਲਕੀ ਹੋਣ ਲੱਗ ਪਏ। ਚੀਮਾ ਸਾਹਿਬ ਨੇ ਤਾਂ ਇੱਥੋਂ ਤੱਕ ਵੀ ਕਿਹਾ, ਉਹ ਕਹਿੰਦੇ ਪੰਜਾਬ ਦੀ ਇੱਕ ਅਕਾਲੀ ਭਾਜਪਾ ਦੀ ਸਰਕਾਰ ਜਾਂਦਿਆਂ ਜਾਂਦਿਆਂ ਜਿਹੜਾ ਕਰਜ਼ ਸਾਡੇ ਸਿਰ ਚੜ੍ਹ ਗਈ ਸੀ, ਅਸੀਂ ਤਾਂ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਉਹਦਾ ਵਿਆਜ ਘਟਾਇਆ, 300 ਕਰੋੜ ਰੁਪਈਆ ਕਹਿੰਦੇ ਜੀ ਸਾਨੂੰ ਬਚ ਜਾਣਾ, ਤੇ ਜਿਹੜਾ ਕਰਜ਼ਾ ਪਹਿਲਾਂ 34 ਸਾਲਾਂ ਦੇ ਲਿੱਥਣਾ ਸੀ ਹੁਣ 33 'ਚ ਲਿੱਥੂ। ਚੀਮਾ ਸਾਹਿਬ ਲੱਗੇ ਰਹੋ, ਜੇ ਪੰਜਾਬ ਕਿਤੇ ਸੁਰਖਰੂ ਹੋ ਜਾਵੇ, ਬਹੁਤ ਸਾਰੇ ਹੋਰ ਸੂਬੇ ਸੁਰਖਰੂ ਨੇ, ਤੇ ਆਪਾਂ ਨੂੰ ਚਾਹੀਦਾ ਕੀ ਹੈ? ਪਰ ਹਾਂ, ਕੋਈ ਵੀ ਧਿਰ ਚਾਹੇ ਸੱਤਾਧਾਰੀ ਹੈ ਚਾਹੇ ਵਿਰੋਧੀ ਹੈ, ਅੰਕੜਿਆਂ ਦੇ ਨਾਲ ਪੰਜਾਬ ਦੇ ਲੋਕਾਂ ਦਾ ਢਿੱਡ ਭਰਨ ਦੀ ਖੇਚਲ ਨਾ ਕਰੇ, ਕਿਉਂਕਿ ਜੇ ਅੰਕੜਿਆਂ ਦੇ ਨਾਲ ਖੇਚਲ ਕੀਤੀ ਜਾਊਗੀ ਢਿੱਡ ਭਰਨ ਨੂੰ, ਤਾਂ ਆਖਿਰਕਾਰ ਤਾਂ ਫਿਰ ਲੋਕ ਜਵਾਬ ਦੇ ਦਿੰਦੇ ਹੁੰਦੇ। ਜਦੋਂ ਜਵਾਬ ਦਿੰਦੇ ਫਿਰ ਪਤਾ ਨਹੀਂ ਲੱਗਦਾ ਹੁੰਦਾ ਕਿ ਭਾਈ ਕਿੱਧਰਲੇ ਪਾਸਿਓਂ ਕੀ ਹੋ ਗਿਆ। ਨਹੀਂ, ਗੱਲ ਠੀਕ ਹੈ। ਦੇਖੋ ਕਾਰਨ ਹੈ ਵੀ ਇਹ ਗੱਲ ਜੇ ਸਾਹਮਣੇ ਆਈ ਆ, ਸਰਕਾਰ ਕਹਿੰਦੀ ਵੀ ਸਾਡੀ ਆਮਦਨ ਵਧੀ ਆ, ਆਪਾਂ ਮੋਟਾ ਜਿਹਾ ਹਿਸਾਬ ਲਾ ਲੈਂਦੇ ਵੀ 24,000 ਕਰੋੜ ਜੇ ਸਾਲ ਦਾ ਵਧਣਾ, 5 ਸਾਲ ਸਰਕਾਰ ਚੱਲਣੀ ਆ, ਲੱਖ ਸਵਾ ਲੱਖ ਅਪਰੋਕਸੀਮੇਟਲੀ 1.25 ਲੱਖ ਕਰੋੜ ਤੋਂ ਵੱਧ ਦੀ ਆਮਦਨ ਇੱਕੇ ਸਰੋਤ ਤੋਂ ਬਣਦੀ ਹੈ, ਬਾਕੀ ਇਹਦੇ ਵਿੱਚ ਹੋਰ ਸਰੋਤ ਪਾ ਲੈਣ। ਤੇ ਜੇ ਮੰਨ ਕੇ ਚੱਲੇ ਵੀ ਇਹ ਵੱਧ ਆਮਦਨ ਹੈ, ਜਿੰਨੀ ਆਮਦਨ ਆਲਰੇਡੀ ਪੰਜਾਬ ਨੂੰ ਸੀਗੀ ਉਹਦੇ ਤੋਂ ਵੱਧ ਦੀ ਗੱਲ ਕਰਦੇ ਵੀ 5 ਸਾਲਾਂ 'ਚ ਲੱਖ 1.5 ਲੱਖ ਕਰੋੜ ਰੁਪਈਆ ਵੱਧ ਆਊਗਾ। ਤੇ ਜੇ ਲੱਖ 1.5 ਲੱਖ ਕਰੋੜ ਰੁਪਈਆ ਵੱਧ ਆਊਗਾ, ਉਹਦੇ ਵਿੱਚੋਂ ਜਿੰਨੀਆਂ ਸਕੀਮਾਂ ਗਰੰਟੀਆਂ ਨੇ ਉਹਨਾਂ ਦੇ ਉੱਪਰ ਖਰਚ ਵੀ ਆਮ ਆਦਮੀ ਪਾਰਟੀ ਕਰ ਦੇਵੇ, ਤੇ ਅਖੀਰ ਦੇ ਵਿੱਚ ਜਾ ਕੇ ਜਦੋਂ ਆਮ ਤੌਰ ਤੇ ਹੁੰਦਾ ਵੀ ਇੱਕ ਸਰਕਾਰ ਗਈ, ਉਹ ਜੇ ਜਾਣ ਲੱਗੇ ਖਜ਼ਾਨਾ ਖਾਲੀ ਕਰਕੇ
ਕਰਜ਼ਾ ਵਧਾ ਗਏ। ਇਹ ਡਾਇਲੋਗ 27 ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਨਾ ਸੁਣਨ ਨੂੰ ਮਿਲੇ, ਸਗੋਂ ਇਹ ਕਹਿ ਕੇ ਆਮ ਆਦਮੀ ਪਾਰਟੀ ਉਦੋਂ ਵੋਟਾਂ ਮੰਗੇ ਲੋਕਾਂ ਦੇ ਕੋਲੋਂ ਵੀ ਜੋ ਗਰੰਟੀਆਂ ਤੁਹਾਨੂੰ ਕਹੀਆਂ ਸੀ ਅਸੀਂ ਉਹ ਵੀ ਪੂਰੀਆਂ ਕਰਤੀਆਂ, ਇੰਨਾ ਤੁਹਾਡੇ ਸਿਰ ਕਰਜ਼ਾ ਸੀ ਅਸੀਂ ਇੰਨਾ ਘਟਾ ਦਿੱਤਾ ਤੇ ਖਜ਼ਾਨੇ 'ਚ ਵਜੇ ਪੈਸੇ ਹੈਗੇ। ਉਹ ਜਾਣੇ ਲੋਕਾਂ ਨੂੰ ਵੀ ਹੌਸਲਾ ਹੋ ਜਾਊਗਾ। ਨਹੀਂ ਬਹੁਤ ਜ਼ਰੂਰੀ ਆ। ਬਾਕੀ ਜੇ ਪੈਸਿਆਂ ਦੀ ਘਾਟ ਹੋਵੇ ਨਾ ਸੰਧਾਲੀਆ ਸਾਹਿਬ ਕਿ ਪੈਸੇ ਨਹੀਂ ਹੈਗੇ, ਮਨਪ੍ਰੀਤ ਸਿੰਘ ਬਾਦਲ ਸਾਹਿਬ ਕਹਿੰਦੇ ਹੁੰਦੇ ਖਜ਼ਾਨਾ ਖਾਲੀ ਹੈ, ਕਈ ਵਾਰੀ ਇਹ ਵੀ ਕਿਹਾ ਜਾਂਦਾ ਜੀ ਫੰਡਾਂ ਦੀ ਘਾਟ ਹੈ। ਤਰੀਕਾ ਹੈਗਾ ਸੰਧਾਲੀਆ ਸਾਹਿਬ, ਢੰਗ ਬੜਾ ਵਧੀਆ ਹੈ। ਝਾਰਖੰਡ ਦੇ ਕਾਂਗਰਸ ਪਾਰਟੀ ਦੇ ਲੋਕਾਂ ਦੀਆਂ ਵੋਟਾਂ ਦੇ ਨਾਲ ਚੁਣੇ ਹੋਏ 3 MLA, ਮਾਣਯੋਗ MLA ਸਹਿਬਾਨ ਇੱਕੋ ਹੀ ਗੱਡੀ 'ਚ ਸਵਾਰ, ਪੱਛਮੀ ਬੰਗਾਲ ਦੀਆਂ ਸੜਕਾਂ ਤੇ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਵਾਲੀ ਗੱਲ ਹੋ ਗਈ। ਪੱਛਮੀ ਬੰਗਾਲ ਪੁਲਿਸ ਨੇ ਹੱਥ ਦਿੱਤਾ, ਰੋਕੇ, ਅਗਲੇ ਨੇ ਕਾੜ ਵਿਧਾਇਕ ਜੀ ਬੈਠੇ हैं पीछे, MLA साहब बैठे हैं पीछे, एक भी नहीं दो भी नहीं तीन है MLA साहबान। वो कहते कोई गल नहीं MLA साहब होणगे, उन्होंने AC लगा बैठे रहने दो, माड़ी जी डिग्गी चेक कराओ। संधा MLA 3 ਗੱਡੀ 1 ਤੇ ਉਹਨਾਂ ਦੀ ਗੱਡੀ ਦੇ ਵਿੱਚੋਂ 48 ਲੱਖ ਰੁਪਈਆ ਕੈਸ਼ ਮਿਲਿਆ। 48 ਲੱਖ 4 8 48 ਲੱਖ 2 ਲੱਖ ਕਿਹੜਾ ਖਾ ਗਿਆ? ਕੀ ਗੱਲ ਮੈਂ ਤਾਂ ਪੁੱਛਿਆ ਵੀ ਆਮ ਤੌਰ ਤੇ 50 ਹੁੰਦਾ ਫਿਰ ਕਰੋੜ ਹੁੰਦਾ, ਰਾਉਂਡ ਫਿਗਰ ਹੁੰਦਾ ਕੰਮ। ਆਹ ਵੀ ਇਹ 48 ਦਾ ਕੀ ਹਿਸਾਬ ਤਾਂ ਹੋਇਆ? ਹੁਣ ਤਾਂ ਤਿੰਨਾਂ ਦੇ ਕੋਲੋਂ ਫੜਿਆ ਗਿਆ, ਹੁਣ ਜੇ ਤਿੰਨਾਂ ਦੇ ਵਿੱਚ ਵੀ ਵੰਡਣਾ ਹੋਵੇ ਤਾਂ ਵੀ 45 ਕਰ ਲੈਂਦੇ, 15 15 15। ਆਪਾਂ 16 ਤੇ 48 ਕੀਤਾ ਨਾ, ਫੇਰ ਉਹੀ ਗੱਲ 16 ਤੇ ਨਹੀਂ, ਜੇ 16 ਹੋ ਗਿਆ ਫਿਰ ਉਹਨੇ 20 ਮੰਗਣਾ। ਅੱਛਾ ਠੀਕ, ਅੱਛਾ ਵਿਚਲਾ ਹਿਸਾਬ ਕੋਈ ਨਹੀਂ, ਜਾਂ 15 ਜਾਂ 20 ਜਾਂ 25 ਗੱਲ ਚੱਲਦੀ ਵੀਰ ਜੀ। ਹੁਣ ਸੰਧਾਲੀਆ ਸਾਹਿਬ ਵੈਸੇ ਜਾਨੀ ਇੱਕ ਗੱਲ ਦੇਖੋ ਤੁਸੀਂ ਕਿ 48 ਲੱਖ ਰੁਪਇਆ ਕੈਸ਼ ਤਾਂ ਨਹੀਂ ਕਿਸੇ ਕੋਲ ਹੋ ਸਕਦਾ। ਉਹ ਨਾ ਤਾਂ ਸਮੋਸੇ ਵੇਚਦੇ ਆ, ਨਾ ਉਹ ਕੋਈ ਹੋਰ ਇਦਾਂ ਦਾ ਕੰਮ ਕਰਦੇ ਆ ਕਿ ਭਾਈ ਉਹਨਾਂ ਨੂੰ ਕੈਸ਼ ਪੈਸੇ ਆਉਣੇ ਆ। MLA ਨੇ ਤਨਖਾਹ ਜਿਹੜੀ ਆ ਸਿੱਧੀ ਖਾਤੇ ਜਾਂਦੀ ਹੈ। ਜੇ ਕੋਈ ਹੋਰ ਕਾਰੋਬਾਰ ਵੀ ਕਰਦੇ ਹੋਣਗੇ ਤਾਂ ਬੰਦੇ ਰੱਖੇ ਹੋਣਗੇ। ਪੱਛਮੀ ਬੰਗਾਲ ਦੇ ਵਿੱਚ ਤਾਂ 48 ਲੱਖ ਰੁਪਇਆ ਕੈਸ਼ ਦਾ ਕੋਈ ਮਤਲਬ ਨਹੀਂ ਸੀ। ਹੁਣ ਜਿਹਨੇ 48 ਲੱਖ ਦਿੱਤਾ ਉਹਦੇ ਕੋਲ ਕਿੱਥੋਂ ਆਇਆ? ਇਹਨਾਂ ਨੇ 48 ਲੱਖ ਰੁਪਈਆ ਕਾਹਦਾ ਲਿਆ? ਇਹਨਾਂ ਨੇ 48 ਲੱਖ ਰੁਪਈਆ ਅੱਗੇ ਕਿੱਥੇ ਵਰਤਣਾ ਸੀ, ਕਿਵੇਂ ਵਰਤਣਾ ਸੀ? ਸਵਾਲ ਖੜੇ ਹੋ ਗਏ। ਹੁਣ ਝਾਰਖੰਡ ਕਾਂਗਰਸ ਨੇ 3 ਹੀ MLA ਸਸਪੈਂਡ ਕਰ ਦਿੱਤੇ ਤੇ ਨਾਲ ਲਾਤਾ ਦੋਸ਼। ਉਹ ਕਹਿੰਦੇ ਜੀ ਭਾਰਤੀ ਜਨਤਾ ਪਾਰਟੀ ਵਾਲੇ ਖਰੀਦਣ ਨੂੰ ਫਿਰਦੇ ਆ। ਇੱਥੋਂ ਤੱਕ ਵੀ ਇੱਕ ਨੇ ਕਹਿਤਾ, ਕਹਿੰਦੇ ਜੀ ਕਰੋੜ ਰੁਪਏ 10-10 ਕਰੋੜ ਰੁਪਈਆ ਤੇ ਮੰਤਰੀ ਦੇ ਅਹੁਦੇ ਦਾ ਲਾਲਚ ਦਿੱਤਾ ਗਿਆ ਸੀ ਕਿ ਝਾਰਖੰਡ ਦੀ ਸਰਕਾਰ ਤੋੜਨੀ ਆ ਕਿ ਤੁਸੀਂ ਸਾਡੇ ਨਾਲ ਆਓ। ਤੇ ਨਾਲ ਇਹ ਵੀ ਕਹਤਾ ਆਸਾਮ ਵਾਲਿਆਂ ਤੋਂ ਲੈ ਕੇ ਆਏ ਜਾਂ ਪੱਛਮੀ ਬੰਗਾਲ ਦੇ ਵਿੱਚ ਅੜਕ ਕੇ ਆ ਗਏ। ਹੁਣ ਸੰਧਾਲੀਆ ਸਾਹਿਬ ਜਿਹਨੂੰ 10 ਕਰੋੜ ਮਿਲਦਾ ਹੋਵੇ, ਜੇ ਗੱਲ ਸੱਚ ਹੈ ਤਾਂ ਜਿਹਨੂੰ 10 ਕਰੋੜ ਮਿਲਦਾ, ਜਿਹਨੂੰ ਮਿਨਿਸਟਰੀ ਮਿਲਦੀ ਹੈ, ਅਗਲੇ ਦੇ ਭਾਅ ਨੂੰ ਭਾਵੇਂ ਕੱਦੂ 25 ਰੁਪਏ ਕਿਲੋ ਮਿਲੇ ਤੇ ਭਾਵੇਂ 5 ਰੁਪਏ ਮਿਲੇ, ਉਹਨੂੰ ਕੀ? ਉਹਦੇ ਹਿਸਾਬ ਨਾਲ ਤੋਰੀਆਂ ਭਾਵੇਂ ਕਿਸੇ ਨੂੰ ਮਿਲਣ ਨਾ ਮਿਲਣ, ਉਹਨੂੰ ਕੀ? ਮਿਡ ਡੇ ਮੀਲ ਕਿਤੇ ਜਾਂਦੀ ਹੈ ਨਹੀਂ ਜਾਂਦੀ, ਉਹਨੂੰ ਕੀ? ਪਰ ਇਹ 48 ਲੱਖ ਵਾਲੇ ਮਸਲੇ ਨੇ ਕਲੀਅਰ ਕਰ ਦਿੱਤਾ ਕਿ ਭਾਈ ਬਹੁਤ ਕੁਝ ਚੱਲਦਾ। ਮੰਡੀ ਹੈ, ਸਿਆਸਤ ਵੀ ਇੱਕ ਮੰਡੀ ਹੈ ਜਿਹਦੇ ਵਿੱਚ ਕਈ ਬੰਦੇ ਆਪਣਾ ਮੁੱਲ ਲਵਾ ਜਾਂਦੇ ਆ। ਨਹੀਂ ਇਹ ਵੱਡੀ ਮੰਡੀ ਹੈ ਸਾਹਿਬ ਜੀ। ਇਹ ਗੱਲ ਉਹ ਕਹਿੰਦੇ ਵੀ ਮੁੱਲ ਲਾਉਣ ਵਾਲਾ ਬੰਦਾ ਚਾਹੀਦਾ ਤੇ ਮੁੱਲ ਲਵਾਉਣ ਵਾਲਾ ਬੰਦਾ ਚਾਹੀਦਾ, ਬਾਕੀ ਸਾਰਾ ਕੁਝ ਆਪੇ ਕੰਮ ਸੈੱਟ ਹੋ ਜਾਂਦਾ ਜੀ। ਚਲੋ ਆਪਾਂ ਇਹ ਆਸ ਉਮੀਦ ਕਰਦੇ ਹਾਂ ਵੀ ਹੌਲੀ ਹੌਲੀ, ਕਿਉਂਕਿ ਇਸ ਵਕਤ ਕੇਂਦਰ ਸਰਕਾਰ ਇਹ ਕਹਿੰਦੀ ਹੈ ਵੀ ਆਪਾਂ ਕਿਸੇ ਭ੍ਰਿਸ਼ਟਾਚਾਰੀ ਨੂੰ ਸਹਿਣ ਨਹੀਂ ਕਰਨਾ, ਨਹੀਂ ਤੇ ਜੇ ਆਪਾਂ ਉਹਨਾਂ ਦੀ ਗੱਲ ਤੇ ਯਕੀਨ ਨਾ ਕਰੀਏ ਤਾਂ ਕੁਛ ਨਾ ਕੁਛ ਪ੍ਰੈਕਟੀਕਲ ਕਰਕੇ ਦਿਖਾ ਦਿੰਦੇ, ਕਦੀ ਕਿਸੇ ਸੂਬੇ 'ਚ ਕਦੀ ਕਿਸੇ ਸੂਬੇ 'ਚ। ਹੁਣ ਮਹਾਰਾਸ਼ਟਰ ਤੱਕ ਵੀ ਤੇ ਧੁੰਮਾਂ ਪਈਆਂ ਹੀ ਹੈ ਨਾ। ਸੰਜੇ ਰਾਉਤ ਸਾਹਿਬ ਕਿੱਡੇ ਵੱਡੇ ਲੀਡਰ ਨੇ, ਉਹਨਾਂ ਦੇ ਕਿੱਦਾਂ ਈਡੀ ਨੇ ਪਹਿਲਾਂ ਸੱਦਿਆ, ਉਹ ਨਹੀਂ ਗਏ ਤੇ ਅਖੀਰ ਈਡੀ ਨੇ ਘਰੋਂ ਚੱਕ ਲਿਆ ਤੇ ਹੁਣ ਕਹਿੰਦੇ ਉਹ ਰਿਮਾਂਡ ਤੇ ਨੇ। ਹਾਲਾਂਕਿ ਉਹ ਆਪਣੇ ਵੱਲੋਂ ਕਹਿੰਦੇ ਆ ਵੀ ਇਹੋ ਜਿਹੀ ਗੱਲ ਕੋਈ ਨਹੀਂ ਹੈਗੀ, ਪਰ ਜਿਹੜਾ ਈਡੀ ਆਪਣੇ ਵੱਲੋਂ ਦੋਸ਼ ਲਾਉਂਦਾ ਜਾਂ ਉਹ ਕਹਿੰਦੇ ਵੀ ਅਸੀਂ ਪੁੱਛ ਪੜਤਾਲ ਕਰਨੀ ਆ ਭਾਈ ਸਾਹਿਬ ਵੀ ਮਾਇਆ ਇੱਧਰੋਂ ਆਈ ਤੇ ਉੱਧਰ ਗਈ ਤੇ ਉੱਧਰੋਂ ਕਿਵੇਂ ਉੱਡਦੀ ਫਿਰੀ, ਹੁਣ ਉਹਦਾ ਵੀ ਤੇ ਹਿਸਾਬ ਹੋਊਗਾ ਹੀ। ਸੰਧਾਲੀਆ ਸਾਹਿਬ 4 ਦਿਨ ਦਾ ਰਿਮਾਂਡ ਮਿਲਿਆ ਸੰਜੇ ਰਾਉਤ ਹੋਰਾਂ ਦਾ, ਪੁੱਛਗਿੱਛ ਕਰਨਗੇ, ਕੀ ਦੱਸਦੇ ਆ ਕੀ ਨਹੀਂ ਦੱਸਦੇ ਪਤਾ ਨਹੀਂ। ਪਰ ਵਿਰੋਧ ਬੜਾ ਹੋਇਆ 7-8 ਜ਼ਿਲ੍ਹਿਆਂ ਦੇ ਵਿੱਚ। ਵਰਕਰ ਜਿਹੜੇ ਸ਼ਿਵ ਸੈਨਾ ਦੇ ਸਾਹਮਣੇ ਆਏ, ਸਾਬਕਾ ਮੁੱਖ ਮੰਤਰੀ ਉਧਵ ਠਾਕਰੇ ਜਿਨ੍ਹਾਂ ਤੋਂ ਸਰਕਾਰ ਨਹੀਂ ਚੱਲੀ, ਉਹ ਸੰਜੇ ਰਾਉਤ ਦੇ ਘਰੇ ਗਏ। ਮਾਤਾ ਜੀ ਨਾਲ ਹੀ ਆ, ਕੋਈ ਗੱਲ ਨਹੀਂ, ਪਰਿਵਾਰ ਦੇ ਨਾਲ ਹੀ ਆ, ਸਾਡਾ ਸ਼ੇਰ ਬੰਦਾ ਹੈ, ਝੁਕੂਗਾ ਨਹੀਂ, ਨਾ ਮੈਂ ਝੁਕੂਗਾ ਨਾ ਸੰਜੇ ਰਾਉਤ ਝੁਕੂਗਾ, ਠੀਕ ਹੈ। ਹੁਣ ਜਦੋਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਸੰਮਨ ਆਉਂਦੇ ਸੀ, ਪਾਰਟੀਆਂ ਦੇ ਵਰਕਰ ਉਦੋਂ ਵੀ ਵਿਰੋਧ ਕਰਦੇ ਸੀ। ਜਦੋਂ ਸੰਜੇ ਰਾਉਤ ਨੂੰ ਸੰਮਨ ਆਇਆ, ਸ਼ਿਵ ਸੈਨਾ ਦੇ ਵਰਕਰਾਂ ਨੇ ਵਿਰੋਧ ਕੀਤਾ। ਤੇ ਜਿਹੜੇ ਮੁੱਖ ਮੰਤਰੀ ਨੇ ਹੁਣੇ ਸ਼ਿਵ ਸੈਨਾ ਛੱਡ ਕੇ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾ ਕੇ ਮਹਾਰਾਸ਼ਟਰ 'ਚ ਜਿਨ੍ਹਾਂ ਨੇ ਸਰਕਾਰ ਬਣਾਈ ਹੈ, ਜੇ ਕਿਸੇ ਨੂੰ ਨਾ ਚੇਤਾ ਤਾਂ ਜ਼ਰੂਰ ਦੱਸਿਓ ਭਾਈ, ਲਿਖ ਦਿਓ, ਟਿੱਪਣੀਆਂ ਕਰ ਦਿਓ। ਉਹ ਕਹਿੰਦੇ ਦੇਖੋ ਜਿੱਦਾਂ ਸੰਜੇ ਰਾਉਤ ਹੋਰਾਂ ਨੇ ਕਹਿੰਦੇ ਕਿਹਾ ਪ੍ਰੈਸ ਨੂੰ ਜਾਂਦਿਆਂ ਜਦੋਂ ਫੜ ਕੇ ਚੱਲੇ ਆ,
ਕਿ ਭਾਈ ਮੇਰਾ ਕੋਈ ਲੈਣਾ ਦੇਣਾ ਨਹੀਂ, ਮੇਰਾ ਕੋਈ ਕਸੂਰ ਨਹੀਂ। ਉਹ ਕਹਿੰਦੇ ਫਿਰ ਘਬਰਾਉਣ ਦੀ ਕਿਹੜੀ ਗੱਲ ਹੈ? ਜਿਹੜੇ ਸਵਾਲ ਪੁੱਛਦੇ ਆ ਜਵਾਬ ਦੇ ਦਿਓ। ਜੇ ਤੁਸੀਂ ਬੇਕਸੂਰ ਹੋਏ ਤੁਹਾਨੂੰ ਛੱਡ ਦੇਣਗੇ, ਤੁਹਾਡਾ ਕਸੂਰ ਹੋਇਆ ਅੱਗੇ ਕਾਨੂੰਨ ਕਾਰਵਾਈ ਕਰ ਲਊਗਾ। ਸੰਜੇ ਰਾਉਤ ਸਾਹਿਬ ਘਬਰਾਓ ਨਾ, ਸ਼ਿਵ ਸੈਨਾ 'ਚ ਹੀ ਰਹੇ ਆ ਮੌਜੂਦਾ ਮੁੱਖ ਮੰਤਰੀ, ਹੁਣੇ ਗਏ ਆ, ਮਹੀਨਾ ਨਹੀਂ ਹੋਇਆ। ਸੰਧਾਲੀਆ ਸਾਹਿਬ ਉਹਨਾਂ ਨੂੰ ਬੜੇ ਚੰਗੇ ਤਰੀਕੇ ਪਤਾ ਹੋਣਾ। ਵੈਸੇ ਰੌਲਾ ਕੀ ਹੈ? ਰੌਲਾ ਜੀ ਫਲੈਟ ਬਣਨੇ ਸੀ, ਫਲੈਟ ਬਣਨੇ ਸੀ, ਡਿਵੈਲਪ ਕਰਨੀ ਸੀ ਇੱਕ ਕਲੋਨੀ, ਉੱਪਰ ਤੱਕ ਕੰਮ ਜਾਣਾ ਸੀ ਕੰਸਟਰਕਸ਼ਨ ਦਾ। ਉਹਦੇ ਵਿੱਚੋਂ ਕਹਿੰਦੇ ਆ ਜੀ ਕਰੋੜਾਂ ਰੁਪਈਆ ਇੱਧਰ ਉੱਧਰ ਕਰਕੇ ਸੰਜੇ ਰਾਉਤ ਹੋਰਾਂ ਨੂੰ ਫਾਇਦਾ ਹੋਇਆ। ਵਿੱਚੇ ਉਹਨਾਂ ਦੀ ਧਰਮ ਪਤਨੀ ਦੇ ਨਾਂ ਦੇ ਉੱਤੇ ਫਲੈਟ ਕਿੰਨੇ ਆ, ਕਈ ਕੁਛ ਚੱਲੀ ਜਾਂਦਾ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ। ਸਿਆਸੀ ਬਦਲਾਖੋਰੀ ਕਿਸੇ ਦੇ ਨਾਲ ਨਹੀਂ ਹੋਣੀ ਚਾਹੀਦੀ। ਪਰ ਦੇਖਦੇ ਆ ਕਿ ਕਹਾਣੀ ਜਾਂਦੀ ਕਿੱਧਰ ਹੈ। ਉਹ ਜਿਹੜਾ ਹੁਣ ਵਾਲੇ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਨਾ ਵੀ ਲਓ ਯਾਰ ਫਿਰ ਘਬਰਾਉਣ ਵਾਲੀ ਕਿਹੜੀ ਗੱਲ ਹੈ, ਮੈਂ ਵੈਸੇ ਉਹਦੇ ਨਾਲ ਨਹੀਂ ਗੱਲ ਜੋੜਦਾ, ਪਰ ਵੈਸੇ ਮੈਨੂੰ ਕੁਦਰਤੀ ਐਂ ਲੱਗਿਆ ਵੀ ਜਿੱਦਾਂ ਕਿਤੇ ਟੀਕੇ ਲੱਗਦੇ ਹੋਣ ਨਾ ਕਿਤੇ, ਇੱਕ ਬੰਦਾ ਅੰਦਰੋਂ ਟੀਕਾ ਲਵਾ ਕੇ ਤੇ ਮਲਦਾ ਤੁਰਿਆ ਆਉਂਦਾ ਹੁੰਦਾ ਵੀ ਹਾਏ ਠੀਕ ਸੂਈ ਲਾਉਣੀ ਚਾਹੀਦੀ ਸੀ, ਦਵਾਈ ਲੜਦੀ, ਬਾਕੀ ਤੇ ਠੀਕ ਆ। ਜਿਹੜਾ ਬਾਹਰ ਬੈਂਚ ਤੇ ਬੈਠਾ ਹੁੰਦਾ ਉਹ ਵਿਚਾਰਾ ਡਰਿਆ ਜਾਂ ਅੰਦਰ ਨੂੰ ਵੇਂਦਾ ਹੁੰਦਾ ਵੀ ਪਤਾ ਨਹੀਂ ਮੇਰੀ ਇਹਨਾਂ ਕੋਈ ਜ਼ਿਆਦਾ ਨਾ ਯਾਰ ਔਖਾ ਕੰਮ ਕਰ ਦੇਣ। ਉਹ ਬੂਹੇ ਚੋਂ ਉਸ ਬਾਹਰ ਬੈਂਚ ਤੇ ਬੈਠੇ ਵਾਲੇ ਬੰਦੇ ਨੂੰ ਆਖਦੇ ਨਹੀਂ ਕੁਛ ਨਹੀਂ ਬਾ ਮਾੜਾ ਜਾ ਹਲਕੀ ਐ ਕੰਡੇ ਕੁ ਜਿੰਨੀ ਪੀੜ ਹੁੰਦੀ ਹੈ ਜੀ। ਪਤਾ ਨਹੀਂ ਮੈਨੂੰ ਉਹ ਮੁੱਖ ਮੰਤਰੀ ਸਾਹਿਬ ਦਾ ਬਿਆਨ ਇਦਾਂ ਹੀ ਲੱਗਾ ਵੀ ਕੋਈ ਨਹੀਂ ਐਡੀ ਨਹੀਂ ਗੱਲ ਕੋਈ। ਨਹੀਂ ਠੀਕ ਹੈ ਸੰਧਾਲੀਆ ਸਾਹਿਬ, ਗੱਲ ਤਾਂ ਇਹ ਹੈ ਨਹੀਂ। ਬਾਕੀ ਹੁਣ ਥੋੜੇ ਦਿਨ ਹੋਏ ਨਾ, ਜੇ ਥੋੜੇ ਦਿਨ ਹੋਏ ਲਵਾ ਕੇ ਹਟਿਆ, ਇਹ ਤੇ ਹੋ ਸਕਦਾ ਗਿਲਟੀ ਵੀ ਹੋਵੇ ਉਹਦੀ। ਹੁਣ ਸੰਧਾਲੀਆ ਸਾਹਿਬ ਦੋ ਮੈਂਬਰ ਪਾਰਲੀਮੈਂਟ ਨੇ ਆਮ ਆਦਮੀ ਪਾਰਟੀ ਦੇ, ਦੋਨਾਂ ਦਾ ਜ਼ਿਕਰ ਕਰ ਲੈਂਦੇ ਆ। ਜਦੋਂ ਰਾਜ ਸਭਾ ਦੇ ਲਈ ਚੋਣ ਹੋਈ ਸੀ ਤਾਂ ਉਦੋਂ ਚਰਚੇ ਬੜੇ ਹੋਏ ਸੀ। ਇੱਕ ਮਿੱਤਲ ਸਾਹਿਬ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮੁਖੀਆ, ਤੇ ਦੂਸਰੇ ਰਾਘਵ ਚੱਡਾ ਸਾਹਿਬ ਨੇ। ਹੁਣ ਰਾਘਵ ਚੱਡਾ ਹੋਰੀ ਦਾਅਵਾ ਕਰਦੇ ਆ ਕਿ ਭਾਈ ਆ ਦੇਖੋ ਮੈਂ ਤਾਂ ਸਸਪੈਂਸ਼ਨ ਨੋਟਿਸ ਦੇ ਦਿੱਤਾ ਰਾਜ ਸਭਾ ਦੇ ਵਿੱਚ ਕਿ ਜਿਹੜਾ ਵੀ ਪਾਰਲੀਮੈਂਟ ਚੱਲਦੀ ਚ ਕੰਮ ਚੱਲ ਰਿਹਾ ਰੋਕ ਦਿਓ। MSP ਦੇ ਮੁੱਦੇ ਤੇ ਗੱਲ ਕਰਨੀ ਹੈ, ਲਖੀਮਪੁਰ ਖੀਰੀ ਦਾ ਇਨਸਾਫ ਚਾਹੀਦਾ ਕਿਸਾਨਾਂ ਨੂੰ, ਉਹਦੀ ਗੱਲ ਕਰਨੀ ਹੈ। ਜਿਨ੍ਹਾਂ ਦੇ ਉੱਤੇ ਕਿਸਾਨ ਅੰਦੋਲਨ ਦੌਰਾਨ ਪਰਚੇ ਦਰਜ ਹੋਏ ਸੀ ਕਿਸਾਨਾਂ ਦੇ ਉੱਤੇ, ਸਭ ਤੋਂ ਪਹਿਲਾਂ ਉਹਨਾਂ ਦੀ ਗੱਲ ਕਰਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਏ। ਬਾਕੀ ਸਾਰੇ ਕੰਮ ਕਹਿੰਦੇ ਜੀ ਹਾਲ ਦੀ ਘੜੀ ਅੱਗੇ ਪਾ ਦਿਓ, ਮੁਲਤਵੀ ਕਰ ਦਿਓ। ਪੰਜਾਬੀ 'ਚ ਬੋਲੇ ਆ, ਤੇ ਪੰਜਾਬੀ 'ਚ ਬੋਲੇ ਕਹਿੰਦੇ ਜੀ ਪੰਜਾਬ ਦੇ ਵਿੱਚੋਂ ਮੈਂ MP ਹਾਂ, ਮੈਂ ਪੰਜਾਬੀਆਂ ਦੀ ਗੱਲ ਕਰਨੀ ਹੈ, ਪੰਜਾਬ ਦੇ ਲਈ ਬਹੁਤ ਜ਼ਰੂਰੀ ਹੈ। ਤੇ ਬਾਅਦ ਵਿੱਚ ਅਗਲਿਆਂ ਨੇ ਫਤਿਹ ਵੀ ਬੁਲਾਈ ਹੈ। ਹੁਣ ਪਿਛਲੇ ਸਮੇਂ ਦੇ ਵਿੱਚ ਜਿਹੜੀ ਚਰਚਾ ਚੱਲਦੀ ਸੀ ਕਿ ਪਤਾ ਨਹੀਂ ਇਹਨਾਂ ਨੇ ਪੰਜਾਬ ਦੇ ਲਈ ਬੋਲਣਾ ਕਿ ਨਹੀਂ ਬੋਲਣਾ, ਕਿਸੇ ਹੋਰ ਦੇ ਲਈ ਬੋਲਣਾ, ਪੰਜਾਬ ਵਾਲੇ ਕੋਟੇ ਦੇ ਵਿੱਚੋਂ ਕਾਹਨੂੰ ਬਣਾਏ ਹੈ, ਸ਼ਾਇਦ ਉਹ ਸਾਰੀਆਂ ਗੱਲਾਂ ਰਾਘਵ ਚੱਡਾ ਸਾਹਿਬ ਨੇ ਚੇਤੇ ਰੱਖੀਆਂ ਹੋਣਗੀਆਂ। ਦੂਸਰਾ ਮਿੱਤਲ ਸਾਹਿਬ ਜਿਹੜੇ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਨੇ ਹੈੱਡ, ਉਹਨਾਂ ਦਾ ਰੌਲਾ ਰੱਪਾ ਪੈਂਦਾ ਸੀ। ਬਹੁਤ ਸਾਰੀਆਂ ਵਿਰੋਧੀ ਧਿਰਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਸਵਾਲ ਚੱਕੇ ਕਿ ਭਾਈ ਪੰਚਾਇਤੀ ਜ਼ਮੀਨਾਂ ਬਾਕੀਆਂ ਤੋਂ ਤਾਂ ਛਡਾਈ ਜਾਂਦੇ ਹੋ। ਇਸ ਯੂਨੀਵਰਸਿਟੀ ਦੇ ਕੋਲ ਵੀ ਕਹਿੰਦੇ ਜੀ ਕੁਝ ਇੱਕ ਕਨਾਲ ਜ਼ਮੀਨ ਪੰਚਾਇਤੀ ਹੈ। ਹੁਣ ਜਦੋਂ ਦੋਸ਼ ਲੱਗਾ ਤੇ ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ ਜੀ ਇਦਾਂ ਦੀ ਕੋਈ ਗੱਲ ਨਹੀਂ ਕਿ ਯੂਨੀਵਰਸਿਟੀ ਦੇ ਅਧੀਨ ਕਿਸੇ ਵੀ ਤਰ੍ਹਾਂ ਦਾ ਕੋਈ ਸਾਂਝਾ ਸਰਕਾਰੀ ਪੰਚਾਇਤੀ ਰਕਬਾ ਹੈ ਨਹੀਂ। ਉਹ ਤੁਸੀਂ ਕਹਿੰਦੇ ਜੀ ਕਾਗਜ਼ ਪੱਤਰ ਕਢਵਾ ਕੇ ਦੇਖ ਲਓ, ਉਹ ਧਾਰਮਿਕ ਸਥਾਨ ਦੇ ਕੋਲ ਹੈ ਜਾਂ ਪੰਚਾਇਤ ਦੇ ਕੋਲ ਹੈ, ਸਾਡੇ ਕੋਲ ਇਦਾਂ ਦਾ ਕੋਈ ਰਕਬਾ ਨਹੀਂ। ਹਾਲਾਂਕਿ ਪਿਛਲੇ ਦਿਨ ਹੀ ਮੰਨਿਆ ਜਾਂਦਾ ਕਿ ਜਦੋਂ ਮੰਤਰੀ ਸਾਹਿਬ ਨੇ ਇਸ ਮੁੱਦੇ ਦੇ ਉੱਤੇ ਮੀਟਿੰਗ ਲਈ ਸੀ ਕਿ ਭਾਈ ਆਪਾਂ ਨਜਾਇਜ਼ ਕਬਜ਼ੇ ਛਡਾਉਣੇ ਆ, ਉਦੋਂ ਚਰਚਾ ਚੱਲੀ ਸੀ, ਉਹਨਾਂ ਨੇ ਹੁਕਮ ਵੀ ਦਿੱਤਾ ਸੀ ਕਿ ਛਡਾਓ। ਹੁਣ ਗ੍ਰਾਮ ਪੰਚਾਇਤ ਕੀ ਕਹਿੰਦੀ ਹੈ, ਉਹ ਧਾਰਮਿਕ ਸਥਾਨ ਦੀ ਕਮੇਟੀ ਕੀ ਕਹਿੰਦੀ ਹੈ, ਮੈਨੂੰ ਲੱਗਦਾ ਕਿ ਥੋੜੇ ਦਿਨਾਂ ਦੇ ਵਿੱਚ ਕਲੀਅਰ ਹੋ ਜੂ ਗੱਲ। ਨਹੀਂ ਰੌਲਾ ਤੇ ਪਿਆ, ਕਿਉਂਕਿ ਜਦੋਂ ਇਹ ਵਿਰੋਧੀ ਪਾਰਟੀਆਂ ਨੇ ਮੁੱਦਾ ਚੁੱਕਿਆ ਨਾ, ਉਦੋਂ ਇੱਕ ਤਰ੍ਹਾਂ ਨਾਲ ਜਿੱਦਾਂ ਥੋੜੀ ਜਿਹੀ ਪਰਾਲੀ ਹੋਵੇ ਤੇ ਉੱਤੇ ਕਿਤੇ ਪੈਟਰੋਲ ਜਿਹਾ ਪਾ ਕੇ ਅੱਗ ਲਾਈਏ ਤੇ ਐ ਭਵਾਕਾ ਜਿਹਾ ਨਹੀਂ ਨਿਕਲਦਾ, ਉੱਦਾਂ ਜੇ ਖਬਰ ਨਿਕਲੀ ਸੀ ਕਿ ਵੀ ਉਹ ਕਿਤੇ ਪਹਿਲੀਆਂ ਪੋਲੀਟੀਕਲ ਪਾਰਟੀਆਂ ਵਾਂਗੂ ਤੇ ਨਹੀਂ ਹੋ ਰਿਹਾ ਵੀ ਜੇ ਕੁਛ ਕਾਰਵਾਈ ਕਰਨੀ ਆ ਤੇ ਆਪਣੇ ਛੱਡ ਲਓ ਤੇ ਬਾਹਰਲਿਆਂ ਤੇ ਕਰ ਲਓ। ਹੁਣ ਜਿਸ ਹਿਸਾਬ ਨਾਲ ਉਹਨਾਂ ਨੇ ਆਪਣੇ ਵੱਲੋਂ ਉਸ ਯੂਨੀਵਰਸਿਟੀ ਦੇ ਨੁਮਾਇੰਦਿਆਂ ਨੇ ਇਹ ਗੱਲ ਕਹੀ ਹੈ ਕਿ ਵੀ ਤੁਸੀਂ ਅਜੇ ਵੀ ਚੈੱਕ ਕਰਾ ਸਕਦੇ ਹੋ ਜੀ ਉੱਥੇ ਜੇ ਕਿਤੇ ਵੀ ਸਾਡਾ ਕੋਈ ਨਾਂ ਨਹੀਂ ਬੋਲਦਾ ਕਾਗਜ਼ਾਂ। ਦੇਖੋ ਜੇ ਤੇ ਕਾਗਜ਼ਾਂ 'ਚ ਵਾਕਿਆ ਹੀ ਨਾਂ ਨਹੀਂ ਬੋਲਦਾ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇ ਤੇ ਉਹ ਜ਼ਿਆਦਾ ਵਧੀਆ। ਆਪਾਂ ਵੀ ਇਹ ਬੇਨਤੀ ਕਰਦੇ ਹਾਂ ਵੀ ਕਿਉਂਕਿ ਮਿੱਤਲ ਸਾਹਿਬ ਇੱਕ ਤਾਂ ਰਾਜ ਸਭਾ ਮੈਂਬਰ ਨੇ, ਸਰਕਾਰ ਦਾ ਹਿੱਸਾ ਨੇ, ਉਹ ਸਗੋਂ ਖੁਦ ਜਿੰਨੀ ਛੇਤੀ ਹੋਵੇ ਉਹ ਚੀਜ਼ ਕਲੀਅਰ ਕਰਕੇ ਤੇ ਵਿਰੋਧੀਆਂ ਦੇ ਸਾਹਮਣੇ ਰੱਖ ਦੇਣ ਵੀ ਆਹ ਦੇਖੋ ਜੀ ਜਿਹੜੇ ਇਲਜ਼ਾਮ ਤੁਸੀਂ ਲਾਉਨੇ ਉਹੋ ਜਿਹਾ ਇਲਜ਼ਾਮ ਕੋਈ ਨਹੀਂ। ਤੇ ਹਾਂ ਜੇ ਉਹਨਾਂ ਨੂੰ ਜਾਪਦਾ ਵੀ ਪਿਛਲੇ ਸਮੇਂ ਦੇ ਵਿੱਚ ਕੋਈ ਕਿਉਂਕਿ ਬਹੁਤ ਲੰਮੀ ਚੌੜੀ ਜ਼ਮੀਨ ਹੈ ਉਹਨਾਂ ਦੇ ਕੋਲ, ਉੱਥੋਂ ਇੱਕ ਨਾ ਆਪਣੇ ਅਫਸਰਾਂ ਨੂੰ ਲਾ ਕੇ ਜਾਂ ਆਪਣੇ ਅਧਿਕਾਰੀਆਂ ਨੂੰ ਲਾ ਕੇ ਇੱਕ ਨਾ ਦੁਬਾਰਾ ਕਹਿਣ ਵੀ ਕਾਗਜ਼ ਚੈੱਕ ਕਰ ਲਓ ਵੀਰ ਮੇਰਾ, ਕਿਉਂਕਿ ਕੁਛ ਪਤਾ ਨਹੀਂ ਹੁੰਦਾ ਜਦੋਂ ਤੁਸੀਂ ਬਹੁਤ ਵੱਡੀ ਪੱਧਰ 'ਤੇ ਜ਼ਮੀਨ ਖਰੀਦਦੇ ਹੋ ਤੇ ਕੋਈ ਸਰਕਾਰੀ ਪਿਆ, ਕੋਈ ਸਰਕਾਰੀ ਖਾਲ, ਕੋਈ ਇੱਕ ਅੱਧਾ ਕੋਈ ਮਾੜਾ ਮੋੜ ਹੋਰ ਕੁਛ ਨਹੀਂ, ਕੋਈ ਛੱਪੜ ਵਾਲਾ, ਕੋਈ ਰੂੜੀਆਂ ਵਾਲਾ ਥਾਂ, ਇੱਦਾਂ ਕਈ ਕੁਛ ਬੋਲਦਾ ਬਾਲਦਾ ਹੁੰਦਾ ਕਾਗਜ਼ਾਂ 'ਚ, ਇੱਕ ਨਾ ਚੈੱਕ ਕਰਾ ਲੈਣਾ ਚਾਹੀਦਾ। ਨਹੀਂ ਜ਼ਰੂਰੀ ਹੈ ਜੀ ਸੰਧਾਲੀਆ ਸਾਹਿਬ, ਜੇ ਨਹੀਂ ਤਾਂ ਫਿਰ ਔਖਾ ਹੋ ਜਾਊਗਾ ਕੰਮ। ਦੂਸਰਾ ਨਾਲ ਦੀ ਨਾਲ
ਉਹ ਬਹਿਬਲ ਕਲਾਂ ਕਾਂਡ ਦੇ ਸੰਬੰਧ ਦੇ ਵਿੱਚ ਜਿਹੜਾ ਮੋਰਚਾ ਲੱਗਾ ਹੈ, ਉਹਨਾਂ ਨੇ ਹੁਣ 15 ਕੁ ਤਰੀਕ ਤੱਕ ਦਾ ਸਮਾਂ ਜਿਹੜਾ ਕਲੀਅਰ ਕਰ ਦਿੱਤਾ, ਕਿਉਂਕਿ ਕਲਤਾਰ ਸਿੰਘ ਸੰਧਵਾਂ ਗਏ ਸੀ ਸਪੀਕਰ ਸਾਹਿਬ ਜਿੱਦਣ ਪੰਥਕ ਜਥੇਬੰਦੀਆਂ ਦਾ ਇਕੱਠ ਸੀ। ਉਦੋਂ ਉਹਨਾਂ ਨੇ ਕਿਹਾ ਜੀ ਠੀਕ ਹੈ, ਤੁਹਾਡੀਆਂ ਗੱਲਾਂ ਸਿਰ ਮੱਥੇ, 15 ਕੁ ਦਿਨ ਦੇ ਦਿਓ, ਕਾਨੂੰਨੀ ਅੜਚਣਾ ਦੂਰ ਕਰ ਲਈਏ, ਅਸੀਂ ਸਰਕਾਰ ਵੱਲੋਂ ਮਸਲਾ ਹੱਲ ਕਰਨਾ ਚਾਹੁੰਦੇ ਹਾਂ। ਤੇ ਉੱਥੇ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰੇ ਗੁੱਸੇ 'ਚ ਬੋਲੇ, ਨਿਰਾਸ਼ਾ ਵੀ ਸੀ ਕਿ ਭਾਈ ਅਜੇ ਤੱਕ ਜੇ ਬੇਅਦਬੀ ਵਰਗੇ ਸੰਵੇਦਨਸ਼ੀਲ ਮੁੱਦੇ ਦਾ ਇਨਸਾਫ ਨਹੀਂ ਮਿਲਦਾ ਤਾਂ ਫਿਰ ਅਸੀਂ ਬਾਕੀ ਮੁੱਦਿਆਂ ਦੇ ਉੱਤੇ ਇਨਸਾਫ ਦੀ ਆਸ ਜਿਹੜੀ ਕਿਹਦੇ ਤੋਂ ਰੱਖੀਏ। ਤੇ ਹੁਣ ਜਥੇਬੰਦੀਆਂ ਨੇ ਕਹਿ ਦਿੱਤਾ ਕਿ ਭਾਈ 15 ਅਗਸਤ ਤੱਕ ਦਾ ਤੁਹਾਡੇ ਕੋਲੇ ਸਮਾਂ ਹੈ, ਜੇ ਕੁਝ ਕਰ ਸਕਦੇ ਆ ਕਰ ਲਓ, ਨਹੀਂ ਤਾਂ 15 ਅਗਸਤ ਨੂੰ ਉਹਨਾਂ ਨੇ ਹੋਕਾ ਦੇ ਦਿੱਤਾ ਸੰਗਤ ਨੂੰ ਕਿ ਭਾਈ ਆਪਣੇ ਘਰਾਂ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਚੁਲਾਓ ਉਸ ਦਿਨ, ਜਿਹਦੇ ਨਾਲ ਕਿ ਇਹਨਾਂ ਨੂੰ ਪਤਾ ਲੱਗੇ ਕਿ ਲੋਕ ਕਿੰਨੀ ਤੀਬਰਤਾ ਦੇ ਨਾਲ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਆ। ਜੇ ਇਸ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੀਆਂ ਘਟਨਾਵਾਂ ਤੇ ਘਟਨਾਵਾਂ ਦੇ ਦੋਸ਼ੀਆਂ ਨੂੰ ਜਿਹੜਾ ਉਹ ਸਜ਼ਾਵਾਂ ਮਿਲ ਸਕਣ। ਨਹੀਂ ਦੇਖੋ, ਉਹਨਾਂ ਨੇ ਆਪਣੇ ਵੱਲੋਂ ਹੁਣ ਕਾਲ ਦੇ ਦਿੱਤੀ ਆ। ਮੇਰਾ ਖਿਆਲ 2 ਤਰੀਕ ਅੱਜ ਹੋ ਗਈ ਆ ਤੇ ਦਿਨ ਵੀ ਵਿੱਚ ਬਸ ਇਹੀ 13-14 ਰਹਿ ਗਏ। ਇਹਨਾਂ 13-14 ਦਿਨਾਂ ਦੇ ਵਿੱਚ ਐਸੀ ਕਿਹੜੀ ਚੀਜ਼ ਜਿਹੜੀ ਆ ਉਹ ਸਰਕਾਰ ਵਾਲੇ ਪਾਸਿਓਂ ਜਾਂ ਖਾਸ ਕਰਕੇ ਏਜੀ ਦਫ਼ਤਰ, ਕਿਉਂਕਿ ਏਜੀ ਦਫ਼ਤਰ ਵੀ ਤੇ ਸਾਰੇ ਕੁਛ ਦੇ ਵਿੱਚ ਬਦਲ ਗਏ ਨਾ, ਕਿਉਂਕਿ ਪਹਿਲਾਂ ਡਾਕਟਰ ਅਨਮੋਲ ਰਤਨ ਹੋਰੀ ਹੁੰਦੇ ਸੀ, ਹੁਣ ਵਿਨੋਦ ਘਈ ਸਾਹਿਬ ਬਣੇ ਨੇ ਨਵੇਂ ਏਜੀ, ਤੇ ਉਹਨਾਂ ਨੂੰ ਵੀ ਮੇਰੇ ਖਿਆਲ ਨਾਲ ਇਹਨਾਂ ਦਿਨਾਂ ਦੇ ਵਿੱਚ ਕੋਈ ਨਾ ਕੁਛ ਇਹੋ ਜਿਹੀ ਚੀਜ਼ ਜਿਹੜੀ ਹੈ ਕੁਛ ਸੈੱਟ ਕਰਕੇ, ਤੇ ਹੋ ਸਕਦਾ ਕਿ ਉਹਨਾਂ ਜਥੇਬੰਦੀਆਂ ਦੇ ਨਾਲ ਗੱਲ ਕਰਨ ਦਾ ਮੌਕਾ ਮਿਲੇ। ਇਹਦੇ 'ਚ ਉਹ ਕਹਿਣ ਵੀ ਆਹ ਦੇਖੋ ਜੀ ਅਸੀਂ 15 ਦਿਨ ਤੋਂ ਬਾਅਦ, ਕਿਉਂਕਿ ਪਿਛਲੇ ਦਿਨ ਗੱਲ ਚੱਲਦੀ ਸੀ 6 ਮਹੀਨਿਆਂ ਦੀ, ਵੀ 15 ਦਿਨਾਂ ਦੇ ਵਿੱਚ ਤਾਂ ਨਹੀਂ ਕੁਛ ਹੋ ਸਕਦਾ, ਇੰਨਾ ਕੁ ਵਕਤ ਤੁਸੀਂ ਸਾਨੂੰ ਦੇ ਦਿਓ, ਅਸੀਂ ਇਸ ਤਰੀਕ ਤੱਕ ਆਹ ਸਾਰਾ ਕੁਛ ਤੁਹਾਨੂੰ ਕਰਕੇ ਦਿਖਾ ਦਿਆਂਗੇ। ਜੇ ਤੇ ਮੇਰੇ ਖਿਆਲ ਨਾਲ ਕੋਈ ਗੱਲਬਾਤ ਦੇ ਨਾਲ ਤੈਅ ਬਹਿ ਗਈ ਤੇ ਫਿਰ ਠੀਕ ਆ, ਬਾਕੀ ਜੇ ਨਹੀਂ ਤੇ ਫਿਰ ਅਜੇ 12-13 ਦਿਨ ਤਾਂ ਹੈਗੇ ਹੀ ਆ ਸਰਕਾਰ ਕੋਲੇ, ਦੇਖੋ ਕੀ ਕਰਦੀ ਆ ਉਹ। ਤੇ ਆਪਣੇ ਵੀ ਲਗਭਗ ਜਾਣ ਦਾ ਵੇਲਾ ਹੋਈ ਜਾਂਦਾ WhatsApp, ਪਰ ਮੈਂ ਚਾਹੁੰਦਾ ਸੀ ਵੀ ਜੇ ਸਾਰੇ ਕੁਛ ਦੀ ਗੱਲ ਤੁਹਾਡੀ ਨਿਬੜ ਗਈ ਹੋਵੇ ਤੇ ਜਾਂਦੇ ਜਾਂਦੇ ਕੋਈ ਚੰਗੀ ਗੱਲ ਸੁਣਾ ਦਿਓ। ਕੋਈ ਹੁਣ ਤੱਕ ਤੇ ਤੁਸੀਂ ਪਤਾ ਨਹੀਂ ਕੋਈ ਹੋਰ ਹੀ ਕੁਛ ਸੁਣਾਏਗੇ ਜੀ। ਚੰਗੀ ਗੱਲ ਤਾਂ ਸੰਧਾਲੀਆ ਸਾਹਿਬ ਬਹੁਤ ਕਮਾਲ ਦੀ ਹੈ, ਖਾਸ ਤੌਰ ਤੇ ਆਪਾਂ ਨਿਰਾਸ਼ ਜਿਹੜੇ ਹੋ ਜਾਂਦੇ ਆ ਉਹਦੇ ਵਿੱਚੋਂ ਬਾਹਰ ਨਿਕਲਣ ਦੀ ਲੋੜ ਹੈ। ਇੱਕ ਮੁੰਡਾ ਜੇਰਮੀ ਨਾਂ ਦਾ ਮੁੰਡਾ, ਮਿਜ਼ੋਰਮ ਦਾ, ਸਾਡੇ ਭਾਰਤ ਦੇਸ਼ ਦੇ ਉਹ ਐਨ ਗੁੱਠ ਦੇ ਉੱਤੇ ਅਸਾਮ ਵਾਲੇ ਪਾਸੇ ਤੋਂ ਵੀ ਪਰਾਂ ਉੱਥੋਂ ਦਾ, ਕਾਮਨਵੈਲਥ ਖੇਡਾਂ 'ਚ ਗਿਆ, ਵੇਟ ਲਿਫਟਿੰਗ ਦੇ ਮੁਕਾਬਲਿਆਂ ਸੀ, 골ਡ ਮੈਡਲ ਜਿੱਤਿਆ ਸੰਧਾਲੀਆ ਸਾਹਿਬ। ਤੇ ਉਹਦੇ ਕੋਲ ਕੀ ਸੀ, 4-5 ਭਰਾ। ਬਾਪੂ PWD ਦੇ ਵਿੱਚ ਜਦੋਂ ਸੜਕਾਂ ਬਣਦੀਆਂ ਤਾਂ ਪਹਿਲਾਂ ਸੜਕਾਂ ਸਾਫ਼ ਨਹੀਂ ਕਰਦੇ ਹੁੰਦੇ, ਬਾਂਸ ਝਾੜੂ 'ਚ ਫਸਾ ਕੇ ਚੰਗੀ ਤਰ੍ਹਾਂ ਕਹਿੰਦੇ ਜੀ ਸੜਕ ਤੋਂ ਝਾੜੂ ਲਾ ਦਿਓ, ਐਨ ਰੋਡੀ ਜੀ ਕੱਢ ਦਿੰਦੇ ਹੁੰਦੇ ਆ, ਉਹ ਕੰਮ ਕਰਦਾ ਸੀ। ਤੇ ਪੈਸੇ ਇੰਨੇ ਕੁ ਘੱਟ ਮੁੰਡੇ ਕੋਲ, ਪਹਿਲਾਂ ਬਾਂਸ ਇਕੱਠੇ ਕਰਕੇ ਉਹਨਾਂ ਦੀ ਪੂਰੀ ਗੱਠੀ ਜੀ ਬੰਨ੍ਹ ਕੇ ਉਹਦੇ ਨਾਲ ਵੇਟ ਲਿਫਟਿੰਗ ਦੀ ਛੋਟਾ ਹੁੰਦਾ ਪ੍ਰੈਕਟਿਸ ਕਰਦਾ ਸੀ, ਕਿਉਂਕਿ ਜੀ ਕਰਦਾ। 9-10 ਸਾਲ ਦਾ ਸੀ, ਇੱਕ ਕੋਚ ਦੀ ਨਜ਼ਰ ਪੈ ਗਿਆ, ਕੋਚ ਪੂਨੇ ਲੈ ਆਇਆ। ਤੇ ਤੁਸੀਂ ਹੁਣ ਦੇਖੋ, ਬਾਪੂ ਸਫਾਈ ਕਰਮਚਾਰੀ ਹੋਵੇ, ਕਿਰਤੀ ਬੰਦਾ ਹੋਵੇ ਤੇ ਪੁੱਤ ਕਾਮਨਵੈਲਥ ਖੇਡਾਂ ਦੇ ਵਿੱਚ 골ਡ ਮੈਡਲ ਜਿੱਤ ਜੇ ਤੇ ਬਚਪਨ ਦੇ ਵਿੱਚ ਬਾਂਸ ਇਕੱਠੇ ਕਰਕੇ ਗੱਠੜੀ ਬਣਾ ਕੇ ਉਹਦੇ ਨਾਲ ਵੇਟ ਲਿਫਟਿੰਗ ਦੀ ਪ੍ਰੈਕਟਿਸ ਕਰਦਾ ਹੋਵੇ। ਇਹਦੇ ਤੋਂ ਵੱਡੀ ਉਦਾਹਰਣ ਤਾਂ ਨਹੀਂ ਸਾਡੇ ਕੋਲ ਹੋ ਸਕਦੀ ਕਿ ਭਾਈ ਸਾਧਨ ਥੋੜੇ ਨੇ, ਜੋ ਵੀ ਹੈ ਕੋਈ ਗੱਲ ਨਹੀਂ, ਆਪਣਾ ਕੰਮ ਕਰੋ, ਕੋਈ ਨਾ ਕੋਈ ਬਾਂਹ ਫੜਨ ਵਾਲਾ ਲੱਭ ਪੈਂਦਾ ਹੁੰਦਾ। ਬਸ ਬੰਦਾ ਧੁੰਨ ਦਾ ਪੱਕਾ ਚਾਹੀਦਾ ਜੀ, ਮਿਹਨਤ ਕਰੇ ਤੇ ਕਿਤੇ ਨਾ ਕਿਤੇ ਅੱਪੜਦੇ ਜ਼ਰੂਰ ਆ। ਤੇ ਜੇ ਬੰਦਾ ਰਜਾਈ 'ਚ ਬਹਿ ਕੇ ਆਖੀ ਜਾਵੇ ਹਾਏ ਫਲਾਣੇ ਥਾਂ ਨਹੀਂ ਪਹੁੰਚਿਆ ਗਿਆ, ਤੇ ਉਹ ਨਹੀਂ ਪਹੁੰਚਿਆ ਜਾਣਾ। ਚਲੋ ਆਪਣੇ ਜਾਣ ਦਾ ਟਾਈਮ ਹੋ ਗਿਆ WhatsApp। ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।